ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਫੋਕਸ ਦੇ ਪਿਆਰੇ ਦਰਸ਼ਕੋ, ਨਿੱਘੀ ਜਿਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਖੰਨਾ ਜੀ, ਇਹ ਕਿਹੜੇ ਮਸਲੇ ਨੇ ਜਿਹੜੇ ਪੰਜਾਬ 'ਚ ਬਿਲਕੁਲ ਉਸੇ ਤਰ੍ਹਾਂ ਭਖ ਰਹੇ ਨੇ, ਉਸੇ ਤਰ੍ਹਾਂ ਹੀ ਲੋਕਾਂ ਦੇ ਕੰਨਾਂ 'ਚੋਂ ਗੁਜ਼ਰ ਰਹੇ ਨੇ, ਜਿਹੜੇ ਉਹ ਲੋਕ ਉਹਨਾਂ ਨੂੰ ਵੈਸੇ ਪਸੰਦ ਤਾਂ ਨਹੀਂ ਕਰਦੇ ਪਰ ਉਹ ਉਸੇ ਤਰ੍ਹਾਂ ਹੀ ਉਹ ਲਮਕਦੇ ਜਾ ਰਹੇ ਆ। ਉਹ ਕਿਹੜੇ ਨੇ? ਕਹਿੰਦੇ ਨੇ ਇਹ ਮਸਲੇ ਨੇ ਕਿ ਮਸਾਲਾ ਹੈ ਜਿਹੜਾ ਜੀਵਨ ਨੂੰ ਨਵੀਂ ਐਂਟਰਟੇਨਮੈਂਟ ਦਿੰਦਾ ਪਿਆ, ਕਿਉਂਕਿ ਐਂਟਰਟੇਨਮੈਂਟ ਇੰਡਸਟਰੀ ਬਣੀ ਪਈ ਹੈ ਸਾਡੀ ਸਾਰੀ ਪੋਲਿਟਿਕਸ ਇਸ ਵਕਤ। ਸੋ ਹਰ ਥਾਂ ਦੇ ਉੱਤੇ ਘੁਟਾਲੇ, ਹਰ ਥਾਂ ਦੇ ਉੱਤੇ ਘਪਲੇ। ਮਤਲਬ ਮੈਂ ਕਈ ਵਾਰ ਸੋਚਦਾ ਇਹ ਘਪਲਿਆਂ ਤੋਂ ਇਲਾਵਾ, ਘੁਟਾਲਿਆਂ ਤੋਂ ਇਲਾਵਾ ਕੋਈ ਕੰਮ ਵੀ ਕੀਤਾ ਕਿ ਨਹੀਂ ਕੀਤਾ, ਕਿਸ ਕੰਮ ਵਾਸਤੇ ਚੁਣਿਆ ਸੀ, ਕਰਦੇ ਕੀ ਪਏ ਨੇ। ਫਿਰ ਜਦੋਂ ਇਨਕੁਆਇਰੀਆਂ ਖੁੱਲ੍ਹਦੀਆਂ ਨੇ ਫਿਰ ਕਹਿੰਦੇ ਨੇ ਝੂਠੇ ਦੋਸ਼ ਲਾਏ ਗਏ, ਪਰਤਾਂ ਖੁੱਲ੍ਹਦੀਆਂ ਨੇ ਫਿਰ ਕਹਿੰਦਾ ਜੀ ਇਹ ਵਿਰੋਧੀ ਤਰ੍ਹਾਂ ਦਾ ਮੇਰੇ ਖਿਲਾਫ ਪ੍ਰਚਾਰ ਹੈ, ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੈਰ ਜੋ ਵੀ ਹੈ, ਤੇ ਆਪ ਸਰਕਾਰ ਵੱਲੋਂ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। 350 ਕਰੋੜ ਦਾ ਘੁਟਾਲਾ ਹੈ ਤੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲੱਗੇ ਨੇ। ਤੇ ਕਾਂਗਰਸ ਸਰਕਾਰ ਨੇ ਤਾਂ ਕੈਪਟਨ ਸਾਹਿਬ ਵੇਲੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਮੇਰਾ ਖਿਆਲ ਹੈ ਮਾਨ ਸਰਕਾਰ ਸੰਤੁਸ਼ਟ ਨਹੀਂ ਹੈ ਉਹਨਾਂ ਦੇ ਫੈਸਲਿਆਂ ਤੋਂ, ਜਿਹੜੀ ਪਹਿਲਾਂ ਕਲੀਨ ਚਿੱਟ ਮਿਲੀ ਸੀ। ਇਹ ਨਵਾਂ ਹੁਣ ਇਨਕੁਆਇਰੀ ਕਮਿਸ਼ਨ ਬਿਠਾਉਣ ਲੱਗੇ ਨੇ। ਹਾਂ, ਇਹ ਜਦੋਂ ਮੌਜੂਦਾ ਸਰਕਾਰ ਆਈ ਆ, ਪਹਿਲਾਂ ਇਹ ਮਾਮਲਾ ਬੜਾ ਰਿਹਾ, ਅਖਬਾਰਾਂ 'ਚ ਵੀ ਰਿਹਾ, ਮੀਡੀਆ 'ਤੇ ਵੀ ਰਿਹਾ ਔਰ ਚਰਚਾ ਰਹੀ ਹੈ ਪੂਰੀ। ਲੋਕਾਂ ਨੂੰ ਪਤਾ ਵੀ ਸੀਗਾ ਕਿ ਵਜ਼ੀਫੇ ਦੇ ਵਿੱਚ ਘੁਟਾਲਾ ਹੋ ਰਿਹਾ, ਜਿਹਦੇ 'ਚ ਕੁਝ ਪ੍ਰਾਈਵੇਟ ਕਾਲਜ ਆ, ਪ੍ਰਾਈਵੇਟ ਸਕੂਲ ਆ ਔਰ ਜਿੱਥੇ ਵੀ ਇਹ ਜਿਹੜੀਆਂ ਐਜੂਕੇਸ਼ਨ ਦੀਆਂ ਇੰਸਟੀਟਿਊਸ਼ਨ ਆ, ਉਹਨਾਂ ਨੂੰ ਜਿਹੜਾ ਪੈਸਾ ਮੁਹੱਈਆ ਹੋਇਆ ਵਾ ਉਹ ਬੱਚਿਆਂ ਤੱਕ ਨਹੀਂ ਪਹੁੰਚਿਆ। ਉਹ ਸਕਾਲਰਸ਼ਿਪ ਜਿਹੜਾ ਸੀਗਾ ਪੰਜਾਬ ਗੌਰਮੈਂਟ ਵੱਲੋਂ ਔਰ ਕੇਂਦਰ ਵੱਲੋਂ ਦਿੱਤਾ ਜਾਂਦਾ ਸੀਗਾ, ਉਹਦੇ ਵਿੱਚ ਬਹੁਤ ਨੇਤਾ ਜਿਹੜੇ ਨੇ ਉਹਨਾਂ ਨੇ ਵੀ ਰੌਲਾ ਪਾਇਆ। ਔਰ ਇੱਕ IAS ਆਫੀਸਰ ਸੀਗਾ ਜਿਹਨੇ ਉਹ ਸਾਰਾ ਕੇਸ ਬਣਾ ਕੇ ਅੱਗੇ ਧਰਿਆ ਵੀ ਹੈ ਕਿ ਆਹ ਦੇਖੋ ਕੀ ਕੁਝ ਹੋ ਗਿਆ। ਪਰ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਦੋਂ ਦੇ ਮੌਜੂਦਾ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਉਹਦੀ ਪੂਰੀ ਜਿਸ ਤਰ੍ਹਾਂ ਜਾਂਚ ਕੀਤੀ ਔਰ ਜਾਂਚ ਕਰਨ ਤੋਂ ਬਾਅਦ ਇਮੀਡੀਏਟ ਉਹਨਾਂ ਨੇ ਕਲੀਨ ਚਿੱਟ ਦਿੱਤੀ ਤਾਂ ਉਹ ਬਿਲਕੁਲ ਸਾਫ਼ ਹੋ ਕੇ ਬਾਹਰ ਆ ਕੇ ਬਹਿ ਗਏ। ਜਦੋਂ ਕਿ ਦੂਸਰੀ ਸਰਕਾਰ ਆਈ, ਜਦੋਂ ਹੁਣ ਮੌਜੂਦਾ ਸਰਕਾਰ ਜਿਹੜੀ ਆਪ ਸਰਕਾਰ ਆ, ਮਾਨ ਸਰਕਾਰ ਨੇ ਫਿਰ ਇਸ ਪਾਸੇ ਵੱਲ ਆਪਣਾ ਰੁਖ ਕੀਤਾ ਔਰ ਜਾਂਚ ਦੇ ਹੁਕਮ ਉਹਨਾਂ ਨੇ ਕੱਲ੍ਹ ਪਰਸੋਂ ਦੇ ਦਿੱਤੇ ਆ ਭਗਵੰਤ ਸਿੰਘ ਮਾਨ ਹੋਰਾਂ ਨੇ। ਔਰ ਇਹਦੇ ਵਿੱਚ ਫਿਰ ਇੱਕ ਵਾਰੀ ਜਾਂਚ ਕਮਿਸ਼ਨ ਬਣੇਗਾ, ਸਾਰਾ ਕੁਝ ਕੱਢਿਆ ਜਾਊਗਾ। ਪਰ ਇਹ ਪਤਾ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਵਾ ਕਿ ਜਦੋਂ ਇਹ ਘੁਟਾਲੇ ਜਿਹੜੇ ਆ ਲੋਕਾਂ ਦੇ ਜਾਂ ਸਾਡੇ ਨੇਤਾ ਦੇ ਇੰਟਰਟੇਨਮੈਂਟ ਹੀ ਬਣ ਗਿਆ, ਉਹਨਾਂ ਵਿੱਚ ਮਨੋਰੰਜਨ ਹੀ ਬਣ ਗਿਆ। ਬਿਲਕੁਲ ਜੀ। ਜਦੋਂ ਕਿ ਪੈਸਾ ਜਿਹੜਾ ਹੈਗਾ ਇੱਕ ਇਹਨਾਂ ਨੇ ਆਪਣੀ ਜੇਬ 'ਚ ਪਾਇਆ ਵਾ, ਉਹ ਲੋਕਾਂ ਦਾ ਪੈਸਾ ਵਾ, ਖਜ਼ਾਨੇ ਦਾ, ਇਕੱਲਾ ਸਰਕਾਰ ਦਾ ਪੈਸਾ ਨਹੀਂ ਗਾ। ਪਰ ਜਦੋਂ ਸਹੂਲਤਾਂ ਦੇਣ ਲਈ ਆਉਂਦਾ, ਜਿਹੜੇ ਬੱਚਿਆਂ ਦਾ ਕੈਰੀਅਰ ਬਣ ਰਿਹਾ, ਜਿਨ੍ਹਾਂ ਨੇ ਪੜ੍ਹਨਾ ਵਾ, ਲਿਖਣਾ ਵਾ, ਵੱਡੇ ਹੋ ਕੇ ਆਫੀਸਰ ਬਣਨਾ ਗਾ, ਜੇ ਉਹਨਾਂ ਨੇ ਪੈਸਾ ਹੜਪ ਕਰਕੇ ਜੇਬਾਂ 'ਚ ਪਾ ਲਿਆ ਤੇ ਕਾਹਦੀ ਅਫਸਰੀਅਤ, ਕਾਹਦੀ ਸਾਡੀ ਨੇਤਾਗਿਰੀ ਹੈ ਤੇ ਕਾਹਦੀਆਂ ਸਰਕਾਰਾਂ ਵਾ। ਇਹ ਬੜੀ ਜਿਹੜੀ ਸ਼ਰਮਨਾਕ ਗੱਲ ਹੈ ਸਾਡੇ। ਮਤਲਬ ਇਹ ਹੈ ਬਲਕਾਰ ਜੀ ਕਿ ਆਪਾਂ ਸੋਚੀ ਪੈ ਜਾਂਦੇ ਹਾਂ ਕਿ ਅਸੀਂ ਟੈਕਸ ਕਾਹਦੇ ਵਾਸਤੇ ਦਿੰਦੇ ਹਾਂ। ਟੈਕਸ ਦਾ ਸਾਨੂੰ ਤਾਂ ਕੋਈ ਫਾਇਦਾ ਹੈ ਨਹੀਂ, ਕੋਈ ਬੈਨੀਫਿਟ ਨਹੀਂ, ਬਸ ਟੈਕਸ ਦੇ ਕੇ ਵਿਹਲੇ ਹੋ ਜਾਓ, ਕੋਈ ਗੱਲ ਨਹੀਂ, ਅਸੀਂ ਇੰਜੋਏ ਕਰਾਂਗੇ। ਕੌਣ ਇੰਜੋਏ ਕਰਨਗੇ? ਜਿਹੜੇ ਵੱਡੇ ਵੱਡੇ ਲੀਡਰਸ ਨੇ ਜਾਂ ਇਹਨਾਂ ਦੇ ਜਿਹੜੇ ਆਪਣੇ ਭਤੀਜੇ ਭਾਈ ਨੇ, ਉਹ ਕਰਨਗੇ। ਕਿਸੇ ਕੋਲ ਵੱਡੀ ਵੱਡੀ ਗੱਡੀ ਆ, ਕੋਈ ਵੱਡੀਆਂ ਪ੍ਰਾਪਰਟੀਆਂ ਦਾ ਮਾਲਕ ਹੈ, ਕਿਤੇ ਛੁੱਟੀਆਂ ਮਨਾਉਣ ਜਾ ਰਹੇ ਨੇ, ਕਿਤੇ ਪਾਰਟੀਆਂ ਚੱਲ ਰਹੀਆਂ। ਅਸੀਂ ਸਾਰਾ ਦਿਨ ਕਮਾਈ ਕਰਦੇ, ਕਾਹਦੇ ਵਾਸਤੇ ਟੈਕਸ ਦੇਣੇ? ਅਸੀਂ ਮਿਹਨਤ ਕਰੀਏ ਤੇ ਸਾਡੇ ਪੈਸੇ ਦੇ ਉੱਤੇ ਕੌਣ ਕਰਨ ਅਯਾਸ਼ੀ ਜਾਂ ਐਸ਼, ਕੌਣ ਕਰਨ ਇਹ ਲੋਕ। ਇਹਨੂੰ ਅਯਾਸ਼ੀ ਉਹ ਕਵਾਂਗੇ ਜਿਹੜੀ ਤੁਸੀਂ ਐਡੀ ਵੱਡੀ ਕਰਪਸ਼ਨ ਕਰਦੇ ਹੋ। ਪਹਿਲਾਂ ਵੀ ਗੱਲ ਹੈ ਕਿ 500 ਰੁਪਇਆ ਇੱਕ ਦਰਖਤ ਦਾ ਤੁਸੀਂ ਲੈਂਦੇ ਪਏ ਹੋ, ਇਹ ਅਯਾਸ਼ੀ ਨਹੀਂ ਤੇ ਹੋਰ ਕੀ ਹੈ? ਇਹਨੂੰ ਐਸ਼ ਤਾਂ ਅਸੀਂ ਕੀ ਕਹਿਣਾ? ਤੇ ਬਿਲਕੁਲ ਹੀ ਮਰਿਆਦਾ ਤੋਂ ਡਿੱਗੀਆਂ ਹੋਈਆਂ ਗੱਲਾਂ ਨੇ ਕਿ ਟੈਕਸ ਪੇਅਰਸ ਦੀ ਮਨੀ ਨੂੰ ਤੁਸੀਂ ਕੀ ਇਸਤੇਮਾਲ ਕਰਦੇ ਪਏ ਹੋ। ਔਰ ਨਾਲ ਪਰ ਇਹਦੇ 'ਚ ਇਹ ਜਿਹੜਾ ਕੇਸ ਹੈ ਨਾ, ਇਹਦੇ 'ਚ ਆਡਿਟ ਵੀ ਹੋਇਆ। ਆਡਿਟ ਕੌਣ ਕਰਦਾ? ਜਿਹੜੀ ਬ੍ਰਾਂਚਿਸ ਬਣਾਈਆਂ ਨੇ, ਜਿਹੜੀਆਂ ਫਾਈਨੈਂਸ਼ੀਅਲ ਬ੍ਰਾਂਚਿਸ ਹੈਗੀਆਂ, ਐਡਮਿਨਿਸਟ੍ਰੇਸ਼ਨ 'ਚ ਹੈਗੀਆਂ ਪੰਜਾਬ ਦੀਆਂ, ਉਹਨਾਂ ਨੂੰ ਥੋਰੋਲੀ ਸਾਰਾ ਪੜ੍ਹ ਕੇ ਆਡਿਟ ਵੀ ਕੀਤਾ। ਆਡਿਟ 'ਚ ਉਹਨਾਂ ਨੇ ਆਬਜੈਕਸ਼ਨ ਵੀ ਲਾਏ ਆ ਔਰ ਉਹ ਆਬਜੈਕਸ਼ਨ ਜਿਹੜੇ ਲੱਗੇ ਆ, ਮੈਮੋਰੈਂਡਮ ਹੋਇਆ ਉਹਦੇ 'ਤੇ, ਮੀਮੋ ਦਿੱਤੇ ਗਏ ਆ ਔਰ ਇੱਕ ਬਕਾਇਦਾ ਇਹ ਪ੍ਰਸ਼ਾਸਨਿਕ ਵਿਧੀ ਹੁੰਦੀ ਆ। ਜਦੋਂ ਕੋਈ ਸਰਕਾਰ ਪੈਸਾ ਖਰਚਦੀ ਹੈ, ਕੋਈ ਮਹਿਕਮਾ ਪੈਸਾ ਖਰਚਦਾ, ਉਹਦਾ ਮਾਰਚ ਤੋਂ ਮਾਰਚ ਤੱਕ ਇੱਕ ਆਡਿਟ ਹੁੰਦਾ। ਆਡਿਟ ਨਾਲ ਜਿਹੜਾ ਸਰਵੇਖਣ ਹੁੰਦਾ, ਉਹਦੇ 'ਚ ਦੱਸਿਆ ਜਾਂਦਾ ਵੀ ਕਿੱਥੇ ਘੁਟਾਲਾ ਹੈ, ਕਿੱਥੋਂ ਪੈਸਾ ਗਿਆ, ਕਿੱਥੇ ਬੋਲੀ ਹੋਈ, ਕਿੱਥੇ ਪੈਸਾ ਜਾ ਕੇ ਖਰਚਿਆ ਗਿਆ। ਇਹ ਨਹੀਂ ਹੁੰਦਾ ਕਿ ਅੰਨੇਵਾਹ ਪੈਸਾ ਖਰਚਿਆ ਜਾਵੇ ਤੇ ਕਾਗਜ਼ਾਂ 'ਚ ਹੀ ਪੈਸਾ ਖਰਚਿਆ ਜਾਵੇ, ਨਾ ਕਿ ਉਹਦੀ ਆਊਟਪੁੱਟ ਹੋਵੇ ਤੇ ਨਾ ਇਹ ਜਦੋਂ ਗਿਆ ਵਾ, ਇਹਦੇ 'ਤੇ ਬਹੁਤ ਨੇਤਾ ਜਿਹੜੇ ਉਦੋਂ ਦੇ ਆਪੋਜੀਸ਼ਨ ਸੀ, ਉਹਨਾਂ ਨੇ ਰੌਲਾ ਪਾਇਆ ਕਿ ਘੁਟਾਲਾ ਹੋ ਗਿਆ ਤੇ ਲੋਕਾਂ ਤੱਕ, ਬੱਚਿਆਂ ਤੱਕ ਵਜ਼ੀਫਾ ਨਹੀਂ ਗਿਆ। ਉਹ ਵੀ ਵਿਚਾਰੇ ਬੱਚੇ ਤਾਂ ਉੱਦਾਂ ਹੀ ਦੇਖ ਰਹੇ। ਪਲੱਸ ਜਿਹੜੇ ਗੌਰਮੈਂਟ ਸਕੂਲ ਸੀਗੇ, ਉਹਨਾਂ 'ਚ ਵਜ਼ੀਫਾ ਜਾਣਾ ਸੀ, ਪ੍ਰਾਈਵੇਟ ਅਦਾਰਿਆਂ 'ਚ ਜਾਣਾ ਸੀਗਾ, ਸਕੂਲ ਕਾਲਜ 'ਚ ਜਾਣਾ ਸੀਗਾ,
ਹੁਣ ਉਹਦੇ 'ਚ ਵੀ ਉਹ ਗਿਆ ਵਾ, ਵਾਪਸ ਵੀ ਹੋ ਗਿਆ ਤੇ ਉਹਨਾਂ ਨੂੰ ਉੱਥੋਂ ਤੱਕ ਮਿਲਿਆ ਨਹੀਂਗਾ। ਕਿਹਦੀ ਜੇਬ 'ਚ ਗਿਆ? ਇਹ ਬੜਾ ਵੱਡਾ ਘੁਟਾਲਾ ਹੋਇਆ, ਜਿਸ 'ਚ ਉਦੋਂ ਦੇ ਜਿਹੜੇ ਆਪੋਜੀਸ਼ਨ ਦੇ MLA ਸੀਗੇ ਆਦਮਪੁਰ ਤੋਂ, ਪਵਨ ਤੀਨੂ ਜੀ, ਉਹਨਾਂ ਨੇ ਵੀ ਇਹਦੇ ਤੇ ਬੜੀ ਕੋਕ ਕੀਤੀ ਹੈ, ਰੌਲਾ ਪਿਆ ਦਾ। ਪਰ ਪਾ ਲਾ ਕੇ ਜਿਹੜੀ ਗੱਲ ਹੈ ਨਾ, ਹੁਣ ਜਿਹੜਾ ਰੌਲਾ ਪੈਣ ਤੋਂ ਬਾਅਦ, ਕਿਉਂਕਿ ਜਦੋਂ ਕਿ ਵਜ਼ੀਫਾ ਗਿਆ ਬੱਚਿਆਂ ਤੋਂ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀ ਵਰਦੀਆਂ, ਉਹਨਾਂ ਦਾ ਪੈਸਾ, ਉਹਨਾਂ ਦਾ ਸਾਰਾ ਜਿਹੜਾ ਲੇਖਾ ਜੋਖਾ ਹੁੰਦਾ ਸੀ, ਉਹਨੂੰ ਤੱਕ ਜੇ ਗਿਆ ਨਹੀਂ ਤੇ ਵਿਦਿਅਕ ਤੌਰ ਤੇ ਬੱਚੇ ਕਿੱਥੋਂ ਤੱਕ ਪਹੁੰਚਣਗੇ? ਉਹ ਬੱਚੇ ਤਾਂ ਉੱਥੇ ਦੇ ਉੱਥੇ ਰਹਿ ਗਏ ਜਦੋਂ ਕੋਈ ਸਹੂਲਤ ਨਹੀਂ ਮਿਲੀ। ਛੋਟੀਆਂ ਛੋਟੀਆਂ ਗੱਲਾਂ ਨੇ। ਹਾਂ, ਸੈਨੀਟਾਈਜ਼ਰ ਜੇ ਮਾਰਕੀਟ 'ਚ ਘੱਟ ਰੇਟ ਦਾ ਹੈ ਤੇ ਇਹ ਵੱਧ ਰੇਟ ਦਾ ਖਰੀਦਣਗੇ, ਇਹਨਾਂ ਦੇ ਬਿੱਲ ਵੱਧ ਰੇਟ ਤੇ ਹੋਣਗੇ। ਕਾਹਦੇ ਵਾਸਤੇ? ਉਹੀ ਸੈਨੀਟਾਈਜ਼ਰ ਜਦੋਂ ਇੱਕ ਡਿਪਾਰਟਮੈਂਟ ਖਰੀਦਦਾ ਉਹਦੇ ਵੱਖਰੇ ਰੇਟ ਨੇ, ਦੂਜਾ ਡਿਪਾਰਟਮੈਂਟ ਖਰੀਦਦਾ ਉਹਦੇ ਵੱਖਰੇ ਰੇਟ ਨੇ। ਮਤਲਬ ਸ਼ਰਮ ਨਹੀਂ ਆਉਂਦੀ? ਕੀ ਤੁਸੀਂ ਹਰਕਤਾਂ ਕਰਦੇ ਪਏ ਹੋ? ਕਿਸ ਪੋਜੀਸ਼ਨ ਤੇ ਤੁਹਾਨੂੰ ਬਿਠਾਇਆ ਹੋਇਆ ਹੈ? ਤੁਹਾਨੂੰ ਕਿਹੜੇ ਅਸੀਂ ਮਤਲਬ ਜਿਹਨੂੰ ਕਹਾਂਗੇ ਕਿ ਪਾਵਰਸ ਦੇ ਕੇ ਬਿਠਾਇਆ ਹੋਇਆ ਤੁਹਾਨੂੰ, ਤੇ ਤੁਸੀਂ ਕੀ ਮਰਿਆਦਾ ਤੋਂ ਗਿਰੀਆਂ ਹੋਈਆਂ ਅਜੀਬ ਜੀਆਂ ਗੱਲਾਂ ਜਿਹਦਾ ਕੋਈ ਲੈਵਲ ਨਹੀਂ ਹੈਗਾ। ਨਹੀਂ ਲੈਵਲ, ਹਾਂ, ਇਹ ਕੋਈ ਲੈਵਲ ਹੈ? ਤੁਸੀਂ ਉਹ ਗੱਲਾਂ ਕਰਦੇ ਪਏ ਹੋ ਔਰ ਅਜੀਬ ਜੀਆਂ ਸੋਚਾਂ ਨੇ। ਔਰ ਦੱਸੋ ਕਿੱਦਾਂ ਦੇ ਮਸਲੇ ਸਾਡੇ ਸਾਹਮਣੇ ਆਉਂਦੇ ਪਏ ਨੇ। ਹੁਣ ਆ ਜੰਗਲਾਤ ਘੁਟਾਲਾ, ਖਿਲਜੀਆ ਸਾਹਿਬ, ਸੰਗਤ ਸਿੰਘ ਖਿਲਜੀਆ ਦੇ FIR ਜਿਹੜੀ ਦਰਜ ਹੋਈ ਹੈ, ਕਾਂਗਰਸ ਦੇ ਟਾਈਮ ਦਾ ਸੀਗਾ, ਜਦੋਂ ਚੰਨੀ ਜੀ ਆਏ ਆ ਮੁੱਖ ਮੰਤਰੀ, ਉਸ ਟਾਈਮ ਦੇ ਮੁੱਖ ਚੰਨੀ ਸਾਹਿਬ ਆਪ ਰਡਾਰਤੇ ਨੇ। ਹਾਂ, ਉਹਨਾਂ ਦੇ ਖਿਲਾਫ ਵੀ ਕੁਝ ਵੀ ਹੋ ਸਕਦਾ। ਉਹਨਾਂ ਦੇ ਰਿਸ਼ਤੇਦਾਰ ਵੀ ਭਾਈ ਸਾਹਿਬ ਬੜੇ ਹੋਏ, ਉਹਨਾਂ ਦਾ ਭਾਣਜਾ ਤੇ ਇਹਨਾਂ ਦਾ ਭਤੀਜਾ ਦਲਜੀਤ ਸਿੰਘ ਖਿਲਜੀਆ ਅਰੈਸਟ ਹੋ ਗਿਆ, ਗ੍ਰਿਫਤਾਰ ਹੈ। ਔਰ ਇਹ ਵੀ ਠੇਕੇਦਾਰਾਂ ਕੋਲੋਂ ਪੈਸੇ ਲੈਂਦਾ ਸੀ। ਕੋਈ ਡਾਇਰੀ ਵੀ ਮਿਲੀ ਹੈ। ਨੇ ਜਿਹੜੇ ਉਹਦੇ 'ਚ ਹੁੰਦਾ ਨਾ ਟਰੀ ਗਾਰਡ ਬਣਦੇ, ਜਿਹਦੇ 'ਚ ਰੁੱਖ ਨੂੰ ਉਗਾਇਆ ਜਾਂਦਾ, ਉਹਨੂੰ ਬਚਾਉਣ ਲਈ ਨਾ ਉਹਦੇ 'ਚ ਇੱਕ ਜੰਗਲਾ ਲਾਇਆ ਜਾਂਦਾ। ਉਹ ਜੰਗਲੇ ਜਦੋਂ ਬਣਾਏ ਉਹਦਾ ਕਮਿਸ਼ਨ ਲਿਆ ਗਿਆ। ਜਿਸ ਤਰ੍ਹਾਂ 1% ਦਾ ਰੌਲਾ ਪਿਆ ਸੀਗਾ ਪਹਿਲਾਂ ਸਿੰਗਲਾ ਸਾਹਿਬ ਦਾ, ਜਦੋਂ ਸਿਹਤ ਮੰਤਰੀ ਦਾ, ਇਸੇ ਤਰ੍ਹਾਂ ਕਮਿਸ਼ਨ ਸੀਗਾ। ਹੁਣ ਉਹਨਾਂ ਦਾ ਜਿਹੜਾ ਜਦੋਂ ਇੱਕ ਸੇਫ ਗਾਰਡ ਬਣਾਏ ਆ, ਉਹ ਜਦੋਂ ਜਿਨ੍ਹਾਂ ਕੋਲ ਬਣਾਏ ਉਹਨਾਂ ਕੰਪਨੀ ਨੇ ਆ ਕੇ ਦੱਸ ਦਿੱਤਾ ਕਿ ਸਾਡੇ ਕੋਲ ਪੈਸੇ ਦੱਸਣਗੇ ਅਗਲੇ ਕਿ ਕੌਣ ਜਿਹੜੇ ਐਕਸ਼ਨ ਦੇ ਵਿੱਚ ਕੰਮ ਕਰਦੇ ਆ। ਦੱਸਣਾ ਚਾਹੀਦਾ ਵੀ ਗੱਲ ਇਦਾਂ ਹੀ ਫਿਰ ਪਰਦਾ ਜਿਹੜਾ ਉਹ ਖੁੱਲ੍ਹਦਾ ਸਾਰਾ ਹੀ। ਬਿਲਕੁਲ ਸਹੀ। ਹੁਣ ਇਹਦੇ 'ਚ ਜਿਹੜਾ ਕਮਿਸ਼ਨ ਗਿਆ ਵਾ, ਜਿਹਦੇ 'ਚ ਤੁਸੀਂ ਗੱਲ ਕੀਤੀ ਆ ਖਿਲਜੀਆਂ ਜੀ ਦੀ, ਉਦੋਂ ਉਹਦੇ 'ਚ ਪਹਿਲਾਂ ਤਾਂ ਉਹਨਾਂ ਦਾ ਮੰਤਰੀ ਸੀਗੇ, ਆਪ ਫਾਰੈਸਟ ਮਿਨਿਸਟਰ ਸੀਗੇ, ਔਰ ਉਦੋਂ ਬਾਅਦ ਇਹ ਵਿਚੋਲਾਗਿਰੀ ਕੌਣ ਕਰ ਰਿਹਾ? ਭਾਣਜੇ ਤੇ ਭਤੀਜੇ ਕਰ ਰਹੇ। ਦੇਖੋ ਮੁੱਖ ਮੰਤਰੀ ਜਿਹੜੇ ਚਰਨਜੀਤ ਚੰਨੀ ਜੀ, ਉਹਨਾਂ ਦਾ ਭਾਣਜਾ ਅੰਦਰ ਹੋਇਆ, ਉਹਦੇ ਤੇ ਹੁਣ ਕੇਸ ਸੀਗਾ ਚੱਲ ਰਿਹਾ ਉਹਦੇ ਤੇ, ਜਿਹੜਾ ਰੇਤ ਖਨਨ ਦਾ। ਦੈਨ ਇਹ ਉਹਨਾਂ ਦੇ ਮੰਤਰੀ, ਹੁਣ ਦੇਖੋ ਜਿਹੜਾ ਹੈੱਡ ਆ, ਜਿਹੜਾ ਪੂਰਾ ਸੰਭਾਲ ਰਿਹਾ ਪੰਜਾਬ ਨੂੰ, ਜੋ ਆਪ ਹੀ ਉਹਦੇ ਤੋਂ ਉਂਗਲਾਂ ਉੱਠਣਗੀਆਂ, ਤੇ ਜਿਹੜੇ ਛੋਟੇ ਮੰਤਰੀ ਜਾਂ ਉਹਦੇ 'ਚ ਬਾਕੀ ਪੋਰਟਫੋਲੀਓ ਵੰਡੇ ਆ, ਜਿਹੜੇ ਮਹਿਕਮੇ ਵੰਡੇ ਆ, ਉਹਨਾਂ ਦਾ ਕੀ ਬਣੂਗਾ? ਉਹ ਵੀ ਕਰਨਗੇ। ਜਦੋਂ ਤੁਸੀਂ ਉਹਨਾਂ ਨਾਲ ਅੱਖ ਨੱਕ ਨਹੀਂ ਮਿਲਾਓਗੇ, ਕਿਉਂਕਿ ਤੁਸੀਂ ਆਪ ਖੁਦ ਕਰ ਰਹੇ ਜੇ। ਅੱਖ ਨੱਕ ਉੱਥੇ ਮਿਲਾਈ ਜਾਂਦੀ ਜੇ ਤੁਸੀਂ ਇਮਾਨਦਾਰ ਜੇ ਤੁਹਾਡੇ 'ਚ ਕੋਈ ਇੱਦਾਂ ਦਾ ਦੂਸ਼ਣ ਨਹੀਂ ਲੱਗਾ, ਤੁਸੀਂ ਬਿਲਕੁਲ ਇਮਾਨਦਾਰੀ ਨਾਲ ਆਪਣਾ ਮਹਿਕਮਾ ਤੇ ਪਰਿਵਾਰ ਸਾਰਾ ਸੰਭਾਲ ਲਿਆ ਜੇ। ਪਰ ਜਦੋਂ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੇ ਦੋਸ਼ ਲੱਗੇ ਜਾਣਗੇ, ਤੁਸੀਂ ਉਹਨਾਂ ਨੂੰ ਕੀ ਸਮਝਾਓਗੇ ਵੀ ਆਹ ਨਾ ਕੰਮ ਕਰੋ, ਅਗਲਿਆਂ ਦੇ ਤੁਸੀਂ ਵੀ ਕਰ ਰਹੇ ਜੇ। ਇਹੀ ਗੱਲ ਹਰ ਵਜ਼ਾਰਤ 'ਚ ਹੋਈ ਆ। ਕੈਪਟਨ ਸਾਹਿਬ ਤੋਂ ਚੱਲਦਿਆਂ ਹੁਣ ਤੱਕ ਆਈ ਆ। ਅਕਾਲੀ ਦਲ ਦੇ ਟਾਈਮ ਤੇ ਵੀ ਥੋੜ੍ਹਾ ਬਹੁਤ ਹੋਇਆ, ਪਰ ਉਦੋਂ ਇੰਨਾ ਜ਼ਿਆਦਾ ਨਹੀਂ ਹੋਇਆ। ਉਹ 'ਚ ਬੇਅਦਬੀ ਦੇ ਮਾਮਲੇ ਬੜੇ ਕੁਛ ਆਏ ਆ। ਕੋਈ ਵੀ ਸਰਕਾਰ ਜਿਹੜੀ ਹੈ ਬਿਲਕੁਲ ਉਸ ਤਰ੍ਹਾਂ ਸਾਫ਼ ਤੇ ਜਿਹੜੀ ਹੈ ਨਾ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆਈ। ਦੇਖੋ ਹੁਣ ਇਹੀ ਸਰਕਾਰ ਆ ਜਿਨ੍ਹਾਂ ਨੇ ਹੁਣ ਜਾਂਚ ਦੇ ਕਮਿਸ਼ਨ ਦਿੱਤੇ ਆ। ਹੁਣ ਦੇਖੋ ਜਾਂਚ ਕਰਨ ਤੋਂ ਬਾਅਦ ਇਹ ਨਰੋਲ ਕੀ ਕਰਦੇ ਆ ਕਿ ਉਹਦੇ ਵਿੱਚ ਇਹ ਕਛਾਬੇ 'ਚ ਤੱਕੜੀ ਵਾਂਗੂ ਤੁੱਲ ਜਾਂਦੇ ਆ, ਜਾਂ ਸਾਹਮਣੇ ਲੋਕਾਂ ਦੇ ਲਿਆਉਂਦੇ। ਲੋਕ ਵਿਚਾਰੇ ਕੌਣ ਹੈਗੇ? ਲੋਕ ਅਖਬਾਰ ਪੜ੍ਹ ਲੈਂਦੇ ਆ, ਜਾਂ ਜਿੱਦਾਂ ਅਸੀਂ ਬੋਲ ਰਹੇ ਇਹ ਸੁਣਦੇ ਆ, ਪਰ ਉਹਦਾ ਕੋਈ ਪਾਰੋਵੱਤਾ, ਉਹਦਾ ਕੋਈ ਰਿਜ਼ਲਟ, ਉਹਦਾ ਕੋਈ ਸਿੱਟਾ ਤਾਂ ਨਹੀਂ ਲੋਕਾਂ ਦੇ ਸਾਹਮਣੇ ਆਉਂਦਾ। ਕਈ ਵਾਰੀ ਮੀਡੀਆ ਇੰਨਾ ਕੁਇੱਕ ਹੋ ਗਿਆ, ਇੰਨਾ ਤੇਜ਼ੀ ਨਾਲ ਹੋ ਗਿਆ, ਡੋਰ ਟੂ ਡੋਰ ਚਲੇ ਗਿਆ, ਪਰ ਲੋਕ ਵਿਚਾਰੇ ਪੜ੍ਹ ਕੇ ਫਿਰ ਬਹਿ ਜਾਂਦੇ ਹੁੰਦੇ, ਯਾਰ ਕੰਨ ਹੀ ਖਾ ਰਹੇ ਜੇ ਤੁਸੀਂ। ਇਹ ਵੀ ਲੋਕਾਂ ਦੇ ਲਫ਼ਜ਼ ਹੈਗੇ, ਯਾਰ ਇਹੋ ਰਿਪੀਟ ਹੋ ਰਿਹਾ ਵਾਰ-ਵਾਰ। ਜਿਹੜਾ ਹੁਣ ਅੱਜ ਆਪਾਂ ਖਿਲਜੀਆਂ ਦਾ ਕੀਤਾ ਦੁਬਾਰਾ ਗੱਲ ਕਰ ਰਹੇ ਹਾਂ, ਬਹੁਤ ਵਾਰੀ ਪਹਿਲਾਂ ਮੀਡੀਆ 'ਤੇ ਹੋ ਵੀ ਗਈ, ਪਰ ਹੁਣ ਨਵੇਂ ਸਿਰੋਂ ਇਹ ਗੱਲ ਉਦੋਂ ਸ਼ੁਰੂ ਹੋ ਗਈ ਜਦੋਂ ਦਲਜੀਤ ਖਿਲਜੀਆਂ, ਇਹਨਾਂ ਦਾ ਭਤੀਜਾ, ਫਿਰ ਕੈਪਚਰ ਹੋ ਗਿਆ, ਫੜਿਆ ਗਿਆ। ਉੱਤੇ ਦੋਸ਼ ਲੱਗੇ ਆ ਕਿ ਕਿੱਥੋਂ ਪੈਸਾ ਲਿਆ ਹੈਗਾ। ਹੁਣ ਜੇ ਸਰਕਾਰ ਜਾਂਚ ਦੇ ਹੁਕਮ ਦਿੱਤੇ ਆ, ਮਾਨ ਸਰਕਾਰ ਜੇ ਉਹਨੂੰ ਕੱਢ ਕੇ ਸਾਹਮਣੇ ਲਿਆਉਂਦੀ ਆ, ਪਟਾਰੀ 'ਚੋਂ ਕੱਢ ਕੇ ਫਿਰ ਰੱਖ ਦਿੰਦੀ ਲੋਕਾਂ ਦੇ ਸਾਹਮਣੇ, ਫਿਰ ਤੇ ਲੋਕ ਹੋਣਗੇ ਖੁਸ਼। ਜੇ ਫਿਰ ਇਹ ਉਸੇ ਭਾਅ ਤੁੱਲ ਗਏ ਜਿਸ ਭਾਅ ਪਹਿਲਾਂ ਤੁੱਲੀ ਸੀ ਕਾਂਗਰਸ ਤੇ ਅਕਾਲੀ, ਫਿਰ ਇਹਨਾਂ ਦਾ ਕੋਈ ਪਾਰੋਵੱਤਾ ਨਹੀਂ। ਦੇਖੋ ਗੱਲ ਇਹ ਹੈ ਸਰ ਕਿ ਡਾਇਰੀ ਮਿਲੀ ਹੈ, ਡਾਇਰੀ ਦੇ ਵਿੱਚ ਸਾਰਾ ਕੁਝ ਲਿਖਿਆ ਮਿਲਿਆ, ਕਿੱਥੇ ਕਿੰਨਾ ਦੇਣਾ, ਕਿੱਥੋਂ ਕਿੰਨਾ ਲੈਣਾ। ਡਾਇਰੀ ਮਤਲਬ ਇਹ ਡਾਇਰੀ ਦੇ ਵਿੱਚੋਂ ਹੀ ਸਾਰੀਆਂ ਬੇਸਮੈਂਟ ਤੇ ਡਾਇਰੀ ਥੱਲੋਂ ਫੜੀ ਉਹਨਾਂ ਨੇ ਸੀਕ੍ਰੇਟਸ ਮਿਲੇ ਨੇ। ਉਸ ਬੇਸ ਦੇ ਉੱਤੇ ਗ੍ਰਿਫਤਾਰੀਆਂ ਹੁੰਦੀਆਂ ਪਈਆਂ, ਪੁੱਛਗਿੱਛ ਹੁੰਦੀ ਪਈ ਹੈ। ਮਤਲਬ ਇਹ ਹੈ ਕਿ ਬੜੀ ਸ਼ਰਮ ਦੀ ਗੱਲ ਹੈ। ਹੁਣ ਬਾਰ-ਬਾਰ ਆਪਾਂ ਉਹਨੂੰ ਕੀ ਆਪਾਂ ਗੱਲ ਕਰਨੀ ਹੈ, ਹੁਣ ਕਰਨ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਪਈ, ਸਾਨੂੰ ਕਹਿ ਕੇ ਸ਼ਰਮ ਆਉਣ ਲੱਗ ਪੈਂਦੀ ਕਿ ਕੀ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਆ। ਯਾਰ ਇਹਨਾਂ ਨੂੰ ਦੱਸੋ
ਮਤਲਬ ਇਹ ਹੈ ਕਿ ਸਿਆਣੇ ਬਿਆਣੇ ਬੰਦੇ ਹੋ ਪਰ ਤੁਸੀਂ, ਮੀਡੀਆ ਦਾ ਰੋਲ ਤਾਂ ਹੈ ਨਾ, ਮੀਡੀਆ ਲੋਕਾਂ ਤੱਕ ਤਾਂ ਪਹੁੰਚਾਊਗਾ ਨਾ ਗੱਲ ਨੂੰ, ਜਿੱਥੋਂ ਤੱਕ ਲੋਕਾਂ ਤੱਕ ਗੱਲ ਪਹੁੰਚਾ ਰਹੇ ਆ। ਇਹ ਗੱਲ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ। ਦੇਖੋ ਨਜਿੱਠ ਤਾਂ ਨਹੀਂ ਰਹੇ ਨਾ, ਅਸੀਂ ਨਜਿੱਠ ਸਕਦੇ ਹਾਂ। ਮੀਡੀਆ ਦਾ ਜਾਂ ਜਿਹੜੇ ਚੈਨਲ ਹੈ, ਨਜਿੱਠਣਾ ਤਾਂ ਜੁਡੀਸ਼ਰੀ ਏਜੰਸੀਜ਼ ਦਾ, ਹਾਂ ਪੁਲਿਸ ਨੇ ਨਜਿੱਠਣਾ। ਯੈਸ, ਉਹਨਾਂ ਨੇ ਇਨਕੁਆਇਰੀ ਕਰਨੀ ਹੈ। ਅਸੀਂ ਤੇ ਬਾਰ-ਬਾਰ ਦੇਖ ਕੇ ਹੈਰਾਨ ਹੁੰਦੇ ਆ ਕਿ ਮਤਲਬ ਇੰਨੀਆਂ ਉਮਰਾਂ ਹੋ ਗਈਆਂ ਤੁਹਾਡੀਆਂ, ਸਾਰੀਆਂ ਉਮਰਾਂ ਤੁਸੀਂ ਹੰਢਾ ਲਈਆਂ, ਆਹ ਸਿੱਖਿਆ ਜੇ ਤੁਸੀਂ, ਔਰ ਆਹ ਤੁਸੀਂ ਅੱਗੇ ਸਿਖਾਓਗੇ ਸਾਨੂੰ ਬੱਚਿਆਂ ਨੂੰ? ਕੀ ਤੁਸੀਂ ਸਿੱਖਿਆ ਜਿਹੜੀ ਕੀ ਕਵਾਂਗੇ ਆਹ ਸਾਡੇ ਲੀਡਰ ਨੇ ਇਹੋ ਜਿਹੇ ਕੰਮ ਕਰਨ ਵਾਲੇ? ਉਹ ਕੋਈ ਭਾਂਜਾ ਦਲੇਰ ਬਣਿਆ ਫਿਰਦਾ ਤੇ ਕੋਈ ਭਤੀਜਾ ਦਲੇਰ ਬਣਿਆ ਫਿਰਦਾ, ਮਤਲਬ ਮਾਮੇ ਦੇ ਕੰਨਾਂ 'ਚ ਸੋਨੇ ਦੀਆਂ ਨੱਤੀਆਂ ਤੇ ਭਦੇਵਾ ਫਿਰ ਆਕੜ। ਇਹ ਤਾਂ ਆ ਪੰਗੇ ਹੋ ਗਏ। ਇਹੀ ਹੈ, ਮਤਲਬ ਤੁਹਾਡੀ ਆਪਣੀ ਕੁਆਲੀਫਿਕੇਸ਼ਨ ਕੀ ਹੈ? ਕੁਟੰਬਵਾਦ ਆ ਜਿਹਦੇ ਚ ਪਰਿਵਾਰ ਨੂੰ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਪਤਾ ਨਹੀਂ ਅੱਜ ਤੱਕ ਫੜੇ ਗਏ ਆ, ਪਤਾ ਲੱਗ ਰਿਹਾ ਪਹਿਲੋਂ ਕਿਸ ਪਾਸ ਤੋਲਦੀ ਰਹੀ, ਕੀ ਕੁਝ ਹੁੰਦਾ ਰਿਹਾ। ਤੁਸੀਂ ਵੋਟਾਂ ਪਾਉਂਦੇ ਜੇ, ਫਿਰ ਚਿੰਤਾ ਮੁਕਤ ਹੋ ਜਾਂਦੇ, ਵੋਟਾਂ ਪਾਤੀਆਂ, ਪਰ ਉਹਦੇ ਬਾਅਦ ਜਿਹੜਾ ਪਰਿਵਾਰਵਾਦ ਉਹਨਾਂ ਦਾ, ਜਿਹੜਾ ਉਹਨਾਂ 'ਚ ਪੈਸਾ ਜਾਂਦਾ, ਉਹ ਤਾਂ ਉਹਨਾਂ ਤੇ ਫਿਰ ਗੱਡੀਆਂ ਆ ਜਾਂਦੀਆਂ, ਉਹਨਾਂ ਕੋਲ ਵੱਡੀਆਂ ਬਿਲਡਿੰਗ ਬਣ ਜਾਂਦੀਆਂ, ਉਹਨਾਂ ਕੋਲ ਜ਼ਮੀਨਾਂ ਆ ਜਾਂਦੀਆਂ। ਕਰਦੇ ਕਰਾਂਦੇ ਕੱਖ ਨਹੀਂ ਨਾ। ਇਹਨਾਂ ਨੂੰ ਪੁੱਛੋ ਇਹਨਾਂ ਦੇ ਭਤੀਜੇ ਤੇ ਭਾਣਜੇ ਕਰਦੇ ਕੀ ਨੇ? ਇਹ ਦਲਾਲੀਆਂ ਖਾਨ ਨੂੰ ਰੱਖੇ ਹੋਏ ਨੇ, ਕਮਿਸ਼ਨਾਂ ਖਾਨ ਨੂੰ ਰੱਖੇ ਹੋਏ ਨੇ। ਮਤਲਬ ਆ ਕੰਮ ਨੇ। ਆ ਜਿਹੜੇ ਵੱਡੇ ਵੱਡੇ ਲੀਡਰ ਨੇ ਨਾ, ਇਹਨਾਂ ਦੇ ਨਾਲ ਜਿਹੜੇ ਉੱਚੇ ਕੱਪੜੀਏ ਦਾਇਆ ਬਾਇਆ ਚਮਚੇ ਕੜਛੇ ਤੁਰੇ ਫਿਰਦੇ ਨੇ, ਇਹਨਾਂ ਨੇ ਲੁੱਟ ਇੰਨੀ ਮਚਾ ਰੱਖੀ। ਮਤਲਬ ਇਹੀ ਨਹੀਂ ਮਾਣ ਹੈਗੇ, ਉਹ ਵੀ ਫੋਕੇ ਚੌਧਰੀ ਹੁੰਦੇ ਨਾ, ਫੋਕੇ ਚੌਧਰੀ। ਆਓ ਜੀ ਤੁਹਾਡਾ ਕੰਮ ਕਰਾ ਦਾਂਗੇ ਜੀ, ਮਿਨਿਸਟਰ ਸਾਹਿਬ ਨੂੰ ਮਿਲਵਾ ਦਾਂਗੇ ਜੀ। ਤੂੰ ਕੌਣ ਹੈ ਬਾਈ? ਤੇਰੀ ਕੁਆਲੀਫਿਕੇਸ਼ਨ ਕੀ? ਕੌਣ ਹੈਗਾ ਤੂੰ? ਅੱਗੇ ਨਹੀਂ ਪਿੱਛੇ ਨਹੀਂ, ਬਸ ਐਵੇਂ ਘੜਮ ਚੌਧਰੀ ਤੁਰੇ ਜਾਂਦੇ, ਫੋਟੋ ਖਿਚਵਾ ਲੈਂਦੇ ਆ ਨਾ, ਜਦੋਂ ਆਦੇ ਮੰਤਰੀ ਸਾਹਿਬਾਂ ਤਾਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ, ਮੁੜ ਕੇ ਲੋਕਾਂ ਨੂੰ ਦੱਸਦੇ ਆ। ਉਹ ਲੋਕ ਵਿਚਾਰੇ ਬੇਕਸੂਰ ਜਿਹੜੇ ਸ਼ਰੀਫ ਲੋਕ ਆ ਨਾ, ਬਿਲਕੁਲ ਸਹੀ ਗੱਲ ਹੈ। ਚਲੋ ਜੀ ਇਹਨਾਂ ਤੇ ਸੁਖਬੀਰ ਬਾਦਲ ਜੀ ਨਾਲ ਜੱਫੀ ਪਾ ਕੇ ਫੋਟੋ ਖਿਚਵਾਈ, ਬਹੁਤ ਵੱਡੀ ਗੱਲ ਆ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਬੈਠੇ ਆ। ਉਹ ਗੱਲਾਂ ਜਿਹੜੀਆਂ ਨਾ ਲੋਕਾਂ ਨੂੰ ਬੜੇ ਭੱਬਲ ਭੂਸੇ 'ਚ ਪਾਉਂਦੀਆਂ। ਉਸੇ ਕਰਕੇ ਉਹ ਆਉਂਦੇ ਵੀ ਜਿਹੜੇ ਮਰਜ਼ੀ ਬੱਚੇ ਨੂੰ ਤੁਸੀਂ ਅੱਗੇ ਲੈ ਆਓ, ਅਸੀਂ ਉਹਨੂੰ ਜੌਬ ਦੇ ਦਾਂਗੇ। ਆਹ ਦੇਖੋ ਜੀ ਸਾਡੇ ਨਾਲ ਤਾਂ ਗੱਲਬਾਤ ਹੁੰਦੀ ਹੈ, ਸਾਡੇ ਨਾਲ ਤਾਂ ਉਹਨਾਂ ਦੀ 2-4 ਦਿਨਾਂ 'ਚ ਕੋਈ ਨਾ ਕੋਈ ਗੱਲਬਾਤ ਹੁੰਦੀ ਆ। ਵੇਖੋ ਆ ਕੇ ਇੱਥੇ ਬੈਠੇ ਸਾਡੇ ਨਾਲ। ਪਰ ਹੁਣ ਮੰਤਰੀ ਜਾਂ ਜਿਹੜੇ ਹੈੱਡ ਨੇ ਪਾਰਟੀ ਦੇ, ਉਹ ਕੀ ਕਰਨ? ਫੋਟੋ ਨਾ ਖਿਚਾਉਣ ਲੋਕਾਂ ਨਾਲ। ਮੈਂ ਕਹਿੰਦਾ ਫੋਟੋ ਤਾਂ ਖਿਚਾਉਣੀ ਪਊ, ਪਰ ਸੋਸ਼ਲ ਮੀਡੀਆ ਨੇ, ਫੋਟੋਗ੍ਰਾਫੀ ਨੇ, ਜਿਹੜਾ ਬਾਕੀ ਜਿਹੜੇ ਵੀਡੀਓ ਬਣ ਕੇ ਜਾਂਦੀਆਂ WhatsApp ਤੇ ਰਾਹੀਂ ਜਾ ਰਹੀਆਂ ਹੈ ਨਾ, ਜਾਂ ਜਿਹੜੇ ਉਹਦੇ 'ਤੇ Facebook ਤੇ ਜਾ ਰਹੀਆਂ, ਉਹਨਾਂ ਨੇ ਲੋਕਾਂ ਨੂੰ ਕਮਲਿਆਂ ਕਰ ਦਿੱਤਾ। ਉਹਦੇ ਨਾਲ ਹੀ ਸਾਰਾ ਕੁਝ ਉਲਟ ਪਾਸੇ ਵੱਲ ਦਿਸ਼ਾ। ਜਿਹੜੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਪੰਜਾਬ ਨੂੰ ਅਸੀਂ ਭ੍ਰਸ਼ਟਾਚਾਰ ਮੁਕਤ ਕਰ ਦਿੱਤਾ, ਐਡੀਆਂ ਵੱਡੀਆਂ ਲੱਖਾਂ ਦੀਆਂ ਐਡਸ ਦਿੰਦੇ ਪਏ ਹੋ ਤੁਸੀਂ ਦੂਸਰੀਆਂ ਸਟੇਟ ਦੇ ਵਿੱਚ, ਇੱਥੇ ਆ ਕੇ ਜਵਾਬ ਦਿਓ। ਜਿਹੜੇ ਇਹਨਾਂ ਦੇ ਆਪਣੇ ਮਿਨਿਸਟਰ ਨੇ, ਸਿੰਗਲਾ ਸਾਹਿਬ ਜਿਹੜੇ ਸਿਹਤ ਮੰਤਰੀ, ਅੰਦਰ ਕੀਤੇ ਹੋਏ ਨੇ, ਨਾ ਤਾਂ ਉਹਨਾਂ ਨੂੰ ਪਾਰਟੀ 'ਚ ਕੱਢਿਆ, ਉਹ ਪਾਰਟੀ 'ਚ ਹਜੇ ਸਟਿਲ ਹੈਗੇ ਨੇ, ਬਰਕਰਾਰ ਹੈਗੇ, ਤੇ ਉਹਨਾਂ ਦੇ ਖਿਲਾਫ ਕੋਈ ਮਾਮਲਾ ਵੀ ਪ੍ਰੂਵ ਨਹੀਂ ਹੋ ਸਕਿਆ। ਜ਼ਮਾਨਤ ਮਿਲ ਗਈ ਉਹਨਾਂ ਨੂੰ ਤੇ ਤਾਂ ਕੋਈ ਰੌਲਾ ਹੀ ਨਹੀਂ ਗਾ। ਉਹਨੇ ਤਾਂ ਕਹਿਤਾ ਕਿ ਮੈਂ ਪ੍ਰੂਵ ਕਰੂੰਗਾ ਕਿ ਮੈਨੂੰ ਕਿਸ ਰਾਜਸੀ ਰੰਜਿਸ਼ ਨਾਲ ਅੱਗੇ ਲਾਇਆ ਗਿਆ। ਹੁਣ ਦੇਖੋ ਇਹ ਜਾਂਚ ਜੇ ਗੱਲ ਹੈਗੀ ਆ, ਅਸੀਂ ਨਿਰਪੱਖ ਤੌਰ ਤੇ ਗੱਲ ਕਰਦੇ ਹਾਂ ਆਪਣੇ ਦਰਸ਼ਕਾਂ ਦੇ ਸਾਹਮਣੇ ਕਿ ਜੇ ਇਹਨਾਂ ਨੇ ਅੱਜ ਜਿਹੜੀ ਜਾਂਚ ਕਮੇਟੀ ਬਿਠਾ ਦਿੱਤੀ ਆ, ਖਿਲਜੀਆਂ ਲਈ ਔਰ ਧਰਮਸੋਤ ਲਈ ਵੀ ਬਣਾਤੀ, ਜਿਹੜੇ ਫੋਰੈਸਟ ਮਿਨਿਸਟਰ ਆ ਉਹਨਾਂ ਲਈ ਵੀ ਬਣਾਤੀ ਇਹਨਾਂ ਜਾਂਚ ਕਮੇਟੀ, ਪਰ ਇਹਨਾਂ ਦੇ ਆਪਣੇ ਵਿੱਚ ਕੀ ਹੋ ਰਿਹਾ? ਇਹੀ ਜਿਹੜਾ ਮਸਲਾ ਵਾ ਪੰਜਾਬ 'ਚ, ਜਿੱਥੇ ਇੱਥੇ ਹੋਇਆ ਜਿਹੜਾ ਹੁਣ ਇਹਨਾਂ ਨੇ ਹੋਇਆ ਸਿਹਤ ਮੰਤਰੀ ਦੇ ਲਈ, ਉਹਨਾਂ ਦਾ ਕਰ ਲਓ, ਸਿੰਗਲਾ ਦੇ ਲਈ ਹੋਇਆ, ਵੇਖੋ ਕਿੱਡਾ ਵੱਡਾ ਮਸਲਾ ਹੋਇਆ, ਕਿੰਨਾ ਕਮਿਸ਼ਨ ਦਾ ਹੋਇਆ, ਕੀ ਰੌਲਾ ਪਿਆ। ਉਹੀ ਸੇਮ ਸਿਹਤ ਮੰਤਰੀ ਦਿੱਲੀ ਗ੍ਰਿਫਤ 'ਚ ਆ ਗਿਆ, ਉਹ ਫੜਿਆ ਗਿਆ। ਹੁਣ ਆਪ ਵੀ ਤੇ ਇਸ ਗੱਲੋਂ ਪਾਸਿਓਂ ਕੋਈ ਬਹੁਤੀ ਨਿਰਪੱਖ ਤੌਰ ਤੇ ਨਹੀਂ ਚੱਲ ਰਹੀ। ਇਹਨਾਂ 'ਚ ਵੀ ਉਹੀ ਕਪੜੇ ਆ, ਉਹੀ ਦੂਜੀਆਂ ਸਰਕਾਰਾਂ 'ਚ। ਇਹ ਉਂਗਲ ਉੱਚੀ ਕਰਕੇ ਕਿੱਦਾਂ ਕਹਿ ਦੇਣਗੇ ਕਿ ਯਾਰ ਆ ਤੁਹਾਡੀ ਪਾਰਟੀ ਨੇ ਬੇੜਾਗਰ ਕਰਤਾ ਲੋਕਾਂ ਦਾ, ਜਨਤਾ ਤੁਹਾਡੇ ਤੋਂ ਨਾਰਾਜ਼ ਹੈਗੀ ਆ। ਇਹਨਾਂ ਦੇ ਆਪਸੀ ਵੀ ਉਹੀ ਗੇਮ ਹੋ ਰਹੀ ਹੈ, ਇਹਨਾਂ ਦੀ ਗਰਾਊਂਡ 'ਚ ਉਹੀ ਨਾਚ ਹੋ ਰਿਹਾ, ਉਹੀ ਡਾਂਸ ਹੋ ਰਿਹਾ। ਉਹੀ ਗੱਲ ਹੈ ਨਾ। ਹੁਣ ਜੇ ਇਹ ਸਿੰਗਲਾ ਸਾਹਿਬ ਦੇ ਖਿਲਾਫ ਕੁਝ ਵੀ ਨਾ ਸਬੂਤ ਹੋਏ, ਕੁਝ ਵੀ ਨਾ ਪ੍ਰੂਵ ਕਰ ਸਕੇ, ਤਾਂ ਫਿਰ ਜਿਹੜੀ ਉਹ ਵੀਡੀਓ ਜਾਰੀ ਕੀਤੀ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਔਰ ਵੀਡੀਓ ਦੇ ਰਾਹੀਂ ਬਰਖਾਸਤ ਕੀਤਾ ਸੀ ਉਹਨਾਂ ਨੂੰ, ਕੀ ਜਵਾਬ ਦੇਣਗੇ ਜੇ ਨਾ ਕੁਝ ਲੱਭਾ ਉਹਨਾਂ ਦੇ ਖਿਲਾਫ? ਇਹ ਤਾਂ ਕਹਿੰਦੇ ਨੇ ਕਿ ਮੈਂ ਪਰਸਨਲ ਤੌਰ ਤੇ ਵੀ ਉਹਨਾਂ ਨੂੰ ਪੁੱਛਗਿੱਛ ਕੀਤੀ ਹੈ, ਇਹ ਮੈਨੂੰ ਪਤਾ ਸੀ ਤੇ ਉਹਨਾਂ ਨੂੰ ਪਤਾ ਸੀ, ਮੀਡੀਆ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਸੀ। ਜੇ ਮੈਂ ਗੱਲ ਨੂੰ ਬਾਹਰ ਨਾ ਲੈ ਕੇ ਆਉਂਦਾ, ਅੰਦਰ ਹੀ ਦੱਬ ਦਿੰਦਾ, ਤਾਂ ਫਿਰ ਮੈਂ ਦੇਖੋ ਸਭ ਦੇ ਸਾਹਮਣੇ ਉਜਾਗਰ ਕੀਤੀ। ਇਸੇ ਗੱਲ ਨੂੰ ਨਾ ਲੋਕਾਂ ਤੱਕ ਪਹੁੰਚਾਇਆ ਸੀ ਸੁਖਪਾਲ ਖਹਿਰਾ ਜੀ ਨੇ। ਸੁਖਪਾਲ ਖਹਿਰਾ ਨੇ ਕਿਹਾ ਸੀਗਾ ਕਿ ਜੇ ਵੀਡੀਓ ਜ਼ਾਹਰ ਕੀਤੀ ਆ, ਉੱਥੇ ਬਾਕੀ ਲੋਕ ਕੌਣ ਹੈਗੇ? ਕੱਲਾ ਮੁੱਖ ਮੰਤਰੀ ਕਹਿ ਰਿਹਾ, ਬਾਕੀ ਦਾ ਦਾਇਰਾ ਜਿਹੜਾ ਵਜ਼ਾਰਤ ਹੈਗੀ ਹੈ, ਲੋਕ ਕਿੱਥੇ ਬੈਠੇ ਨੇ, ਤੁਸੀਂ ਆਉਂਦਾ ਆਪੋ ਵਿੱਚ ਗੱਲ ਕਰ ਲਈ। ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਕਹੀ, ਔਰ ਟਵੀਟਸ ਵੀ ਕੀਤਾ ਉਹਨਾਂ ਨੇ। ਔਰ ਕੇਜਰੀਵਾਲ ਸਾਹਿਬ ਵਧਾਈ ਦਿੰਦੇ ਪਏ ਨੇ ਕਿ ਤੁਸੀਂ ਆਪਣੇ ਮਿਨਿਸਟਰ ਨੂੰ ਬਰਖਾਸਤ ਕਰਕੇ ਅੰਦਰ ਕਰ ਦਿੱਤਾ, ਵਧਾਈ ਦੇ ਪਾਤਰ ਹੋ, ਤੁਸੀਂ ਕਰਪਸ਼ਨ ਖਤਮ ਕਰਦੇ ਪਏ ਹੋ। ਹੁਣ ਪੁਆਇੰਟ ਇਹ ਆ, ਜੇ ਸਿੰਗਲਾ ਸਾਹਿਬ ਦੇ ਖਿਲਾਫ ਕੁਝ ਵੀ ਪ੍ਰੂਵ ਨਾ ਹੋਇਆ ਤੇ ਫਿਰ ਸੁਪਰੀਮੋ ਕੇਜਰੀਵਾਲ ਸਾਹਿਬ ਕੀ ਕਹਿਣਗੇ ਤੇ ਮਾਨ ਸਾਹਿਬ ਕੀ ਕਹਿਣਗੇ? ਨਹੀਂ ਹੋ ਸਕਦਾ ਜੇ ਇਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਨਾ, ਇਹਦਾ ਮਤਲਬ ਸੀਰੀਅਸ ਕੇਸ ਨਹੀਂ ਹੈਗਾ। ਜ਼ਮਾਨਤ ਨਹੀਂ ਮਿਲੀ, ਜ਼ਮਾਨਤ ਮਿਲ ਗਈ ਇਹਨਾਂ ਨੂੰ। ਇਹੀ ਗੱਲ ਜਿਹੜੀ ਬਿਕਰਮਜੀਤ ਮਜੀਠੀਆ ਹੋਰਾਂ ਨੂੰ ਜ਼ਮਾਨਤ ਨਹੀਂ, 2 ਵਾਰੀ ਇਹਨਾਂ ਨੇ ਅਪਲਾਈ ਕੀਤਾ, ਨਹੀਂ ਮਿਲੀ, ਉਹਨਾਂ ਦਾ ਮਸਲਾ ਵੱਧਦਾ ਜਾ ਰਿਹਾ। ਇਹ ਵੀ ਇੱਕ ਖਬਰ ਹੈਗੀ ਆ। ਮੈਂ ਇਸ ਕਰਕੇ ਕਰ ਰਿਹਾ
ਕਿ ਆਪਾਂ ਕਹਿ ਰਹੇ ਆ ਨਾ ਕਿ ਜੇ ਆਪ ਹੈਗੀ ਆ, ਆਪ ਦੇ ਵਿੱਚੋਂ ਇਹਨਾਂ ਦੇ ਸਿੰਗਲਾ ਜੀ ਆ ਗਏ ਆ, ਹੈ ਨਾ, ਕਾਂਗਰਸ ਵੱਲੋਂ ਧਰਮਸੋਤ ਜੀ ਆ ਗਏ ਆ, ਖਿਲਜੀਆਂ ਜੀ ਆ ਗਏ ਆ, ਇਹ ਹੁਣ ਆਂਦੇ ਬਰਾਬਰ ਬਰਾਬਰ ਚੱਲੀਏ ਉਸੇ ਤਰ੍ਹਾਂ ਹੀ ਕਿ ਅਸੀਂ ਪਿੱਛੇ ਨਾ ਰਹਿ ਜਾਈਏ। ਅਕਾਲੀ ਦਲ 'ਚ ਬਿਕਰਮਜੀਤ ਮਜੀਠੀਆ ਜੀ ਦਾ ਨਾਮ ਲੱਗ ਰਿਹਾ, ਹੁਣ ਪ੍ਰੂਵ ਹੁੰਦਾ ਨਹੀਂ ਹੁੰਦਾ ਜੋ ਵੀ ਹੈਗਾ, ਪਰ ਇਸ ਵੇਲੇ ਜੁਡੀਸ਼ਰੀ ਦੇ ਅੰਡਰ ਤਾਂ ਹੈਗਾ, ਅੰਡਰ ਪ੍ਰੋਸੈਸ ਹੈਗਾ, ਉਹ ਕੇਸ ਚੱਲ ਰਿਹਾ, ਜ਼ਮਾਨਤ ਨਹੀਂ ਉਹਨਾਂ ਨੂੰ ਮਿਲੀ। ਔਰ ਦੂਜੇ ਪਾਸੇ ਦੇਖੋ ਜਿਹੜੇ ਬਾਬੇ ਨੇ, ਜਿਹੜੇ ਬਾਬਾ ਰਾਮ ਰਹੀਮ ਬਾਬੇ ਆ, ਜਿਨ੍ਹਾਂ ਨੂੰ ਸਰਸਾ ਵਾਲੇ ਮੰਨਦੇ ਆ ਬਾਬੇ, ਅਸੀਂ ਚਲੋ ਬਾਬੇ ਕਹਾਂਗੇ, ਜਿਹੜੇ ਅਨਿਆਈ ਉਹਨਾਂ ਨੇ ਜਦੋਂ ਆਏ ਉੱਥੋਂ 3 ਵਾਰੀ ਉਹ ਉੱਥੋਂ ਆ ਗਏ, ਉਹਨਾਂ ਨੂੰ ਉਮਰ ਕੈਦ ਹੋਈ ਆ, ਉਹਦੇ 'ਚ ਸਾਰਾ ਕੁਝ ਹੋਇਆ, ਕਿੰਨਾ ਸੰਗੀਨ ਮਾਮਲਾ। ਤਾਂ ਜੁਡੀਸ਼ਰੀ ਕੀ ਕਰ ਰਹੀ ਆ? ਵਨਰੇਬਲ ਜੁਡੀਸ਼ਰੀ ਕਰ ਰਹੀ ਆ। ਪ੍ਰਾਈਵੇਟ ਲੋਕ ਜਿਹੜੇ ਸਾਡੀ ਜਨਤਾ ਤੇ ਨੇਤਾ ਕੀ ਕਰ ਰਹੇ ਆ? ਉਹ ਕਦੋਂ ਆਉਂਦੇ ਆ? ਐਨ ਜਦੋਂ ਇਸ ਵੇਲੇ ਝੁਕਿਆ ਛਾਪਾਂ ਦਾ ਇਲੈਕਸ਼ਨ ਦਾ, ਉਦੋਂ ਆਉਂਦੇ ਇੱਥੇ ਪੰਜਾਬ 'ਚ ਪੈਰ ਰੱਖਦੇ ਆ, ਜਿਹੜੀ ਜੇਲ੍ਹ ਤੋਂ ਬਾਹਰ। ਹੁਣ ਇਹ ਦੇਖੋ ਕੀ ਡਰਾਮਾ, ਉਹ ਤੁਹਾਡੇ ਵਾਲੀ ਗੱਲ ਉੱਥੇ ਆਣ ਕੇ ਡਿੱਗਦੀ ਆ ਕਿ ਇੰਟਰਟੇਨਮੈਂਟ ਜਿਹੜਾ ਤੁਹਾਡੇ 'ਚ ਉਹੀ ਹੈ, ਮਨੋਰੰਜਨ ਹੀ ਆ। ਜਦੋਂ ਕਿ ਜਿਹੜੇ ਆਮ ਬੰਦੇ ਮੈਂ ਗੱਲ ਕਰ ਰਿਹਾ, ਜਿਹੜੇ ਆਮ ਲੋਕਾਂ 'ਤੇ ਚੱਲ ਰਹੀ ਆ ਕੇਸ, ਉਹਨਾਂ ਨੂੰ ਕਦੀ ਪੈਰੋਲ ਕਦੀ ਨਹੀਂ ਮਿਲਦੀ। ਜਿਹੜਾ 20 ਸਾਲ ਦਾ ਜਿਹੜੇ ਉਹਨਾਂ ਦੀ ਅਪੀਲ ਵੀ ਨਹੀਂ ਹੁੰਦੀ, ਉਦੋਂ ਉਹ ਵਿਚਾਰੇ ਅੰਦਰ। ਜਿੱਥੇ ਸੰਗੀਨ ਮਾਮਲੇ ਆ, ਜਿੱਥੇ ਰੇਪ ਦੇ ਮਾਮਲੇ ਆ, ਜਿੱਥੇ ਮਰਡਰ ਦੇ ਮਾਮਲੇ ਆ, ਜਿੱਥੇ ਮੀਡੀਆ ਇੰਨਾ ਬੋਲਿਆ, ਜਿਹਦੇ 'ਤੇ ਉਹਦੀ ਫੜੋ ਫੜੀ ਕਿੱਦਾਂ ਦੀ ਹੋਈ, ਉਹ ਫਿਰ ਬਾਹਰ ਆ ਜਾਂਦੇ ਆ। ਮਾਂ ਨੂੰ ਮਿਲਣ ਆ ਰਿਹਾ, ਮੰਨ ਲਿਆ ਚਲੋ ਆ ਰਿਹਾ, ਮਦਰ ਨੂੰ ਆ ਰਿਹਾ, ਇਲੈਕਸ਼ਨ 'ਤੇ ਆ ਰਹੇ ਆ, ਫਿਰ ਉਹਨਾਂ ਦੇ ਅਨਿਆਈਆਂ ਨੂੰ ਰੌਲਾ ਪੈ ਗਿਆ ਤੇ ਸਾਡੇ ਪਿਤਾ ਹੀ ਨਹੀਂ, ਸਾਡੇ ਤੇ ਸਾਡੇ ਗੁਰੂ ਨਹੀਂ, ਸਾਡੇ ਇਹਦੇ ਪੈਰ ਦੇਖੋ, ਇਹਦੀਆਂ ਉਂਗਲੀਆਂ ਦੇਖੋ, ਆ ਕੀ ਇਹ ਦੇਖੋ। ਫਿਰ ਇੰਟਰਟੇਨਮੈਂਟ ਤੁਹਾਡੇ ਵਾਲੀ ਗੱਲ, ਫਿਰ ਜਿਹੜੀ ਪੋਲੀਟਿਕਸ ਹੈ ਫਿਰ ਇੰਟਰਟੇਨਮੈਂਟ 'ਤੇ ਆ ਜਾਂਦੀ ਹੈ ਕਿ ਇਹਦੇ ਵਿੱਚ ਕੀ ਫੈਕਟ ਹੈਗਾ, ਕੀ ਸੱਚਾਈ ਹੈਗੀ, ਕੁਝ ਨਹੀਂ ਜਾਣਦੇ। ਉਹ ਜੀ ਅਸਲੀ ਵਾਲੇ ਜੀ ਰਾਜਸਥਾਨ ਲੈ ਕੇ ਚਲੇ ਗਏ ਨੇ, ਅਗਵਾ ਹੋ ਗਏ ਨੇ, ਇਹ ਨਕਲੀ ਬੰਦਾ ਅੰਦਰ ਕੀਤਾ ਹੋਇਆ। ਅਜੇ ਤੱਕ ਉਹ ਚਰਚਾ ਚੱਲ ਰਹੀ ਹੈ, ਤੱਕ ਚਰਚਾ ਚੱਲਦੀ ਪਈ ਹੈ। ਉਹ ਹਾਈ ਕੋਰਟ 'ਚ ਉਹਨਾਂ ਨੇ ਜੇ ਮੈਂ ਉਸੇ ਪੁਆਇੰਟ ਤੇ ਆਉਣਾ, ਇਹ ਫਿਰ ਲੋਕਾਂ ਦੇ ਵਿੱਚ ਵਾਹ ਖੱਟਣ ਵਾਸਤੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਗੱਲ ਕੀਤੀ ਕਿ ਸਿੰਗਲਾ ਸਾਹਿਬ ਨੂੰ ਅੰਦਰ ਕਰ ਦਿੱਤਾ। ਜੇ ਉਹਨਾਂ ਦੇ ਖਿਲਾਫ ਕੁਝ ਪ੍ਰੂਵ ਹੀ ਨਹੀਂ ਹੁੰਦਾ ਪਿਆ, ਦੈਨ ਵਾਟ? ਇਹਨਾਂ ਕਿਹਾ ਕਿ ਭਾਈ ਆਪਣਾ ਮੰਤਰੀ ਅੰਦਰ ਲਟਕਾਤਾ, ਅੰਦਰ ਇਹ ਦੱਸਣਾ ਸੀਗਾ ਲੋਕਾਂ ਦੇ ਵਿੱਚ ਵਾਹ ਤੇ ਇਹ ਉਹਨਾਂ ਦੀ ਮਾਨਹਾਨੀ ਨਹੀਂ, ਉਹਨਾਂ ਦੀ ਇੱਜ਼ਤ ਦੇ ਉੱਤੇ ਅਟੈਕ ਨਹੀਂ ਹੈਗਾ। ਮਤਲਬ ਜੇ ਬੰਦੇ ਦੇ ਖਿਲਾਫ ਕੁਝ ਹੈ ਹੀ ਨਹੀਂ ਤੇ ਤੁਸੀਂ ਇਹ ਕਰਦੇ ਕੀ ਪਏ ਹੋ? ਫਿਰ ਪ੍ਰੂਫ ਕਿਉਂ ਨਹੀਂ ਹੁੰਦਾ ਪਿਆ? ਨਹੀਂ ਹੋਇਆ ਨਹੀਂ, ਕਿਉਂਕਿ ਜ਼ਮਾਨਤ ਮਿਲ ਗਈ ਉਹਨਾਂ ਨੂੰ। ਹੁਣ ਕੇਸ ਤਰੀਕਾਂ ਪੈਣਗੀਆਂ, ਉਹਦੇ ਵਕੀਲ ਜਾਣੇ, ਤੁਸੀਂ ਦੇਖੋ ਤਰੀਕਾਂ ਪੈਂਦੀਆਂ, ਵਕੀਲ ਜਾ ਕੇ ਫਾਈਟ ਕਰਦੇ। ਕਿਹੜੇ ਪੁਆਇੰਟ ਤੇ ਲੋਗੇ? ਜਦੋਂ ਜਿੱਤੇ 92 ਵਿਧਾਇਕ ਆ ਗਏ, ਅਸੀਂ ਦਿੱਤੇ ਪੰਜਾਬ ਦੇ ਲੋਕਾਂ ਨੇ, ਜਾ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਪਏ ਹੋ ਤੁਸੀਂ ਅੰਮ੍ਰਿਤਸਰ ਦੇ ਅੰਦਰ। ਇਹ ਤੁਹਾਨੂੰ ਸ਼ੋਭਾ ਦਿੰਦਾ? ਇਹ ਤੁਹਾਡੀ ਜਿੱਤ ਹੈ, ਤੁਹਾਡੀ ਸ਼ਕਤੀ ਹੈ ਕਿ ਲੋਕਾਂ ਦੀ ਸ਼ਕਤੀ ਹੈ? ਫਿਰ ਉਸ ਤੋਂ ਬਾਅਦ ਸਹੁੰ ਚੁੱਕ ਸਮਾਗਮ, ਉੱਥੇ ਕਿੰਨਾ ਪੈਸਾ ਖਰਚ ਕਰ ਦਿੱਤਾ। ਤੇਲ ਤਾਂ ਅੱਗੇ ਨਹੀਂ ਮਿਲ ਰਿਹਾ, ਤੇ ਤੁਸੀਂ ਬੱਸਾਂ ਵੀ ਇਸਤੇਮਾਲ ਕੀਤੀ, ਤੇਲ ਜਿਹੜਾ ਉਹ ਲੋਕਾਂ ਨੂੰ ਦਿਓ, ਕਿਸਾਨਾਂ ਨੂੰ ਦਿਓ, ਤੁਹਾਨੂੰ ਕੋ ਫਸਲਾਂ ਬੀਜੋ, ਅੰਨਾ ਗਾਓ, ਹੈ ਨਾ, ਉਹ ਚ ਪੈਦਾਵਾਰ ਵਧਾਓ। ਦੇਖੋ ਫਸਲਾਂ ਕੀ ਬੀਜੋ, ਉੱਥੇ ਖੇਤ ਉਜਾੜ ਦਿੱਤੇ, ਉਹਨਾਂ ਨੂੰ ਤੁਸੀਂ ਦਿੰਦੇ ਪਏ ਹੋ ਥੋੜਾ ਬਹੁਤ ਮੁਆਵਜ਼ਾ, ਔਰ ਨਾਲ ਤੁਸੀਂ ਬੱਸਾਂ ਇਸਤੇਮਾਲ ਕਰਦੇ ਹੋ, ਲੋਕਾਂ ਨੂੰ ਕਹਿੰਦੇ ਹੋ ਤੁਸੀਂ ਆਓ, ਇੰਨਾ ਪੈਟਰੋਲ ਫੂਕ ਕੇ ਉੱਥੇ ਆਉਣ। ਪਤਾ ਨਹੀਂ ਕੁਝ ਪੱਤਰਕਾਰ ਕਹਿ ਰਹੇ ਸੀ, ਪਤਾ ਨਹੀਂ 30-40 ਲੱਖ ਦੇ ਸ਼ਾਇਦ ਪਕੌੜਿਆਂ ਦਾ ਬਿੱਲ ਆ ਗਿਆ, ਸ਼ਾਇਦ ਇਹ ਵੀ ਗੱਲਾਂ ਵਿੱਚ ਹੋਈਆਂ, ਜਿਹੜੇ ਉੱਤੇ ਪਕੌੜੇ ਲੋਕਾਂ ਨੂੰ ਖਵਾਏ ਨੇ। ਫਿਰ ਉਸ ਤੋਂ ਬਾਅਦ ਤੁਸੀਂ ਕਰਪਸ਼ਨ ਦਾ ਫ੍ਰੀ ਕਰਨ ਵਾਸਤੇ ਨੰਬਰ ਜਾਰੀ ਕੀਤਾ, ਥਾਂ ਦੇ ਉੱਤੇ ਤੁਸੀਂ ਐਡਵਰਟਾਈਜ਼ਮੈਂਟਸ ਦਿੰਦੇ ਪਏ ਹੋ ਦੂਸਰੀਆਂ ਸਟੇਟਸ ਦੇ ਵਿੱਚ ਜਾ ਕੇ। ਉੱਥੇ ਦੇਣ ਦਾ ਕੀ ਫਾਇਦਾ? ਤੁਸੀਂ ਸਿਰਫ ਆਪਣੀ ਪਾਰਟੀ ਦੀ ਪਬਲਿਸਿਟੀ ਕਰਦੇ ਪਏ ਹੋ, ਪੰਜਾਬ ਦੇ ਖਜ਼ਾਨੇ ਦੇ ਸਿਰ ਦੇ ਉੱਤੇ ਐਡਵਰਟਾਈਜ਼ਮੈਂਟਸ ਦਿੰਦੇ ਪਏ ਹੋ। ਉਹ ਪਤਾ ਕਿਉਂ ਤੇ ਕਰ ਰਹੇ ਹੋ? ਇਲੈਕਸ਼ਨ ਆ ਨਾ, ਹਿਮਾਚਲ ਦੀ ਇਲੈਕਸ਼ਨ ਆ ਗਈ, ਉੱਥੇ ਜਦੋਂ ਰੋਡ ਸ਼ੋਅ ਚੱਲਦਾ, ਉਹਨਾਂ ਨੇ ਇਹ ਗੱਲਾਂ ਕਰਨੀਆਂ, ਇਹ ਕਹਿਣਗੇ ਕਿ ਅਸੀਂ ਉੱਥੇ ਇਹ ਰਿਲੀਜ਼ ਕੀਤੀ ਆ, ਉੱਥੇ ਹੈਲਪਲਾਈਨ ਰਿਲੀਜ਼ ਕੀਤੀ ਆ, ਅਸੀਂ ਉੱਥੇ ਮੁਕੰਮਲ ਤੌਰ ਤੇ ਕਰਪਸ਼ਨ ਨੂੰ ਬੰਨ ਪਾ ਦਿੱਤਾ, ਜਦੋਂ ਕਿ ਕੋਈ ਇਦਾਂ ਦਾ ਹੈ, ਤੁਹਾਨੂੰ ਪਤਾ ਕਾਗਜ਼ਾਂ 'ਚ ਹੋਇਆ, ਖੋਖਲਾ ਦਾਵਾ ਹੈ। ਉਦੋਂ ਵੱਧ ਤੋਂ ਵੱਧ ਸਗੋਂ ਵੱਧ ਹੀ ਗਈ ਹੈ, ਘਟੀ ਨਹੀਂ ਗਈ, ਉਹਦੇ ਤੇ ਰੌਲਾ ਕੋਈ ਨਹੀਂ ਹੈਗਾ। ਫਿਰ ਇਹਨਾਂ ਨੇ ਵੀ ਕਿਹਾ ਕਿ ਅਸੀਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਰਿਕਰੂਟਮੈਂਟ ਦਿੱਤੀ ਆ, ਕੱਚੇ ਪੱਕੇ ਕਰ ਦਿੱਤੇ ਆ, ਉਹਦੇ ਤੇ ਅਸੀਂ ਇੰਨੀਆਂ ਅਨਾਉਂਸਮੈਂਟ ਕਰਤੀਆਂ, ਇੰਨੇ ਲੋਕ ਬੱਚੇ ਜਿਹੜੇ ਆ ਅਨਐਮਪਲਾਇਡ ਸੀ, ਉਹਨਾਂ ਨੂੰ ਰੁਜ਼ਗਾਰ ਦੇ ਦਿੱਤਾ। ਪਰ ਹੁਣੇ ਇੱਕ ਖਬਰ ਹੋਰ ਆਈ ਆ ਕਿ ਜਿਹਦੇ 'ਚ ਇਹਨਾਂ ਨੇ ਬਿਜਲੀ ਬੋਰਡ 'ਚ ਨਵੀਂ ਭਰਤੀ ਕੀਤੀ ਆ, ਉਹਦੇ 'ਚ ਮੈਕਸੀਮਮ ਮੁੰਡੇ ਜਿਹੜੇ ਆ ਬਾਹਰਲੇ ਸੂਬਿਆਂ 'ਚੋਂ ਆ ਰਹੇ ਆ। ਜਿੰਨੀ ਲਿਸਟ ਨਵੀਂ ਆਜ਼ਾਦ ਹੋ ਗਈ, ਉਹ ਰਾਜਸਥਾਨ ਦੇ ਮੁੰਡੇ ਆ ਜਿਹੜੇ ਐਲੀਜੀਬਲ ਤੌਰ ਤੇ ਗਿਣੇ ਗਏ ਆ। ਜਿਹੜੇ ਪੰਜਾਬ ਦੇ ਮੁੰਡੇ ਆ, ਇਹਨਾਂ ਨੂੰ ਐਲੀਜੀਬਿਲਿਟੀ 'ਚ ਜਾਂ ਇੰਟਰਵਿਊ 'ਚ ਜਾਂ ਰਿਟਨ ਟੈਸਟ 'ਚੋਂ ਪਾਸ ਨਹੀਂ ਹੋਏ, ਜੋ ਉਹਨਾਂ ਦੀ ਹੈਗੀ ਉਹਦੇ 'ਚ ਕੰਡੀਸ਼ਨ, ਉਹ ਕੰਡੀਸ਼ਨਾਂ ਦੇ ਨਹੀਂ ਪੂਰੀ ਹੋਈ, ਤਾਂ ਰਾਜਸਥਾਨ ਦੇ ਮੁੰਡੇ ਬਾਹਰਲੇ ਸੂਬਿਆਂ ਦੇ ਮੁੰਡੇ ਰੱਖੇ ਗਏ ਆ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਾਂ ਕਿ ਕਾਂਗਰਸ ਦੇ ਟਾਈਮ ਤੇ ਵਿਧਾਨ ਸਭਾ ਦੇ ਵਿੱਚ ਜਿਹੜੇ ਸੈਕਟਰੀਏਟ 'ਚ ਮੁੰਡੇ ਰੱਖੇ ਸੀਗੇ, ਉਹ ਉਹਨਾਂ ਨੇ ਆਪਣੇ ਪਰਿਵਾਰ 'ਚੋਂ ਰੱਖ ਲਏ ਸਾਰੇ। ਬਾਕੀ ਮੁੰਡੇ ਜਿਹੜੇ ਅਪਲਾਈ ਕੀਤੇ, ਉਹਨਾਂ ਨੇ ਉਹ ਝਾੜ ਤੇ ਪਰੇ ਕਰ ਦਿੱਤੇ, ਡਿਸਕਾਰਡ ਕਰ ਦਿੱਤੇ, ਉਹ ਨਹੀਂ ਆ ਸਕੇ। ਮੁੜ ਕੇ ਉਹਨਾਂ ਨੇ ਕੋਈਆਂ ਨੇ ਜਿਹੜੀ ਹੈ ਜਾਚਕਾ ਦਾਇਰ ਕੀਤੀ, ਉਹਦੇ ਵਿੱਚ ਉਹ ਅਜੇ ਤੱਕ ਵੀ ਕੇਸ ਚੱਲ ਰਿਹਾ। ਹੁਣ ਇਹ ਦੇਖੋ ਕੀ ਹੁੰਦਾ, ਆਪਾਂ ਭਾਈ ਭਤੀਜਾਵਾਦ ਨਹੀਂ ਕਵਾਂਗੇ ਤੇ ਕੀ ਕਵਾਂਗੇ
ਇਹ ਜਿਹੜੀ ਸਰਕਾਰ ਹੈ ਇਹਦੇ 'ਚ ਆਹ ਮੁੰਡੇ ਜਿਹੜੇ ਅਨਪਲਾਈਡ ਬੇਰੁਜ਼ਗਾਰ ਹੈਗੇ ਉਹ ਇੱਥੋਂ ਪੰਜਾਬ ਦਾ ਮੁੰਡਾ ਕੋਈ ਨਹੀਂ ਆਇਆ। ਅਨਾਉਂਸਮੈਂਟ ਕੀ ਹੋ ਗਈ ਵੀ ਇੰਨੀਆਂ ਭਰਤੀਆਂ ਕਰ ਲਈਆਂ, ਇੰਨੇ ਮੁੰਡੇ ਕੈਂਡੀਡੇਟ ਆ ਰਹੇ ਆ, ਇਹ ਨਹੀਂ ਦੱਸ ਰਹੇ ਵੀ ਕਿੱਧਰੋਂ ਆ ਰਹੇ ਆ। ਮੁੰਡੇ ਤਾਂ ਮੁੰਡੇ ਆ, ਪਰ ਇਹ 'ਚ ਸਾਨੂੰ ਕੋਈ ਗਲਤੀ ਨਹੀਂ ਲੱਗਦੀ। ਜੇ ਰਾਜਸਥਾਨ ਦੇ ਆ ਸਾਡੇ ਲਈ ਤਾਂ ਉਹੀ ਰਾਜਸਥਾਨ ਸਾਡੇ ਆਪਣੇ ਹੀ ਲੋਕ ਦੇ ਬੱਚੇ ਨੇ, ਪਰ ਫਿਰ ਪ੍ਰਾਇੋਰਟੀ ਤੇ ਬਣਦੀ ਹੈ ਸਾਡੇ ਮੁੰਡਿਆਂ ਨੂੰ ਰਾਜਸਥਾਨ ਕਿਉਂ ਨਹੀਂ ਦਿੰਦਾ। ਨੰਬਰ 2 ਦੂਜੀ ਡੋਮਿਸਾਈਲਕ ਹੁੰਦਾ, ਉੱਥੋਂ ਦਾ ਵਸਨੀਕ ਦਾ ਇੱਕ ਸਰਟੀਫਿਕੇਟ ਹੁੰਦਾ, ਉਹ ਕਿੱਥੇ ਗਿਆ। ਜਦੋਂ ਤੁਸੀਂ ਬਾਹਰ ਲਾਓਗੇ ਨਾ, ਹਿਮਾਚਲ 'ਚ ਨੌਕਰੀ ਨਹੀਂ ਲਾਓਗੇ, ਜੇ ਲਾਓਗੇ ਤਾਂ ਉੱਥੋਂ ਦਾ ਡੋਮਿਸਾਈਲ ਲਾਓਗੇ। ਇੱਥੇ ਵੀ ਤੁਹਾਨੂੰ ਦੇਣਾ ਪਊਗਾ, ਕਿਹੜੇ ਪਿੰਡੋਂ ਆ ਜੇ, ਕਿਹੜਾ ਐਡਰੈਸ ਤੁਹਾਡਾ, ਆਧਾਰ ਕਾਰਡ ਨੰਬਰ ਹੈਗਾ, ਉਹ ਸਾਰਾ ਕੁਝ ਤੁਹਾਨੂੰ ਹੋਏਗਾ। ਹੁਣ ਦੇਖੋ ਜਿਹੜੀਆਂ ਸਾਡੀਆਂ ਇੱਥੇ ਮਿਨਿਸਟਰੀਆਂ ਨੇ, ਜੀ ਆਮ ਆਦਮੀ ਪਾਰਟੀ ਜਦੋਂ ਵਜ਼ਾਰਤ ਵਿੱਚ ਹੈ, ਮਿਨਿਸਟਰੀਆਂ ਨੇ, ਹਰ ਮਿਨਿਸਟਰੀ ਦੇ ਵਿੱਚ ਦਿੱਲੀ ਦਾ ਬੰਦਾ ਬਿਠਾਇਆ ਹੋਇਆ ਹਿਦਾਇਤਾਂ ਦੇਣ ਵਾਸਤੇ ਕਿ ਬਈ ਇੱਥੋਂ ਦੇ ਲੋਕਾਂ ਨੂੰ ਕੰਮ ਕਰਨਾ ਨਹੀਂ ਹੁੰਦਾ, ਇਹ ਸਭ ਕੁਝ ਦਿੱਲੀ ਤੋਂ ਕੰਟਰੋਲ ਹੋਣਾ ਹੈ। ਫਿਰ ਤੁਸੀਂ ਲਿਆ ਕੇ ਇਹ ਐਡਵਾਈਜ਼ਰੀ ਕਮੇਟੀ ਬਿਠਾ ਦਿੱਤੀ ਹੈ, ਠੀਕ ਹੈ ਨਾ, ਔਰ ਉਹਦੇ ਵਿੱਚ ਵੀ ਆਪਣੇ ਬੰਦੇ ਤੁਸੀਂ ਫਿੱਟ ਕੀਤੇ ਨੇ। ਹੁਣ ਤੁਸੀਂ ਸਾਰਾ ਕੰਟਰੋਲ ਆਪਣੇ ਹੱਥ 'ਚ ਰੱਖਣਾ ਹੈ। ਚਲੋ ਇਹ ਵੇਖੋ ਪੰਜਾਬ ਦਾ ਇਹਦੀ ਬੰਤਰ ਬਣੀ, ਕਿਉਂਕਿ ਇਹਦੀ ਬੰਤਰ ਬਣੀ ਹੈ। ਤੇਲ ਵੇਖੋ, ਤੇਲ ਦੀ ਧਾਰ ਵੇਖੋ, ਜੇ ਇੱਥੇ ਕ੍ਰਿਟਿਸਾਈਜ਼ ਇੱਥੇ ਬਹੁਤ ਨਹੀਂ ਹੋ ਗਿਆ, ਵਾਪਸ ਲੈਣਾ ਪੈਣਾ ਜਿੱਥੋਂ ਤੱਕ ਲੱਗਦਾ ਪਿਆ, ਆਲੋਚਨਾ ਬਹੁਤ ਹੋ ਗਈ ਆ। ਇਹ ਤਾਂ ਪਤਾ ਹੀ ਆ ਹੁਣ, ਇਹ ਗੱਲ ਜਿੱਥੋਂ ਤੱਕ ਹੋ ਗਈ ਆ ਠੰਡੇ ਵਸਤੇ 'ਚ ਪਈ ਆ। ਜੋ ਵੀ ਹੈਗਾ ਕਿ ਐਕਸ਼ਨ ਕੀ ਹੁੰਦਾ ਉਦੋਂ ਬਾਅਦ ਰੌਲਾ ਪਊਗਾ, ਜੇ ਉਦੋਂ ਬਾਅਦ ਇਹਦੀ ਆਊਟਪੁੱਟ ਕੀ ਨਿਕਲੀ, ਇਹ ਉੱਥੇ ਆ ਕੇ ਗੱਲ ਹੋ। ਅਜੇ ਤੇ ਨਾ ਨਿਯੁਕਤੀ ਮਿਲ ਗਈ ਹੈ, ਔਰ ਜੋ ਇਸ ਵਕਤ ਮਾਹੌਲ ਬਣਦਾ ਪਿਆ, ਲੱਗਦਾ ਪਿਆ ਕਿ ਇਹਨਾਂ ਨੂੰ ਵਾਪਸ ਲੈਣਾ ਪੈਣਾ ਹੈ। ਹੁਣ ਕੀ ਕਰਦੇ ਆ, ਉਦੋਂ ਬਾਅਦ ਕੀ ਕਰਦੇ ਆ, ਪਹਿਲਾਂ ਏਜੰਡਾ ਦੇਣਗੇ, ਉਹਦੇ ਵਿੱਚ ਕੀ ਕਰਨਾ ਪੰਜਾਬ ਲਈ, ਪੰਜਾਬ 'ਚ ਕਿੱਥੇ ਕਿੱਥੇ ਡਿਵੈਲਪਮੈਂਟ ਹੋਣੀ ਆ, ਪੰਜਾਬ ਦੀਆਂ ਸਮੱਸਿਆਵਾਂ ਕੀ ਹੈਗੀਆਂ, ਸਮੱਸਿਆ ਤਾਂ ਲਟਕ ਰਹੀਆਂ ਜਿਹੜੀਆਂ। ਹੁਣ ਚੰਡੀਗੜ੍ਹ ਦਾ ਮਸਲਾ, ਉਹਦੇ 'ਤੇ ਕੀ ਦਿੰਦੇ ਭਲਾ, ਇਹ ਐਡਵਾਈਜ਼ਰੀ ਕਮੇਟੀ ਨੇ ਦੇਣਾ ਕਿ ਜਿਸ 'ਚ ਉਹਦੇ 'ਚ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਗਿਆ, ਨੰਬਰ 1। ਨੰਬਰ 2 ਜਿਸ 'ਚ ਪੰਜਾਬ ਦੇ ਜਿਹੜੇ ਇੰਪਲਾਈ ਆ ਉਹਨਾਂ ਨੂੰ ਕੰਸੀਡਰ ਕਰ ਲਿਆ ਸੈਂਟਰ ਗਵਰਨਮੈਂਟ ਇੰਪਲਾਈ ਦੇ ਤੌਰ ਤੇ, ਨੰਬਰ 2 ਹੋ ਗਿਆ। ਨੰਬਰ 3 ਹੋ ਗਿਆ ਜਿਹੜੀ ਵਿਧਾਨ ਸਭਾ ਦਾ ਜਿਹੜਾ ਸੀਗਾ ਜ਼ਮੀਨ, ਜੋ ਉਹਨਾਂ ਆ ਗਿਆ ਹਰਿਆਣਾ ਨੂੰ ਉਧਰ ਦੇ ਰਹੇ ਆ, ਕਿਉਂਕਿ ਅਮਿਤ ਸ਼ਾਹ ਜੀ ਨੇ ਅਨਾਉਂਸ ਕਰ ਦਿੱਤਾ ਕਿ ਇਹਨਾਂ ਦਾ ਟਾਊਨਸ਼ਿਪ, ਇਹਨਾਂ ਨੂੰ ਸਾਰਾ ਕੁਝ ਦਿੱਤਾ ਜਾ। ਹੁਣ ਉਹ ਵੇਖਣਾ ਕਿ ਪੈਸਾ ਕਿੱਧਰੋਂ ਆਉਂਦਾ ਤੇ ਜਿਹੜੀ ਐਡਵਾਈਜ਼ਰੀ ਕਮੇਟੀ ਕੀ ਕਹਿੰਦੀ ਹੈ। ਇਹ ਮਸਲੇ ਆਉਣੇ ਆ ਸਾਰੇ, ਜਿਹੜੇ 5-4 ਮਸਲੇ ਚੰਡੀਗੜ੍ਹ ਦੇ ਪਹਿਲਾਂ ਇਹ ਨਜਿੱਠਦੇ ਆ, ਪੰਜਾਬ ਦੇ ਤਾਂ ਜੇ ਬਾਅਦ 'ਚ ਨਜਿੱਠ ਜਾਣੇ। ਪਹਿਲੀ ਗੱਲ ਤੇ ਇਹਨਾਂ ਦੇ ਹੱਥੋਂ ਚੰਡੀਗੜ੍ਹ ਹੀ ਨਿਕਲ ਜਾਂਦਾ। ਜਿਹੜੇ ਇਹ 3-4 ਮਹੀਨੇ ਬੀਤੇ ਨੇ, ਇਹਨਾਂ ਦੀ ਪਰਫਾਰਮੈਂਸ ਕੀ ਹੈ ਆਮ ਆਦਮੀ ਪਾਰਟੀ? ਕਈ ਗੱਲਾਂ ਮਤਲਬ ਇਦਾਂ ਦੀਆਂ ਨੇ ਜਿਹੜੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ, ਉਹ ਗੱਲਾਂ ਹੋ ਰਹੀਆਂ ਨੇ, ਬਿਲਕੁਲ ਐਕਸਪੋਜ਼ ਹੋ ਚੁੱਕੇ ਨੇ। ਇਹ ਕਿੱਦਾਂ ਦੀ ਗੇਮ ਖੇਡਦੇ ਪਏ ਨੇ, ਬਿਲਕੁਲ ਐਕਸਪੋਜ਼ ਹੋ ਚੁੱਕੇ ਨੇ। ਇਹ ਪੰਜਾਬ ਨੂੰ ਪੂਰੀ ਤਰ੍ਹਾਂ ਵਰਤਦੇ ਪਏ ਨੇ ਕਿ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਲੈਵਲ ਤੇ ਅਸੀਂ ਪ੍ਰੋਜੈਕਟ ਕਰਕੇ ਦਿਖਾਈਏ, ਔਰ ਆਪਣੇ ਬੰਦਿਆਂ ਨੂੰ ਕਿੱਦਾਂ ਫਿੱਟ ਕਰਕੇ ਅਸੀਂ ਪੰਜਾਬ ਨੂੰ ਆਪਣੇ ਕਾਬੂ 'ਚ ਰੱਖਣਾ, ਸਾਡੇ ਮੁਤਾਬਿਕ ਚੱਲਣਾ ਚਾਹੀਦਾ। ਪੰਜਾਬ ਦੇ ਲੋਕ ਮੂਰਖ ਨੇ, ਪੰਜਾਬ ਦੇ ਲੋਕਾਂ ਨੂੰ ਕੁਝ ਪਤਾ ਨਹੀਂ ਇਹਨਾਂ ਪਤਾ ਕੀਤਾ ਕੰਪੈਰੀਟਿਵਲੀ ਪਤਾ ਲੋਕ ਕੀ ਵੇਖ ਰਹੇ ਆ। ਮੀਡੀਆ ਦੇ ਤੌਰ ਤੇ ਅਸੀਂ ਹੋਰ ਤਰ੍ਹਾਂ ਦੇਖ ਰਹੇ ਹਾਂ, ਜਿਹੜੀ ਪਬਲਿਕ ਦੇਖ ਰਹੀ ਹੈ, ਜਿਹੜੇ ਡਾਊਨ ਟਰੋਡਰਸ ਦੇਖ ਰਹੇ ਆ, ਜਿਹੜੇ ਕਾਮਨ ਪੀਪਲ ਦੇਖ ਰਹੇ ਆ, ਉਹ ਵੇਖ ਰਹੇ ਆ ਮੈਨੀਫੈਸਟੋ ਦੇ ਵਿੱਚ ਇਹਨਾਂ ਜੋ ਲਿਖਿਆ ਉਹਦੇ ਅਕੋਰਡਿੰਗ ਕੀ ਕਰ ਰਹੇ ਆ। ਹੁਣ ਇੱਕ ਤਾਂ ਇਹਨਾਂ ਨੇ ਡਿਸੀਜਨ ਲੈ ਲਿਆ ਜਿਹੜਾ 1 ਜੁਲਾਈ ਤੋਂ ਬਿਜਲੀ ਦਾ ਹੈਗਾ, ਉਹਦੇ ਵਿੱਚ ਜਿਹੜੇ ਵਿਚਾਰੇ ਗਰੀਬ ਸੀਗੇ, ਜਿਹੜੇ ਦਿਹਾੜੀਦਾਰ ਸੀਗੇ, ਉਹਨਾਂ ਨੂੰ 100 ਯੂਨਿਟ ਤਾਂ ਗਰੀਬਾਂ ਨੂੰ ਮਿਲ ਗਿਆ, ਹੋਰ 200 ਪਹਿਲਾਂ ਸੀਗਾ, 100 ਯੂਨਿਟ ਹੋ ਗਿਆ। ਜਿਹੜੇ ਬਾਕੀ ਬੰਦੇ ਅਫੋਰਡ ਕਰਦੇ ਆ, ਇਹ ਗੱਲ ਉੱਤੇ ਵੀ ਨੁਕਤਾਚੀਨੀ ਵੈਸੇ ਹੋਈ ਆ, ਜਿਹੜੇ ਅਫੋਰਡ ਕਰਦੇ ਆ ਉਹਨਾਂ ਨੂੰ 600 ਯੂਨਿਟ ਦੇ ਦਿੱਤਾ ਇਹਨਾਂ ਨੇ, ਇਹ 'ਚ ਕੋਈ ਨੋ ਡਾਊਟ। ਇਹਦੇ ਤੇ ਬੜਾ ਮੀਡੀਆ ਨੇ ਇੱਧਰ ਉੱਧਰ ਕੀਤੀਆਂ ਗੱਲਾਂ। ਸਿੰਪਲ ਗੱਲ ਇਹ ਹੈ ਕਿ ਉਹਨਾਂ ਨੂੰ 600 ਯੂਨਿਟ ਫ੍ਰੀ ਦੇ ਦਿੱਤਾ। ਫ੍ਰੀ ਦੇ ਵਿੱਚ ਜੇ 2-4 ਯੂਨਿਟ ਉੱਤੇ ਜਾਣਗੇ ਤੇ ਫਿਰ ਉਹ ਰਗੜੇ ਜਾਣਗੇ। ਇਹਦੇ 'ਚ ਉਹਨਾਂ ਨੂੰ ਆਪਣੇ ਦਾਇਰੇ 'ਚ ਰਹਿਣਾ ਪਊਗਾ। ਇਹ ਦੋ ਗੱਲਾਂ, ਆਹ ਗੱਲ ਤਾਂ ਬੜੀ ਤਕੜੀ ਕਰ ਦਿੱਤੀ ਉਹਨਾਂ ਨੇ, ਇਹ ਕੋਈ ਵੀ ਨਹੀਂ ਕਰ ਸਕਿਆ ਅਜੇ ਤੱਕ। ਕਿਹਨੇ ਬਿਜਲੀ ਕੀਤੀ ਸੀ ਇਹਨਾਂ ਨੇ, ਮਰ ਗਏ ਬਿਜਲੀ ਹੈ ਨਹੀਂ, ਫਲਾਣਾ ਹੈ ਨਹੀਂ, ਇਹੀ ਰੱਖਿਆ ਉੱਥੇ। ਇਹ ਮੁੱਦਾ ਰਿਹਾ ਕਾਂਗਰਸ ਵੇਲੇ ਵੀ, ਅਕਾਲੀਆਂ ਵੇਲੇ ਵੀ ਰਿਹਾ। ਇਹਨਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕਰ ਦਿੱਤੀ ਆ। ਰਹਿੰਦੀ ਗੱਲ ਗਈ ਇਹ ਗੱਲ, ਜਿਹੜੇ ਛੋਟਾ ਮੋਟਾ ਇਹਨਾਂ ਨੇ ਇੰਪਲਾਈ ਨੂੰ ਨੌਕਰੀ ਵੀ ਦਿੱਤੀ ਆ, ਮਾੜਾ ਮੋਟਾ ਕਰ ਰਹੇ ਆ, ਇਸ ਕਰਕੇ ਕਰ ਰਹੇ ਆ, ਇਸ ਕਰਕੇ ਲੋਕ ਇਹਨੂੰ ਚੰਗਾ ਸਮਝ ਰਹੇ। ਪਹਿਲਾਂ ਤਾਂ ਕੀਤਾ ਡੱਕਾ ਨਹੀਂਗਾ। 3 ਮਹੀਨਿਆਂ 'ਚ ਜੇ ਇਹਨਾਂ ਨੇ ਕੁਛ ਨਾ ਕਰਕੇ ਵਿਖਾਇਆ ਤਾਂ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੇ ਲੋਕਾਂ ਨੇ ਇਹ ਕਹਿ ਦਿੱਤਾ, ਆਪਾਂ ਪਤਾ ਕਿਉਂ ਦੇਖ ਰਹੇ ਹਾਂ, ਆਪਾਂ ਇਹ ਦੇਖਾਂਗੇ ਅਜੇ ਤਾਂ 5 ਸਾਲ ਹੈਗਾ ਇਹਨਾਂ ਦਾ, ਉਦੋਂ ਬਾਅਦ ਕੀ ਕਰਨਗੇ। ਉਹਨਾਂ ਸਰਕਾਰਾਂ ਦੀ ਨੀਂਦ ਕਦੋਂ ਟੁੱਟਦੀ ਸੀ, ਜਦੋਂ 1 ਸਾਲ ਰਹਿ ਗਿਆ ਸੀ। 1 ਸਾਲ 111 ਦਿਨਾਂ 'ਚ ਜਦੋਂ ਚੰਨੀ ਜੀ ਆਏ ਉਦੋਂ ਕਿ ਮਾੜਾ ਮੋਟਾ ਮਿਲਿਆ ਕਿ ਲੋਕਾਂ ਨੂੰ ਤੇਲ 10 ਰੁਪਏ ਉਹਨਾਂ ਕੀਤਾ। ਬਲਕਾਰ ਜੀ ਗੱਲ ਇਹ ਹੈ ਕਿ ਠੀਕ ਹੈ, ਹਰੇਕ ਸਰਕਾਰ ਪੋਪੂਲਰ ਪੋਲਿਟਿਕਸ ਖੇਡਦੀ ਹੈ। ਇਹ ਪੋਪੂਲਰ ਪੋਲਿਟਿਕਸ ਹੀ ਹੈ ਸਾਰਾ। ਇਹ ਜਿਹੜਾ 300 ਯੂਨਿਟ ਜਾਂ 600 ਯੂਨਿਟ, ਇਹ ਫ੍ਰੀ ਬੀਜ਼ ਪੋਲਿਟਿਕਸ, ਪੋਪੂਲਰ ਪੋਲਿਟਿਕਸ ਹੈ। ਗੱਲ ਇੱਥੋਂ ਦੀ ਇਹ ਨਿਕਲੇਗੀ ਵਿੱਚੋਂ ਕਿ ਇਹ ਪੈਸਾ ਕਿੱਥੋਂ ਲੈ ਕੇ ਆਉਣਾ। ਤੁਸੀਂ ਉਧਰ ਜ਼ਮੀਨਾਂ ਦੇ ਰੇਟ ਕਿੰਨੇ ਵਧਾ ਦਿੱਤੇ ਨੇ, 30 to 40% ਵਧਾ ਕੇ ਰੱਖ ਦਿੱਤੇ ਕਿ ਤੁਹਾਡੇ ਵਾਸਤੇ ਜ਼ਮੀਨ ਦੀ ਰਜਿਸਟਰੀ ਕਰਾਉਣਾ ਮੁਸ਼ਕਿਲ ਹੋ ਜਾਏਗਾ। ਉੱਥੇ ਤੁਸੀਂ ਕਪਲੇਬਾਜ਼ੀ ਨੂੰ ਆਪ ਸੱਦਾ ਦਿੰਦੇ ਪਏ ਹੋ। ਦੋਵੇਂ ਧਿਰਾਂ ਮਿਲ ਕੇ ਘੱਟ ਪੈਸੇ 'ਚ ਰਜਿਸਟਰੀ ਕਰਵਾਉਣਗੇ ਤਾਂ ਕਿ ਸਟੈਂਪ ਪੇਪਰ ਜਾਂ ਬਾਕੀ ਦੇ ਖਰਚੇ ਟੈਕਸ ਤੋਂ ਬਚ ਸਕਣ, ਔਰ ਉਹਦੇ ਵਿੱਚ ਜਿਹੜੇ ਉਹਨਾਂ ਦੇ ਸਰਕਾਰੀ ਮੁਲਾਜ਼ਮ ਹੋਣਗੇ, ਜਿਹੜੇ ਰਜਿਸਟਰੀਆਂ ਕਰਨਗੇ, ਉਹ ਵੀ ਇਨਵੋਲਵ ਹੋਣਗੇ, ਉਹਨਾਂ ਨੂੰ ਵੀ ਰਿਸ਼ਵਤ ਦਿੱਤੀ। ਪਰ ਇਹ ਗੱਲ, ਇੱਕ ਗੱਲ ਹੋਰ ਹੈਗੀ, ਦੇਖੋ ਪਤਾ ਕਿ ਰਜਿਸਟਰੀਆਂ ਦੀ ਤੁਸੀਂ ਗੱਲ ਕੀਤੀ ਹੈ ਨਾ, ਆਹ ਜਿਹੜਾ ਹੈਗਾ NOC ਹੈਗੀ ਹੈ, ਪਹਿਲੀਆਂ ਅਕਾਲੀ ਦਲ ਦੇ ਵੇਲੇ ਵੀ ਰਹੀ ਹੈ NOC ਦਾ,
10,000 ਰੁਪਏ ਤਹਿਸੀਲਦਾਰ ਵੀ ਅੰਦਰ ਲੈ ਲੈਂਦਾ, ਫਿਰ ਰਜਿਸਟਰੀ ਕਰ ਦਿੰਦਾ ਹੈ, ਜਾਂ ਉਹਨਾਂ ਨੂੰ NOC ਦਾ ਕਾਗਜ਼ ਸਬਮਿਟ ਕਰਨਾ ਪੈਂਦਾ ਹੈ। ਫਿਰ ਆ ਗਈ ਜੇ NOC ਦਾ ਮਤਲਬ ਜਿੱਥੇ ਤੁਸੀਂ ਲੋਨ ਲਿਆ ਜਾਂ ਕੁਛ ਲਿਆ ਵਾ ਤੁਹਾਨੂੰ ਉਦੋਂ ਕਲੀਅਰ ਹੋਣਾ ਚਾਹੀਦਾ, ਉਹ ਨਹੀਂ ਹੈਗਾ, ਉਹ 'ਚ ਫਿਰ 10-15,000 ਰੁਪਏ ਉਹਨਾਂ ਨੂੰ ਦੇਣਾ ਪੈਂਦਾ। ਇਹ ਹੁਣ ਦਾ ਨਹੀਂ ਗੱਲ ਹੈਗੀ, ਇਸ ਵੇਲੇ ਨਹੀਂ ਗੱਲ ਹੈਗੀ, ਰਜਿਸਟਰੀਆਂ ਦਾ ਮਾਮਲਾ ਅੱਜ ਦਾ ਨਹੀਂ ਗਾ, ਪਹਿਲਾਂ ਦਾ ਹੀ ਕਪੜਾ ਰਿਹਾ, ਹੁਣ ਤੱਕ ਵੀ ਚੱਲਦਾ ਰਿਹਾ ਵਾ। ਇਹਦੇ 'ਚ ਇਹਨਾਂ ਨੇ ਇੱਕ ਗੱਲ ਕਰ ਦਿੱਤੀ ਕਿ ਜਿਹੜਾ ਤਹਿਸੀਲਦਾਰ ਜਾਂ ਜਿਹੜਾ ਨਾਇਬ ਤਹਿਸੀਲਦਾਰ ਜਾਂ ਉਹਦੇ ਤੋਂ ਰਜਿਸਟਰ, ਜਿੱਦਾਂ ਜਲੰਧਰ ਵੰਡਿਆ ਪਿਆ ਰਜਿਸਟਰ 1 2 3 4 'ਚ ਵੰਡਿਆ ਪਿਆ, ਇਸੇ ਤਰ੍ਹਾਂ ਉਹਨਾਂ ਦੇ ਕਾਨੂੰਗੋ ਆ, ਪਟਵਾਰੀ ਹੈ। ਇੱਕ ਤਾਂ ਉਹਨਾਂ ਨੇ ਤਾੜਨਾ ਦਿੱਤੀ ਵੀ ਪੈਸਾ ਨਹੀਂ ਚੱਲੂਗਾ, ਉੱਤੇ ਰੋਕ ਲੱਗ ਗਈ, ਵਾਕਿਆ ਲੱਗੀ, ਜਦੋਂ ਕਿ ਪਟਵਾਰੀ ਸਾਰੇ ਹੜਤਾਲ 'ਤੇ ਰਹੇ ਆ। ਕੁਝ ਫੜੇ ਵੀ ਗਏ ਸੀਗੇ, ਪਟਵਾਰੀ ਇੱਕ ਫੜਿਆ ਸੀਗਾ, ਉਹਦੇ ਨਾਂ 'ਤੇ ਇਹਨਾਂ ਨੇ ਐਜੀਟੇਸ਼ਨ ਕਰ ਦਿੱਤੀ, ਬਹੁਤ ਪਟਵਾਰੀ ਗੁੱਸਾ ਗਿਲੇ 'ਚ ਵੀ ਆਏ ਗਏ ਸੀਗੇ। ਉਦੋਂ ਬਾਅਦ ਇਹ ਖਿਲਾਰਾ ਜਿਹੜਾ ਹੈਗਾ ਨਾ, ਪਤਾ ਗੱਲ ਕੀ ਹੈਗੀ, ਇਹ ਸਰਕਾਰ ਦਾ ਵੀ, ਇਹ ਸਰਕਾਰ ਦਾ ਕੋਈ ਕਸੂਰ ਨਹੀਂ ਹੈਗਾ। ਜਦੋਂ ਵਿਗੜਿਆ ਇੰਨਾ ਢਾਂਚਾ ਹੈਗਾ ਤਾਂ ਇਹ ਕਿੱਦਾਂ ਇੰਪਰੂਵ ਕਰਨਗੇ? ਇੰਪਰੂਵ ਕਰਨ 'ਚ ਇਟ ਵਿਲ ਟੇਕਸ ਟਾਈਮ ਨਾਲ ਹੀ ਹੋਣਾ ਸਾਰਾ ਕੁਝ। ਹੁਣ ਅਸੀਂ ਤਾਂ ਗੱਲਾਂ ਕਰ ਰਹੇ ਹਾਂ, ਆਪਾਂ ਹੀ ਤੁਹਾਡੇ ਤੋਂ ਜਾਂ ਮੇਰੇ ਤੋਂ ਬੰਦਾ ਕੋਈ ਕੁਰਸੀ ਤੇ ਬਹਿ ਕੇ ਦੇਖੇ ਉੱਥੇ ਜਾ ਕੇ ਕਹਿੰਦਾ ਜਦੋਂ 4 ਚੁਫੇਰੇ ਖਲਜਾ ਗਣੇਡਾ ਪਿਆ, ਅਗਲਾ ਕਰੂਗਾ, ਇਹਨੂੰ ਕਰ ਰਿਹਾ ਹੌਲੀ ਹੌਲੀ। ਮੈਂ ਉਹ ਗੱਲ ਤੋਂ ਇੱਕ ਪਤਾ ਹੀ ਗੱਲ ਹੁੰਦੀ, ਇੱਕ ਗੱਲ ਹੋਰ ਹੋਈ ਨਹੀਂ ਜੀ, ਪੰਜਾਬ ਦੀ ਗੱਲ ਸੁਣੇ, ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਵਿਗੜੀ ਪਈ ਹੈ। ਇਹ ਸਾਰਾ ਕੌਣ ਕਹਿ ਰਿਹਾ? ਵਿਰੋਧੀ ਪਾਰਟੀਆਂ ਪਹਿਲਾਂ ਕਰ ਰਹੀਆਂ ਸੀ। ਉਹ ਉੱਥੇ ਮਰ ਗਏ ਮੁੰਡੇ ਜੀ, ਉੱਥੇ ਮਰ ਗਏ ਜੀ, ਇੱਧਰ ਮਰ ਗਿਆ ਗਿਆ। ਇਹਦੀ ਇੱਕ ਰੇਸ਼ੋ ਜੇ ਪੜ੍ਹੀ ਜਾਵੇ ਸਾਰੀ ਹੈਗੀ ਆ, ਜੋ ਯੂਪੀ ਬਿਹਾਰ ਦੂਜੀਆਂ ਬੰਗਾਲ 'ਚ ਉੱਧਰ ਹੋ ਰਿਹਾ, ਪੰਜਾਬ 'ਚ ਤਾਂ ਉਹਦੇ ਵਿੱਚ ਆਟੇ 'ਚ ਲੂਣ ਵੀ ਹੈ ਨਹੀਂ। ਜੇ ਮਰਦੇ ਰਹੇ ਬੰਦੇ ਪਹਿਲਾਂ ਹੀ ਮਰਦੇ ਰਹੇ, ਅਸੀਂ ਪਤਾ ਹੀ ਗੱਲ ਨੂੰ ਐਸਾ ਭਾਂਬੜ ਬਣਾਉਂਦੇ ਹਾਂ, ਉਸ ਗੱਲ ਤੱਕ ਲੈ ਆਉਂਦੇ ਹਾਂ, ਇੱਕਦਮ ਉਹ ਹੁੰਦਾ ਨਹੀਂ। ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸ਼ੁਰੂ ਤੋਂ ਹੀ ਢਾਂਚਾ ਵਿਗੜਿਆ ਹੋਇਆ, ਇੱਕੋਦਮ ਨਹੀਂ ਸੁਧਾਰ ਸਕਦੇ, ਗੱਲ ਐਗਰੀ ਕਰਦੇ ਆ। ਪਰ ਜਿਹੜਾ ਕੰਮ ਇਹ ਕਰਦੇ ਪਏ ਨੇ, 5 ਬੰਦੇ ਰਾਜ ਸਭਾ 'ਚ ਭੇਜੇ, ਉਹ ਤਾਂ ਹੈ, ਉਹ ਤਾਂ ਗੱਲ। ਰਾਘਵ ਚੱਡਾ ਨੂੰ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ, ਹੁਣ ਜਿਹੜੇ ਕੰਮ ਕਰਦੇ ਪਏ ਨੇ ਉਹ ਵੀ ਤਾਂ ਆਪਾਂ ਦੇਖੀਏ ਨਾ ਕਿ ਕੰਮ ਕਿੱਦਾਂ ਦੇ ਕਰਦੇ ਪਏ ਨੇ। ਉਹ ਤਾਂ ਲੋਕਾਂ ਨੇ ਕੀਤਾ, ਉਹਨੂੰ ਸਟੇਟਮੈਂਟ ਆਲੋਚਨਾ ਦਿੱਤੀ ਮਾਨ ਸਾਹਿਬ ਦੀ, ਸਾਨੂੰ ਵਿਧਾਨ ਸਭਾ ਵਾਸਤੇ ਸਾਨੂੰ ਵੀ ਜ਼ਮੀਨ ਦੇ ਦਿਓ। ਇਹ ਸ਼ੋਭਾ ਦਿੰਦੀ ਹੈ? ਮਾਨਯੋਗ CM ਸਾਹਿਬ ਕੀ ਕਹਿੰਦੇ ਪਏ ਨੇ? ਕਈ ਵਾਰੀ ਜ਼ਬਾਨ ਤਿਰਤ ਜਾਂਦੀ ਆ ਜਾਂ ਕੀ ਕਹਿ ਗਿਆ, ਇਹਦੇ 'ਚ ਉਹਨਾਂ ਨੂੰ ਪਤਾ ਲੱਗਾ ਹੋਊਗਾ, ਉਹਨਾਂ ਨੇ ਬਾਅਦ 'ਚ ਮਹਿਸੂਸ ਕੀਤਾ ਹੋਣਾ ਕਿ ਮੈਂ ਕੀ ਕਹਿਤਾ, ਕਿ ਸਾਡੇ ਕੋਲ ਤਾਂ ਆਲਰੇਡੀ ਹੈਗੀ ਸੈਕਟਰੀਏਟ। ਆਪ ਮੰਨ ਲਓ ਜਿੱਥੇ ਤੁਸੀਂ ਬੈਠੇ ਜੇ, ਉਹ ਸੈਕਟਰੀਏਟ ਤੁਹਾਡਾ ਵਾ, ਤੁਸੀਂ ਉੱਥੇ ਬੈਠਾ, ਤੁਹਾਡੀ ਵੱਡੀ ਕੁਰਸੀ ਲੱਗੀ ਉੱਥੇ, ਤੁਸੀਂ ਇਹਨਾਂ ਨੂੰ ਕੁਰਸੀ ਨੂੰ ਚੁੱਕ ਕੇ ਹੁਣ ਕਿਹੜੇ ਜਗ੍ਹਾ 'ਤੇ ਕਿਹੜੀਆਂ ਪੈੜੀਆਂ 'ਚ ਲੈ ਕੇ ਜਾਓਗੇ? ਕਿੱਥੇ ਜ਼ਮੀਨ 'ਤੇ ਜਗ੍ਹਾ ਮੰਗੋਗੇ? ਜਗ੍ਹਾ ਮੰਗਣੀ ਆ ਤਾਂ ਮੰਗਣੀ ਹਰਿਆਣਾ ਨੇ, ਹਰਿਆਣੇ ਨੂੰ ਚਾਹੀਦੀ ਹੈ। ਪੰਜਾਬ ਦਾ ਤਾਂ ਚੰਡੀਗੜ੍ਹ ਹੈ ਹੀ ਹੈ, ਇਹਨੂੰ ਤੁਸੀਂ ਲੈਣ ਲਈ, ਮਜ਼ਬੂਤੀ ਕਰਨ ਲਈ ਉਹ ਲਓ। ਜਦੋਂ ਕਿ ਜਿਹੜੀ ਹੈ ਪੰਜਾਬ ਦੇ ਪਾਣੀਆਂ ਦੀ ਵੰਡ ਸੀ ਇੰਨੀ ਵੱਡੀ ਹੈਗੀ, ਉਹਨਾਂ ਤੇ ਮਸਲੇ 'ਤੇ ਯੂਨਾਈਟ ਹੋਣਾ ਚਾਹੀਦਾ। ਇਹਨਾਂ ਦੀ ਗੱਲ ਕਰਦੇ ਨੇ, ਫਿਰ ਐਡੀਆਂ ਵੱਡੀਆਂ ਐਡਵਰਟਾਈਜ਼ਮੈਂਟਸ ਇਸ਼ਤਿਹਾਰ ਦੇ ਨੇ, ਠੀਕ ਹੈ ਨਾ, ਉਹ ਵੀ ਖਜ਼ਾਨੇ ਉੱਤੇ ਬੋਝ, ਠੀਕ ਹੈ। ਬਸ ਕੀ ਚੀਜ਼ਾਂ ਦੇਖਾਂਗੇ, ਇਹ ਆਪਾਂ ਬਹੁਤ ਵਾਰੀ ਡਿਸਕਸ ਹੋ ਗਿਆ, ਬਹੁਤ ਵਾਰੀ ਡਿਸਕਸ ਹੋ ਗਿਆ। ਹੁਣ ਆਪਾਂ ਅੱਗੇ ਚੱਲਦੇ ਹਾਂ, ਇਹ ਤਾਂ ਹੋ ਚੁੱਕਿਆ ਹੁਣ। ਇਹ ਤਾਂ ਮਤਲਬ ਇਹਨਾਂ ਦੀ ਡਿਲੀਵਰੀਜ਼ ਦੇਖਣੀ ਪਏਗੀ, ਔਰ ਜੇ ਇਹਨਾਂ ਨੂੰ 92 ਵਿਧਾਇਕ ਦਿੱਤੇ ਨੇ ਸਰਕਾਰ ਨੂੰ, ਜਨਤਾ ਨੇ, ਤਾਂ ਇਸ ਵਕਤ ਜਨਤਾ ਵੀ ਪੂਰੀ ਕਮਰ ਕੱਸ ਕੇ ਖੜੀ ਹੋਈ ਹੈ ਕਿ ਇੱਕ ਪੁਆਇੰਟ ਦੇ ਉੱਤੇ ਨਜ਼ਰ ਰੱਖੀ ਹੋਈ ਹੈ। ਚਲੋ ਕੋਈ ਨਹੀਂ, ਕਿ ਨਵੀਆਂ ਪੈੜਾਂ ਦੀ ਗੱਲ ਕਰੋ ਇਹਨਾਂ ਦੀ, ਜਿੱਤੇ ਵੀ ਹੈਗਾ, ਕਿਉਂਕਿ ਸਰਕਾਰ ਹੈ, ਇਹਨਾਂ ਨੇ ਬੜਾ ਕੁਝ ਦੇਖਣਾ। ਅਸੀਂ ਤਾਂ ਉਹ ਦੇਖਦੇ ਹਾਂ ਜਿਹੜੀਆਂ ਇਹਨਾਂ ਕੋਈ ਛੋਟੀਆਂ ਮੋਟੀਆਂ ਗਲਤੀਆਂ, ਕੋਈ ਵੱਡੇ ਕੰਮ ਵੀ ਕੀਤੇ ਹਨ, ਅਸੀਂ ਉਹਨਾਂ ਦੀ ਵੀ ਚਰਚਾ ਕਰੀਏ, ਬਹੁਤ ਕੁਝ ਸੋਚਦੇ ਹਾਂ। ਇਹ ਵੀ ਪੰਜਾਬ ਦੇ ਲੋਕ ਹੈ, ਜੋ ਸਾਡੇ ਮਨ 'ਚ ਹੈਗਾ, ਇਹਨਾਂ ਦਾ ਇਹਨੂੰ ਵੱਧ ਹੈ ਕਿ ਜੋ ਸਾਨੂੰ ਖੁਸ਼ੀ ਹੁੰਦੀ। ਮੈਂ ਇੱਕ ਗੱਲ ਤੇ ਬਿਲਕੁਲ ਜਿਹੜੇ ਲੋਕਾਂ ਦੀ ਇਹ ਰਾਏ ਹੈ ਨਾ ਕਿ ਆਮ ਆਦਮੀ ਪਾਰਟੀ ਵੀ ਪਪੂਲਰ ਪੋਲਿਟਿਕਸ ਖੇਡਦੀ ਹੈ, ਇਹ ਗਲਤ ਨਹੀਂ ਹੈ, ਇਹ ਰਾਏ ਗਲਤ ਨਹੀਂ, ਕਿਉਂਕਿ ਤੁਸੀਂ ਐਨਾਲਿਸਿਸ ਕਰਕੇ ਦੇਖੋ, ਵਾਕਈ ਪਪੂਲਰ ਪੋਲਿਟਿਕਸ ਖੇਡਿਆ ਜਾ ਰਿਹਾ। ਪਰ ਇਹ ਗੱਲ ਹੈਗੀ ਆ, ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ, ਜਦੋਂ ਕੋਈ ਗੱਲ ਹੁੰਦੀ ਹੈ ਤਾਂ ਲੋਕ ਬੈਲੈਂਸ ਤਰੀਕੇ ਨਾਲ ਗੱਲ ਕਰਦੇ ਆ। ਜਦੋਂ ਕੋਈ ਗੱਲ ਕਰਦੇ ਆ, ਤੁਸੀਂ ਜਦੋਂ ਉਹਨੂੰ ਪੜ੍ਹੋ ਨਾ, ਜਦੋਂ ਵੜਿੰਗ ਜੀ ਕਰਦੇ ਆ ਨਾ ਉੱਤੇ ਗੱਲ, ਜਾਂ ਉਧਰੋਂ ਨਵਜੋਤ ਸਿੱਧੂ ਦਾ ਆਉਂਦਾ, ਤੇ ਜਦੋਂ ਇਹਦਾ ਆਉਂਦਾ, ਤੇ ਲੋਕਾਂ ਨੂੰ ਪਤਾ ਕਿ ਇਹ ਕੀ ਕਰ ਰਿਹਾ ਤੇ ਉਹ ਕੀ ਕਰ ਰਿਹਾ। ਲੋਕ ਇੱਕ ਗੱਲ ਦੇ ਜਾਣਕਾਰ ਹੈ। ਇਹ ਜਿਹੜੇ ਇਹਨਾਂ ਦੇ ਲੀਡਰਸ ਆਮ ਆਦਮੀ ਪਾਰਟੀ ਦੇ ਜੋ ਸਟੇਟਮੈਂਟਸ ਦਿੰਦੇ ਨੇ ਨਾ, ਆਪਣੇ ਆਪ ਨੂੰ ਪ੍ਰੂਵ ਕਰਦੇ ਨੇ ਲੋਕਾਂ ਦੇ ਸਾਹਮਣੇ, ਉਸ ਸਟੇਟਮੈਂਟ ਦੇ ਮੁਤਾਬਿਕ ਕੰਮ ਮੈਚ ਨਹੀਂ ਕਰ ਰਹੇ, ਕੰਮ ਕਿਸੇ ਹੋਰ ਪਾਸੇ ਜਾ ਰਹੇ ਨੇ, ਗੱਲਾਂ ਕਿਸੇ ਹੋਰ ਪਾਸੇ ਜਾ ਰਹੀਆਂ। ਪਤਾ ਗੱਲ ਕੀ ਹੈ, ਮੇਰੀ ਗੱਲ ਸੁਣੋ, ਪਤਾ ਗੱਲ ਕੀ, ਗੱਲ ਤਾਂ ਜੇ 3 ਮਹੀਨੇ ਦੀ ਹੈਗੀ, 3 ਮਹੀਨੇ 'ਚ ਹੁਣ ਕੀ ਕੱਢ ਕੇ ਕੀ ਦੇ ਦੇਣ, ਕੀ ਲਿਆ ਕੇ ਦੇ ਦੇਣ? ਪੈਸਾ ਵੀ ਚਾਹੀਦਾ। ਇੱਕ ਲਾਰਾ ਲੱਪਾ ਤਾਂ ਨੇਤਾ ਬਣੇ, ਲਾਰਾ ਲੱਪਾ ਤਾਂ ਲਾਉਣਾ ਹੀ ਆ। ਜਦੋਂ ਤੁਹਾਡੇ ਕੌਣ ਗਏ ਬੰਦੇ, ਤੁਸੀਂ ਬੈਠੇ ਹੋਗੇ ਉਸ ਸੀਟ 'ਤੇ, ਜਦੋਂ ਤੁਹਾਨੂੰ ਆ ਗਏ ਜੇ ਸਾਡੇ ਪਿੰਡ ਨੂੰ ਸੜਕ ਨਹੀਂ ਹੈ, ਸੜਕ ਟੁੱਟੀ ਹੈ, ਖੱਡੇ ਖੁੱਡੇ, ਉਹ ਤੁਸੀਂ ਕੀ ਕਹੋਗੇ? ਨਹੀਂ ਬਣੋਗੇ? ਕਿਉਂ ਬਣੋਗੇ ਜੀ? ਲੋਕ ਆ ਰਿਹਾ, ਪਾਣੀ ਆ ਰਿਹਾ ਉੱਧਰੋਂ, ਸਾਰਾ ਕੁਝ ਆ ਰਿਹਾ, ਆ ਥੋੜੀ ਬਰਸਾਤਾਂ। ਆਮ ਆਦਮੀ ਪਾਰਟੀ ਵੀ ਲਾਰਾ ਲੱਪਾ ਲਾਉਂਦੀ ਹੈ, ਲਾਉਣਾ ਹੁੰਦਾ ਹਰ ਇੱਕ ਨੂੰ ਪੈਂਦਾ, ਪਰ ਆਊਟਪੁੱਟ ਇਹ ਹੈਗਾ। ਇਹ ਲਾਰੇ ਲੱਪੇ ਤੋਂ ਅੱਗੇ ਚੱਲਦੇ ਹੁਣ ਆਪਾਂ ਦੀ ਦੁਨੀਆ, ਕਿਉਂਕਿ ਇਹ ਤਾਂ ਐਂਟਰਟੇਨਮੈਂਟ ਇੰਡਸਟਰੀ ਆ, ਫਿਰ ਚੱਲਦੀ ਰਹੂਗੀ ਗੱਲ। ਅੱਛਾ, ਸਿਮਰਨਜੀਤ ਸਿੰਘ ਮਾਨ, ਹਾਂਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮੁਖੀ, ਜ਼ਰੂਰ ਹੁਣੇ ਜਿੱਤੇ ਨੇ ਜ਼ਿਮਨੀ ਚੋਣ, ਸੰਗਰੂਰ ਤੋਂ MP ਹੋ ਗਏ ਨੇ।
ਉਹ ਗੱਲ ਫਿਰ ਉੱਥੇ ਆ ਗਈ, ਕਹਿੰਦੇ ਸਹੁੰ ਚੁੱਕੂਗਾ ਤਾਂ ਵੱਡੀ ਤਲਵਾਰ ਤੇ ਛੋਟੀ ਤਲਵਾਰ ਦੋਵੇਂ ਤਲਵਾਰਾਂ ਲੈ ਕੇ ਜੇ ਮੈਨੂੰ ਜਾਣ ਦੀ ਇਜਾਜ਼ਤ ਅੰਦਰ ਦਿੱਤੀ ਜਾਏਗੀ ਪਾਰਲੀਮੈਂਟ ਦੇ ਵਿੱਚ। ਪੁਰਾਣੀ ਗੱਲ ਫਿਰ ਤੋਂ ਆ ਗਈ, ਕਿਉਂਕਿ ਜਦੋਂ ਜਿੱਤੇ ਸੀ ਉਦੋਂ ਵੀ ਕਈ ਥਾਂ ਤੋਂ ਇਹ ਸਟੇਟਮੈਂਟਸ ਆਈਆਂ ਸੀ ਕਿ ਹੋ ਸਕਦਾ ਹੈ ਮਾਨ ਸਾਹਿਬ ਆਪਣੀ ਪੁਰਾਣੀ ਗੱਲ ਦੁਹਰਾਉਣ, ਉਹਨਾਂ ਨੇ ਦੁਹਰਾ ਦਿੱਤੀ ਹੈ। ਹਾਂ, ਇਹ ਗੱਲ ਵੈਸੇ ਅੱਜ ਦੀ ਨਹੀਂ, ਇਹ 26 ਨਵੰਬਰ 1999 ਚ ਵੀ ਅਪੁਆਇੰਟ ਹੋਏ ਸੀਗੇ, 99 ਚ। ਹੁਣ ਕਿੰਨੇ 32 ਸਾਲ ਤੋਂ ਹੋ ਗਏ ਹੋਣਗੇ ਇਸ ਗੱਲ ਨੂੰ, ਜਦੋਂ ਇਹ 13 ਦੇ 13 ਸੀਟਾਂ ਨੂੰ ਫਿਰ ਉਸੇ ਤਰ੍ਹਾਂ ਇਕੱਠਾ ਕਰ ਲਿਆ ਜਿੱਦਾਂ ਆਮ ਪਾਰਟੀ ਨੇ ਕੀਤਾ ਹੁਣ 92 ਚ। ਉਦੋਂ ਅੱਤਵਾਦ ਵੀ ਫੈਲਿਆ ਸੀਗਾ, ਬੜਾ ਕੁਝ ਸੀਗਾ, ਪਾਰਟੀਆਂ ਇੰਨਾ ਜੋਸ਼ ਨਾਲ ਕੰਮ ਨਹੀਂ ਸੀ ਕਰ ਰਹੀਆਂ ਬਾਕੀ ਵਿਰੋਧੀ ਪਾਰਟੀਆਂ, ਪਰ ਇਹਨਾਂ ਦੀ ਬੜੀ ਤਕੜੀ ਜਿੱਤ ਹੋਈ ਔਰ ਇਹਦੇ 'ਚ ਇਹੀ ਨੇਤਾ ਹੈੱਡ ਸੀਗੇ। ਔਰ ਇਹਨਾਂ ਨੇ ਜਦੋਂ ਸੈਸ਼ਨ ਸ਼ੁਰੂ ਹੋਇਆ ਸਾਰਾ, ਉਦੋਂ ਤੱਕ ਜਿਹੜੀ ਕਮੇਟੀਆਂ ਅੰਦਰ ਬਣੀਆਂ ਸਾਰਾ ਕੁਝ ਗਿਆ, ਇਹਨਾਂ ਨੂੰ ਜਦੋਂ ਤਲਾਸ਼ੀ ਲਈ ਕੀਤਾ ਇਹਨਾਂ ਨੇ ਕਿਹਾ ਕਿਰਪਾਨ ਅੰਦਰ ਜਾਣਗੀ, ਇਹਨਾਂ ਨੂੰ ਤਾਂ ਹੀ ਨਹੀਂ ਜਾਵਾਂਗੇ, ਇਹ ਤੋਂ ਬਗੈਰ ਨਹੀਂ ਜਾ ਸਕਦੇ, ਸਾਡੇ ਹਥਿਆਰ ਅੰਦਰ ਜਾਣੇ ਚਾਹੀਦੇ ਆ। ਜਦੋਂ ਅਲਾਉਡ ਨਹੀਂ ਸੀਗਾ, ਇੱਕ ਨੂੰ ਰੋਕ, ਦੋ ਨੂੰ ਰੋਕ, 13 ਦੇ 13 ਹੀ ਰੁਕ ਗਏ, ਇਹ ਫਿਰ ਮੁੜਦੇ ਪੈਰੀ ਵਾਪਸ ਆ ਗਏ। ਉਹ 'ਚ ਲੋਕਾਂ ਨੇ ਬਹੁਤ ਉਹਦੇ 'ਚ ਨਾਰਾਜ਼ਗੀ ਮਹਿਸੂਸ ਕੀਤੀ ਕਿ ਯਾਰ ਅਸੀਂ ਇਹਨਾਂ ਨੂੰ ਬਣਾ ਕੇ ਭੇਜਿਆ, ਹੁਣ ਇਹ ਉੱਥੇ ਜਾ ਕੇ ਗੱਲ ਤਾਂ ਕੋਈ ਕਰਨਗੇ ਨਹੀਂ, ਤਲਵਾਰ ਦੇ ਮਗਰ ਨਾ ਵੀ ਤਲਵਾਰ ਅੰਦਰ ਲੈ ਕੇ ਜਾਣੀ ਹੈ। ਚਲੋ ਸ਼ਸਤਰ ਆ, ਸ਼ਸਤਰਧਾਰੀ ਹੋਣਾ ਚਾਹੀਦਾ ਵਾ, ਗੁਰੂ ਸਾਹਿਬ ਦੀ ਜਿਹੜਾ ਦਿੱਤੀ ਹੋਈ ਸ਼ਸਤਰ ਹੈ, ਬਖਸ਼ਿਸ਼ ਆ ਉਹਨਾਂ ਨੇ। ਪਰ ਜਦੋਂ ਪੋਲੀਟਿਕਸ ਦਾ ਜੋ ਕਾਨੂੰਨ ਆ ਜੋ ਕਰਨਾ ਪੈਂਦਾ ਉਹਦੇ ਵਿੱਚ ਤਾਂ ਔਖਾ ਲੱਗੂਗਾ, ਕਿਉਂਕਿ ਹਵਾਈ ਜਹਾਜ਼ 'ਤੇ ਵੀ ਜਦੋਂ ਚੜ੍ਹਨ ਲਈ ਜਦੋਂ ਤੁਹਾਨੂੰ ਹੈਗਾ ਉਹਦੇ 'ਚ ਕੋਈ ਮਿਨੀਮਮ ਦੱਸਿਆ ਵੀ ਕਿੰਨਾ ਇੰਚ ਦਾ ਹੋਣੀ ਚਾਹੀਦੀ ਤਲਵਾਰ, ਉਹਦੀ ਲੈਂਥ ਕਿੰਨੀ ਹੋਣੀ ਚਾਹੀਦੀ, ਉਹ ਜਾਣੀ ਚਾਹੀਦੀ। ਵੱਡੀ ਤਲਵਾਰ ਜਿਹੜੀ ਆ ਉਹ ਨਹੀਂ ਜਾ ਸਕਦੀ, ਇਹ ਹੈਗਾ ਇਹ ਕਿਉਂਕਿ ਧਰਮ ਦਾ ਅਕੀਦਾ ਹੈਗਾ, ਆਪਾਂ ਤਾਂ ਇਹ ਗੱਲ ਦੀ ਪੂਜਾ ਕਰਦੇ ਹਾਂ ਜਾਂ ਕਰਦੇ ਰਹਾਂਗੇ, ਪਰ ਜਿਹਦੇ 'ਚ ਜਿੱਥੇ 'ਚ ਕਾਨੂੰਨ ਆਉਂਦਾ, ਕਾਨੂੰਨ ਦੇ ਦਾਇਰੇ 'ਚ ਆਉਂਦੀ ਗੱਲ, ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਕਿਉਂਕਿ ਇਹ ਆਪ IPS ਆ, ਪੜ੍ਹੇ ਲਿਖੇ ਹੈਗੇ ਆ, ਇਹਨਾਂ ਨੇ ਸਾਰਾ ਕੁਝ ਪੜ੍ਹਿਆ, ਕਾਨੂੰਨ ਕਾਇਦਾ ਪੜ੍ਹਿਆ, ਇੰਡੀਅਨ ਪੈਨਲ ਕੋਡ ਪੜ੍ਹਿਆ, ਧਾਰਾ ਪੜ੍ਹੀਆਂ ਸਾਰੀਆਂ, ਇਹਨਾਂ ਨੂੰ ਪਤਾ ਹੀ ਹੈ। ਕਿਉਂਕਿ ਜਦੋਂ ਆਪ IPS ਹੈ ਔਰ ਇਹਨਾਂ ਨੇ SSP ਰਹੇ, ਜਦੋਂ ਇਹ ਪਰਚਾ ਦਰਜ ਕਰਦੇ ਰਹੇ, ਜਦੋਂ ਲਿਖਦੇ ਰਹੇ ਆ, ਜਦੋਂ ਕੇਸ ਫਾਈਟ ਕਰਦੇ ਰਹੇ, ਉਹਨਾਂ 'ਚ ਵੀ ਤੇ ਲਿਖਦੇ ਹੋਣਗੇ ਵੀ ਤਲਵਾਰ ਕਿੰਨੀ ਲੰਬੀ ਹੈ, ਕਿੱਥੇ ਵਰਤੀ ਜਾਂਦੀ, ਕੀ ਨਹੀਂ ਹੈਗਾ, ਕਿੱਥੇ ਜਾ ਸਕਦੀ ਹੈ, ਇਹ ਖੁਦ ਜਾਣਦੇ ਹੈਗੇ ਆ, ਆਪਾਂ ਤਾਂ ਇਹਨਾਂ ਨੂੰ ਕਹਿਣਾ। ਦੇਖੋ ਗੱਲ ਇਹ ਨੰਬਰ 2 ਹੈਗੇ ਆ ਇਹ ਸੂਝਵਾਨ ਧਾਰਮਿਕ ਨੇਤਾ ਵੀ ਹੈਗੇ ਆ, ਧਰਮ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਪੜ੍ਹੇ ਲਿਖੇ ਹੈਗੇ ਆ। ਇਹਨਾਂ ਨੇ ਰਿਜ਼ਾਈਨ ਕਰਤਾ ਸੀ 1984 'ਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀਗਾ, ਇਹਨਾਂ ਕੋਲ ਨਹੀਂ ਸਹਾਰਿਆ ਗਿਆ, ਇਹਨਾਂ ਨੇ ਇਮੀਡੀਏਟ ਹੀ ਆਪਣਾ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਫਿਰ ਇਹ ਪੋਲੀਟਿਕਸ ਆਏ, ਇੱਕ ਬਹੁਤ ਵੱਡੀ ਪੋਸਟ ਛੱਡ ਕੇ ਆਏ ਆ। ਇਸ ਕਰਕੇ ਸੰਗਰੂਰ ਤੋਂ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬਹੁਤ ਭਰਵਾਂ ਹੁੰਗਾਰਾ ਦਿੱਤਾ, ਬਹੁਤ ਸਤਿਕਾਰ ਇੱਜ਼ਤ ਦਿੱਤੀ ਔਰ ਬੜੇ ਵਧੀਆ ਤਰੀਕੇ ਨਾਲ ਜਿੱਤੇ। ਜਿੱਧਰ ਵੀ ਜਾਂਦੇ ਲੀਡ ਕਰ ਰਹੇ ਸੀਗੇ ਔਰ ਇਹਨਾਂ ਦੇ ਪਿੱਛੇ ਗੁਰਪੇਜ ਸੀਗੇ ਜਿਹੜੇ ਆਪ ਵਾਲੇ, ਉਹ ਬਰਾਬਰ ਚੱਲਦੇ ਰਹੇ, ਪਰ ਬਹੁਤ ਪਿੱਛੇ ਪਛੜੇ ਵੀ, ਔਰ ਇਹਨਾਂ ਨੂੰ ਲੋਕਾਂ ਨੇ ਬਹੁਤ ਤਰੀਕੇ ਨਾਲ ਸਤਿਕਾਰ ਦਿੱਤਾ। ਮੈਂ ਇਸੇ ਕਰਕੇ ਗੱਲ ਕਰ ਰਿਹਾ ਕਿ ਇਹ ਬੜੇ ਸੁਲਝੇ ਔਰ ਸਿਆਣੇ ਬੰਦੇ ਆ। ਇਹ ਜਾ ਕੇ ਸੰਸਦ ਵਿੱਚ ਗੱਲ ਵੀ ਵਧੀਆ ਕਰਨਗੇ ਜੇ ਕਰਨ ਗਿਆ, ਔਰ ਅੰਗਰੇਜ਼ੀ ਆਉਂਦੀ ਇਹਨਾਂ ਨੂੰ, ਪੜ੍ਹਦੇ ਲਿਖਦੇ ਵੀ ਆ। ਔਰ ਉੱਥੇ ਇਹ ਨਹੀਂਗਾ ਵੀ ਇਹ ਜਿੱਦਾਂ ਬਹੁਤ ਜਾਂਦੇ ਆ ਤਾਂ ਗੁੰਗੇ ਬੋਲੇ ਬਣ ਕੇ ਬਹਿ ਜਾਂਦੇ ਤੇ ਹਾਂ ਕਰਦੇ। ਇਸੇ ਗੱਲ ਦੀ ਤਾਂ ਖੁਸ਼ੀ ਸੀ ਲੋਕਾਂ ਨੂੰ ਕਿ ਜਿਹੜੇ 5 ਅਸੀਂ ਰਾਜ ਸਭਾ ਮੈਂਬਰ ਭੇਜੇ ਨੇ, ਉਹ ਤਾਂ ਪੰਜਾਬ ਦੀ ਗੱਲ ਸ਼ਾਇਦ ਕਰ ਹੀ ਨਾ ਸਕਣ, ਉਹਨਾਂ ਨੂੰ ਪਤਾ ਹੀ ਨਹੀਂ। ਸੀਚੇਵਾਲ ਸਾਹਿਬ ਗਏ ਨੇ, ਸਾਨੀ ਸਾਹਿਬ ਗਏ, ਤਾਂ ਸਾਨੂੰ ਉਮੀਦ ਜਾਗੀ ਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਉੱਥੇ ਹੈ। ਹੁਣ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ, ਇਹ ਵੀ ਗਏ ਤੇ ਇਹ ਵੀ ਗੱਲ ਕਰਨਗੇ। ਇਹ ਤਾਂ ਇਕੱਲੇ ਬਣੇ ਆ, ਇਹ ਤਾਂ ਇਕੱਲੇ ਹੀ ਨੇ। 1.25 ਲੱਖ ਹੀ ਬਹੁਤ ਆ, 1.25 ਲੱਖ ਸੇ ਇੱਕ ਲੜਾਊ ਵਾਲੀ ਗੱਲ ਜੋ ਦਸ਼ਮੇਸ਼ ਪਿਤਾ ਦੀ। ਸੋ ਇਹ ਅੰਦਰ ਜੇ ਜਾਂਦੇ ਹੀ ਨਹੀਂ, ਜੇ ਤਲਵਾਰ ਲੈ ਕੇ ਜਾਣ ਦੀ ਪਰਮਿਸ਼ਨ ਨਹੀਂ ਮਿਲਦੀ, ਫਿਰ ਅਸੀਂ ਕੀ ਕਰੀਏ? ਕਿ ਸਾਨੂੰ ਤਾਂ ਉਮੀਦ ਜਾਗੀ ਸੀ ਕਿ ਇੱਕ ਬੰਦਾ ਸਾਡਾ ਪੰਜਾਬ ਦੀ ਗੱਲ ਜਾ ਕੇ ਕਰੇਗਾ। ਇੱਕ ਵਾਰੀ ਤੇ ਜਾ ਕੇ ਕਰਨਗੇ, ਇੱਕ ਵਾਰੀ ਤੇ ਪਿੱਠੂ ਗਰਮ ਕਰਨਗੇ ਉੱਥੇ। ਜੇ ਤਾਂ ਉਹਨਾਂ ਮੰਨ ਲਈ ਗੱਲ ਤੇ ਵੈਲ ਐਂਡ ਗੁੱਡ, ਨਹੀਂ ਤਾਂ ਫਿਰ ਇਹ ਸੋਚਣਗੇ ਕੋਈ ਨਾ ਕੋਈ ਉਪਾਅ ਹੋਰ ਤੇ ਅੰਦਰ ਜਾਣ ਦੀ ਇਜਾਜ਼ਤ ਮੰਗਣਗੇ। ਮਾਨ ਸਾਹਿਬ ਨੂੰ ਜਾ ਕੇ ਆਪਾਂ ਰਿਕੁਐਸਟ ਕਰੀਏ, ਮਾਨ ਸਾਹਿਬ ਇਦਾਂ ਨਾ ਕਰੋ, ਤੁਸੀਂ ਅੰਦਰ ਜਾਓ ਔਰ ਸਾਡੀ ਗੱਲ ਕਰੋ। ਸਾਡੇ ਜਿਹੜੇ ਯੰਗ ਜਿਹੜੇ ਬੱਚੇ ਆ, ਜਿਹੜੇ ਯੂਥ ਨੇ, ਜਿੱਥੇ ਇਹਨਾਂ ਦੀਆਂ ਏਜੰਸੀਆਂ, ਉਹਨਾਂ ਨੂੰ ਚਾਹੀਦਾ ਕਿ ਮਿਲ ਕੇ ਇਹਨਾਂ ਨੂੰ ਗੁਜ਼ਾਰਿਸ਼ ਕਰਨ ਕਿ ਜਥੇਦਾਰ ਜੀ ਹੁਣ ਤੁਸੀਂ ਜਾਓ ਜੀ, ਜਥੇਦਾਰ ਜੀ ਤੇ ਸਾਡੀ ਕੋਈ ਗੱਲ ਕਰੋ ਉੱਥੇ। ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਉੱਥੇ ਨਜਿੱਠੋ ਤਾਂ ਕਿ ਪੰਜਾਬ ਫਿਰ ਚੜ੍ਹਦੀ ਕਲਾ ਚ ਆ ਜਾਏ। ਬਿਲਕੁਲ ਸਹੀ ਗੱਲ ਹੈ, ਚਾਹੀਦਾ ਔਰ ਇਹ ਮੰਨ ਜਾਣਗੇ। ਤੁਹਾਡੇ ਵਰਗਾ ਸੂਝਵਾਨ ਬੰਦਾ ਅੰਦਰ ਚਾਹੀਦਾ, ਮਾਨ ਸਾਹਿਬ ਨੂੰ ਜਾ ਕੇ ਗੱਲ ਕਹੀ ਜਾਵੇ ਕਿ ਤੁਸੀਂ ਆਪਣੀ ਸ਼ਰਤ ਨਾ ਰੱਖੋ, ਹਜੇ ਤੁਸੀਂ ਜਾ ਕੇ ਪੰਜਾਬ ਨੂੰ ਬਚਾਓ, ਪੰਜਾਬ ਦੀ ਗੱਲ ਕਰੋ। ਬੜੇ ਸੱਚੇ ਸੁੱਚੇ ਤੇ ਇਮਾਨਦਾਰ ਇਨਸਾਨ ਆ, ਬਿਲਕੁਲ ਸਹੀ, ਇਸ ਕਰਕੇ ਗੱਲ ਕਰਨ ਯੋਗ ਵੀ ਹੈਗੇ ਆ, ਪੜ੍ਹੇ ਲਿਖੇ ਤੇ ਹੈਗੇ ਆ ਪੂਰੇ, ਔਰ ਅੜੀਅਲ ਵੀ ਹੈਗੇ, ਜਿੱਥੇ ਅੜ ਜਾਂਦੇ ਫਿਰ। ਚਲੋ ਆਪਾਂ ਅੱਗੇ ਤੁਰਦੇ ਹਾਂ। ਇੱਕ ਵਾਰੀ ਫਿਰ ਤੋਂ ਉਹੀ ਪਟਿਆਲੇ ਦੇ ਵਿੱਚ ਹੋ ਗਿਆ ਕਿ ਕਾਲੀ ਮਾਤਾ ਮੰਦਿਰ ਦੇ ਬਾਹਰ ਕੰਧਾਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਇੱਕ ਵਾਰੀ ਜਦੋਂ ਪਹਿਲਾਂ ਹੋਇਆ ਸੀ, ਇਹ ਜ਼ਰੂਰ ਫਿਰ ਉਹੀ ਤੋਂ ਜੋ ਸ਼ਰਾਰਤੀ ਲੋਕ ਨੇ, ਐਕਟੀਵੇਟ ਨੇ, ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਇੱਕ ਵਾਰ ਫਿਰ ਤੋਂ ਇਹੀ
ਗੰਦੇ ਗਲਤ ਉਪਰਾਲੇ ਕਰਦੇ ਪਏ ਨੇ, ਜਦ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ, ਪਿਆਰ ਭਾਈਚਾਰਾ ਬਣਿਆ ਹੋਇਆ। ਖਾਲਿਸਤਾਨ ਦੇ ਨਾਰੇ ਜਿਹੜੇ ਲਿਖੇ ਜਾ ਰਹੇ ਕੰਧਾਂ ਤੇ, ਹਾਂਜੀ। ਇਹ ਇੱਕ ਸ਼ਹਿਰ ਦੀ ਗੱਲ ਨਹੀਂ, ਪੰਜਾਬ 'ਚ ਬਹੁਤ ਸ਼ਹਿਰਾਂ 'ਚ ਲਿਖਿਆ ਗਿਆ। ਜਲੰਧਰ 'ਚ ਵੀ ਜਦੋਂ BSF ਦੀਆਂ ਕੰਧਾਂ ਤੇ ਲਿਖੇ, ਫਿਰ ਨੀਲਾ ਪੇਂਟ ਕੀਤਾ ਗਿਆ ਔਰ ਉਹਨੂੰ ਬੁਝਾਇਆ ਗਿਆ। ਜਦੋਂ ਪਟਿਆਲੇ ਦੇ ਵੋਲਵੇ ਦੀਆਂ ਬੱਸਾਂ ਚੱਲੀਆਂ ਨੇ ਉਦੋਂ ਵੀ ਉਹਦੇ 'ਚ ਵੀ ਲਿਖਿਆ ਸੀ, ਹੋਇਆ ਸੀ ਪ੍ਰੋਬਲਮ। ਔਰ ਦੂਜੀ ਗੱਲ ਜਿਹੜੀ ਇਹ ਪਟਿਆਲੇ ਪਹਿਲੋਂ ਜਦੋਂ ਹੋਇਆ ਬਹੁਤ ਵੱਡਾ ਸੰਘਰਸ਼ ਹੰਗਾਮਾ ਹੋਇਆ, ਜਿਹਦੇ 'ਚ ਬੜੀ ਵੱਡ ਫੱਟ ਵੀ ਹੋਈ ਆ, ਤੋੜ ਭੰਨ ਵੀ ਹੋਈ ਆ, ਔਰ ਉਹਦੇ 'ਚ ਕਰਫਿਊ ਵੀ ਲੱਗਣ ਦੀ ਕੋਸ਼ਿਸ਼ ਹੋਈ ਆ, ਔਰ ਉਹਦੇ 'ਚ ਬਹੁਤ ਲੋਕਾਂ ਨੇ ਉਹਦਾ ਉੱਚ ਨਾਰਾਜ਼ਗੀ ਪ੍ਰਗਟਾਈ ਹੈ ਕਿ ਮਾੜੀ ਗੱਲ ਆ ਜਿਹੜੀ ਸ਼ਾਂਤੀ ਨੂੰ ਦੁਬਾਰਾ ਭੰਗ ਹੋ ਗਿਆ ਔਰ ਵਸਦਾ ਰਸਦਾ ਸ਼ਹਿਰ ਫਿਰ ਦੁਬਾਰਾ ਉਜਾੜਨ ਲੱਗੇ। ਔਰ ਮਹਾਰਾਜਿਆਂ ਦਾ ਸ਼ਹਿਰ ਆ ਜਿਹਦੇ 'ਚ ਕੋਈ ਇੱਦਾਂ ਦਾ ਰੌਲਾ ਨਹੀਂ ਰਿਹਾ। ਉੱਥੇ ਸਿਰਫ ਤੇ ਜਿਹੜਾ ਹੁੰਦਾ ਸੀਗਾ ਐਂਟਰਟੇਨਮੈਂਟ ਆ, ਖਾਣ ਪੀਣ, ਘੋੜ ਦੌੜ, ਭੱਜਣ ਨੱਠਣ ਸੀ, ਸਾਰਾ ਕੁਝ ਸੀ ਉੱਥੇ। ਇੱਦਾਂ ਦਾ ਮਹਾਰਾਜਿਆਂ ਦਾ ਸ਼ਹਿਰ ਆ। ਪਰ ਇਹ ਦੀ ਜਿਹੜੀ ਨੁਕਤਾਚੀਨੀ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਫਿਰ ਉੱਥੇ ਬੜਾ ਜਿਹੜਾ ਘਾਣ ਬੱਚਾ ਕਰ ਦਿੰਦੀਆਂ ਲੋਕਾਂ ਦਾ, ਔਰ ਲੋਕ ਜਿਹੜੇ ਆ ਉਹ ਜੀਣ ਜੋਗੇ ਨਹੀਂ ਰਹਿੰਦੇ। ਪਰ ਦੂਜੀ ਗੱਲ ਹੈ ਜਿਹੜੇ ਇਹ ਨਾਰੇ ਜਦੋਂ ਇੱਥੇ ਪੰਜਾਬ ਦੇ ਅੱਜ ਜਲੰਧਰ 'ਚ ਫਿਰ ਇਹਨਾਂ ਨੇ ਫੜ ਲਏ ਬੰਦੇ, ਗ੍ਰਿਫਤਾਰ ਕਰ ਲਏ ਜਿਹੜੇ ਲਿਖਦੇ ਸੀਗੇ। ਇੱਕ ਬੰਦੇ ਨੂੰ ਜਦੋਂ ਪੁੱਛਿਆ, ਉਹਨੇ ਲਿਖ ਰਿਹਾ ਸੀਗਾ, ਉਹਨੇ ਲਿਖਣਾ ਸੀ ਜਲੰਧਰ 'ਚ ਦੇਵੀ ਤਲਾਬ ਧਾਰਮਿਕ ਸਥਾਨ ਆ, ਉਹਦੀਆਂ ਦੀਵਾਰਾਂ 'ਤੇ ਲਿਖਣਾ ਸੀ। ਇੱਕਦਮ ਕੱਲ੍ਹ ਪਰਸੋਂ ਨਿਊਜ਼ ਜਿਹੜੀ ਛਾਇਆ ਹੋਈ ਹੈ, ਉਹਨੂੰ ਪੈਸਾ ਮਿਲਣਾ ਸੀਗਾ। ਉਹ ਗਲਤੀ ਨਾਲ ਜਿਹੜਾ ਉਸ ਪਾਸੇ ਨੇ ਲਿਖਿਆ, ਦੂਜੇ ਉਹਦੇ ਆਪੋਜ਼ਿਟ ਲਿਖਿਆ ਦੂਜੀਆਂ ਦੀਵਾਰਾਂ 'ਤੇ। ਜਦੋਂ ਉਹਨਾਂ ਨੇ ਚੈੱਕ ਕੀਤਾ, ਏਜੰਸੀ ਇਹਨਾਂ ਨੂੰ ਫਾਲੋ ਕਰਦੀ ਹੈ ਕੌਣ ਲਿਖਾ ਰਿਹਾ, ਜਦੋਂ ਉਹਨਾਂ ਨੇ ਲਿਖਿਆ, ਉਹ ਕਹਿੰਦਾ ਵੀ ਤੂੰ ਤਾਂ ਲਿਖ ਗਲਤ ਗਿਆ, ਤੈਨੂੰ ਹੁਣ ਪੈਸੇ ਕਿੱਥੋਂ ਮਿਲਣੇ? ਉਹ ਕਹਿੰਦਾ ਜੀ ਮੇਰੇ ਕੋਲ ਹੋ ਗਈ ਗਲਤੀ, ਮੈਂ ਪਹਿਲਾਂ ਤਾਂ ਪ੍ਰੋਪਰ ਜਗ੍ਹਾ 'ਤੇ ਲਿਖਦਾ, ਇੱਥੇ ਮੈਂ ਦੂਜੇ ਪਾਸੇ ਲਿਖ ਗਿਆ, ਮੈਨੂੰ ਨਹੀਂ ਸਮਝ ਆਈ, ਵਾਹੋ ਦਾਹੀ 'ਚ ਮੈਂ ਭੱਜ ਦੌੜ 'ਚ ਮੈਂ ਇੱਧਰ ਲਿਖ ਗਿਆ। ਆਉਂਦਾ ਫਿਰ ਨਹੀਂ ਤੈਨੂੰ ਮਿਲੂਗਾ ਕੁਝ ਵੀ। ਫਿਰ ਕਰਕੇ ਉਹਨੇ ਦੁਬਾਰਾ ਫਿਰ ਆਪਣੀ ਕੋਸ਼ਿਸ਼ ਕਰਕੇ ਉਸ ਪਾਸੇ ਲਿਖ ਕੇ ਦੁਬਾਰਾ ਪੈਸੇ ਲਏ। ਇਹਨਾਂ ਨੂੰ ਅਸਲ 'ਚ ਪੈਸੇ ਮਿਲਦੇ ਆ, ਇਹਦੇ ਵਿੱਚ ਕੋਈ ਧਰਮ ਦਾ ਅਕੀਦਾ ਨਹੀਂ, ਕੋਈ ਧਾਰਮਿਕ ਸੰਸਥਾ ਨਹੀਂ, ਇਹ 'ਚ ਕੋਈ ਹੈਂਡਫੁੱਲ ਜਿਹੜੇ ਲੋਕ ਨੇ, ਉਹ ਮੁੱਠੀ ਭਰ ਲੋਕ ਜਿਹੜੇ ਉਹ ਇਹਦੇ ਪਿੱਛੇ ਲੱਗੇ ਆ। ਆਮ ਜਨਤਾ ਦਾ ਇਹਦੇ ਨਾਲ ਕੋਈ ਸਰੋਕਾਰ ਨਹੀਂ, ਨਾ ਲੋਕ ਚਾਹੁੰਦੇ ਹੀ ਆ। ਕੌਣ ਚਾਹੁੰਦਾ ਹੈ? ਕੋਈ ਵੀ ਨਹੀਂ ਚਾਹੁੰਦਾ। ਇਹ ਤਾਂ ਕੋਈ ਕਨਸਪੀਰੇਸੀ ਆ, ਕੋਈ ਜਿਹੜੇ ਮਾਹੌਲ ਖਰਾਬ ਕਰਨ ਦੇ ਪਿੱਛੇ ਲੱਗੇ ਹੋਏ ਨੇ ਪੰਜਾਬ ਦਾ, ਉਹਨਾਂ ਦੀ ਕਨਸਪੀਰੇਸੀ ਆ। ਆਮ ਪਬਲਿਕ ਤਾਂ ਕਦੀ ਇਸ ਗੱਲ ਚਾਹੁੰਦੀ ਹੀ ਨਹੀਂ ਹੈਗੀ, ਕਦੀ ਨਹੀਂ। ਜਦੋਂ ਪਹਿਲਾਂ ਬੇਅਦਬੀ ਦੇ ਮਾਮਲੇ ਵੀ ਆਪਾਂ ਡਿਸਕਸ ਕਰਦੇ ਆ, ਆਮ ਲੋਕ ਥੋੜਾ ਜਾ ਕੇ ਬੇਅਦਬੀ ਕਰਦੇ ਨੇ, ਉਹਦੇ ਵਿੱਚ ਵੀ ਪੋਲਿਟਿਕਸ ਹੈ, ਉਹਦੇ ਵਿੱਚ ਵੀ ਕਨਸਪੀਰੇਸੀ ਹੈ, ਉਹਦੇ ਕੋਈ ਹੋਰ ਮੰਤਵ, ਕੋਈ ਹੋਰ ਟੀਚੇ ਹੁੰਦੇ ਨੇ, ਜਿਨ੍ਹਾਂ ਨੂੰ ਹੋਰ ਮਕਸਦਾਂ ਨੂੰ ਇਹ ਹੱਲ ਕਰਨਾ ਚਾਹੁੰਦੇ ਨੇ, ਹਾਸਿਲ ਕਰਨਾ ਚਾਹੁੰਦੇ ਨੇ, ਔਰ ਕੋਈ ਨਾ ਕੋਈ ਜ਼ਰੀਆ ਲੱਭ ਲੈਂਦੇ ਨੇ। ਕੋਈ ਜ਼ਰੂਰਤਮੰਦ ਨੂੰ ਇਸਤੇਮਾਲ ਕਰਦੇ ਨੇ, ਕਿਸੇ ਗਰੀਬ ਨੂੰ ਇਸਤੇਮਾਲ ਕਰਦੇ ਨੇ ਆਪਣੇ ਮਕਸਦ ਦੇ ਲਈ। ਇਹ ਸਾਰੀਆਂ ਕਨਸਪੀਰੇਸੀਜ਼ ਨੇ। ਆਮ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ। ਆਮ ਲੋਕ ਤਾਂ ਹਮੇਸ਼ਾ ਇੱਜ਼ਤ ਕਰਦੇ ਨੇ, ਹਮੇਸ਼ਾ ਪਿਆਰ ਨਾਲ, ਮੁਹੱਬਤ ਨਾਲ ਰਹਿੰਦੇ ਨੇ। ਆਪਾਂ ਅੱਗੇ ਚੱਲਦੇ ਹਾਂ ਜੀ। ਨਸ਼ਿਆਂ ਨੂੰ ਠੱਲ ਪਾਉਣੀ ਹੈ। ਪੰਜਾਬ ਦੇ ਅੰਦਰ ਪੂਰੇ ਆਰਡਰਸ ਹੋਏ ਹੋਏ ਨੇ ਗਵਰਨਮੈਂਟ ਵੱਲੋਂ, ਬਹੁਤ ਵਧੀਆ ਗੱਲ ਹੈ। ਰੇਡਸ ਹੋ ਰਹੇ ਨੇ, ਫੜੇ ਵੀ ਜਾ ਰਹੇ ਨੇ। ਹੁਣ ਪੰਜਾਬ ਤੇ ਮਹਾਰਾਸ਼ਟਰ ਦੀ ਪੁਲਿਸ ਨੇ ਮਿਲ ਕੇ ਤੋਂ 73 ਕਿਲੋਗ੍ਰਾਮ ਹੈਰੋਇਨ ਫੜੀ ਹੈ। ਇੱਕ ਚੰਗੀ ਮੂਵ ਹੈ। ਇਦਾਂ ਹੀ ਪੂਰੇ ਭਾਰਤ ਦੀਆਂ ਪੁਲਿਸ ਮਹਿਕਮੇ ਮਿਲ ਕੇ ਆਪਸ 'ਚ ਕੰਮ ਕਰਨ ਤਾਂ ਬਿਲਕੁਲ ਭਾਰਤ ਨੂੰ ਹੀ ਡਰੱਗ ਫ੍ਰੀ ਕਰ ਦਿੱਤਾ ਜਾਵੇ, ਕਿਉਂਕਿ ਬਹੁਤ ਬੁਰਾ ਹਾਲ ਹੈ। ਚਾਹੇ ਆਫਿਸ ਦੀ ਗੱਲ ਕਰੋ ਕਿਸੇ, ਚਾਹੇ ਕਾਲਜ ਦੀ ਗੱਲ ਕਰੋ ਕਿਸੇ, ਚਾਹੇ ਕਿਸੇ ਹੋਰ ਖੇਤਰ, ਵੱਡੀਆਂ ਵੱਡੀਆਂ ਪਾਰਟੀਆਂ 'ਚ ਡਰੱਗਸ ਚੱਲਦੀਆਂ ਨੇ। ਅਸੀਂ ਦੇਖਦੇ ਆਏ ਦਿਨ ਖਬਰਾਂ ਛਪਦੀਆਂ ਰਹਿੰਦੀਆਂ ਨੇ। ਸੈਲੀਬ੍ਰਿਟੀਜ਼ ਦੀਆਂ ਪਾਰਟੀਜ਼ ਦੇ ਵਿੱਚ ਡਰੱਗਸ ਚੱਲਦੀਆਂ ਨੇ, ਔਰ ਪੂਰਾ ਨੈਟਵਰਕ ਬਣਿਆ ਹੋਇਆ। ਉਹਨਾਂ ਨੂੰ ਆਰਡਰਸ ਦਿੱਤੇ ਜਾਂਦੇ ਨੇ, ਸਾਡੀ ਫਲਾਣੀ ਪਾਰਟੀ ਹੈ, ਸਾਨੂੰ ਡਰੱਗਸ ਚਾਹੀਦੀਆਂ ਨੇ। ਸੋ ਇਹ ਸਭ ਚੀਜ਼ਾਂ ਇੱਕ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਤਾਂ ਨਹੀਂ ਹੋਣੀਆਂ ਚਾਹੀਦੀਆਂ, ਬਲਕਿ ਇਹ ਬਿਮਾਰੀ ਤਾਂ ਪੂਰੀ ਦੁਨੀਆ 'ਚ ਫੈਲੀ ਹੋਈ ਹੈ। ਹੁਣ ਅਸੀਂ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਗਵਰਨਮੈਂਟਸ ਨੂੰ ਸਟਰੋਂਗ ਹੋ ਕੇ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਚਾਹੀਦਾ। ਔਰ ਇਹ ਜਿਹੜੇ ਨੈਟਵਰਕ ਨੇ, ਕਿਉਂਕਿ ਇਹ ਵੀ ਧੰਦੇ ਨੇ, ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਕੋਈ ਪੋਲੀਟੀਕਲ ਗਰੁੱਪਸ ਵੀ ਇਹਦੇ ਵਿੱਚ ਇਨਵੋਲਵ ਹੁੰਦੇ ਨੇ, ਪੋਲੀਟੀਕਲ ਲੋਕ ਵੀ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ, ਉਹ ਵੀ ਆਪਣਾ ਹਿੱਸਾ ਲੈਂਦੇ ਨੇ, ਨੈਟਵਰਕ ਨੂੰ ਸਪੋਰਟ ਕਰਦੇ ਨੇ। ਸੋ ਇਸ ਹਾਲਤ ਦੇ ਵਿੱਚ ਇਦਾਂ ਦੇ ਆਪਰੇਸ਼ਨ ਹੋਣੇ ਔਰ ਇਦਾਂ ਫੜਿਆ ਜਾਣਾ ਮਾਲ ਇੱਕ ਚੰਗਾ ਸਾਈਨ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਾ ਕਿ ਨਸ਼ੇ ਦਾ ਜਿਹੜਾ ਵਪਾਰ ਕਾਰੋਬਾਰ ਹੈ ਪੰਜਾਬ 'ਚ ਤਾਂ ਬਹੁਤ ਵੱਧ ਗਿਆ। ਔਰ ਇਹਦੇ 'ਚ ਦੂਜੀ ਗੱਲ ਹੈ ਕਿ ਜਿਹੜੀਆਂ ਏਜੰਸੀਆਂ ਇਹਨਾਂ ਨੂੰ ਸੁਰੱਖਿਆ ਵਾਲੀਆਂ ਜਿਹੜੀਆਂ ਫੜ ਰਹੀਆਂ, ਉਹਨਾਂ ਨੇ ਥੋੜ੍ਹਾ ਜਿਹਾ ਤਾਂ ਹੁਣ ਥੋੜ੍ਹਾ ਆਪਣੇ ਆਪ ਨੂੰ ਬੀੜਾ ਚੁੱਕਿਆ, ਜਿਹਦੇ 'ਚ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਗੌਰਵ ਯਾਦਵ ਜੀ, ਇਹਨਾਂ ਨੇ ਪਹਿਲਾਂ ਤਲਾਸ਼ੀ ਵੀ ਲਈ ਹੈ, ਪੰਜਾਬ 'ਚ ਤਲਾਸ਼ੀ ਮੁਹਿੰਮ ਵੀ ਕੀਤੀ ਹੈ। ਔਰ ਇਹ ਇੰਟੀਰੀਅਰ ਨੂੰ ਦੇਖਣਗੇ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਬਣਦਾ, ਕਿੱਥੇ ਕਿੱਥੇ ਵੇਚਦੇ ਆ, ਕਿੱਥੇ ਕਿੱਥੇ ਤਸਕਰ ਬੈਠੇ ਆ, ਉਹ ਜਿਹੜੇ ਮੁਹੱਈਆ ਕਰ ਰਹੇ ਆ, ਲੋਕਾਂ ਨੂੰ ਵੇਚ ਰਹੇ ਆ, ਉਹਨਾਂ ਦੇ ਪਹਿਲਾਂ ਸਕੰਜਾ ਕੱਸਿਆ, ਉਹਨਾਂ ਨੂੰ ਫੜਿਆ ਵੀ ਇਹਨਾਂ ਨੇ, ਆਉਂਦਾ ਹੀ ਇਹਨਾਂ ਨੇ ਇਹ ਕੰਮ ਕੀਤਾ। ਦੂਜੀ ਗੱਲ ਰਹੀ ਜਿਹੜਾ ਹੁਣ ਤੁਸੀਂ ਦੱਸਿਆ ਕਿ ਜਿਹੜਾ ਹੀਰੋਇਨ ਫੜੀ ਇਹਨਾਂ ਨੇ, ਜਿਹੜੀ ਅਫਗਾਨਿਸਤਾਨ ਤੋਂ ਜਾਂ ਪਾਕਿਸਤਾਨ ਤੋਂ ਅੰਦਰ ਆਉਂਦੀ ਆ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਮੁਹਿੰਮ ਹੋਣੀ ਚਾਹੀਦੀ। ਜਦੋਂ ਇੱਧਰ ਨਾ ਆਵੇ, ਬਾਹਰਲੇ ਦੇਸ਼ਾਂ 'ਚ ਜਿਹੜੀ ਆ ਰਹੀ ਹੈ ਪੰਜਾਬ 'ਚ,
ਜਿੰਨੇ ਵੀ ਨਸ਼ੇ ਆ ਰਹੇ ਆ, ਜੇ ਉੱਥੋਂ ਰੋਕੇ ਜਾਣ, ਜੇ ਨਸ਼ਾ ਫੜ ਲੈਂਦੇ, BSF ਦਾ ਇਹ ਰੋਲ ਹੈ ਕਿ ਉਹਨਾਂ ਨੇ ਫੜਨਾ ਉਹਨਾਂ ਨੂੰ। ਜਿਹੜੀ CRP ਆ ਉਹ ਵੀ ਉੱਥੋਂ ਇਹ ਕੰਮ ਕਰ ਸਕਦੀ ਆ। ਇਹ ਦੋਨੇ ਜਿਹੜੀ ਸੁਰੱਖਿਆ ਜਿਹੜੀਆਂ ਫੋਰਸਾਂ ਨੇ ਇਹ ਉੱਥੋਂ ਫੜ ਕੇ ਅੰਦਰ ਨਹੀਂ ਵੜਨ ਦਿੰਦੀਆਂ, ਤੇ ਚੰਗੀ ਗੱਲ ਹੈ ਤਾਂ ਕਿ ਨੌਜਵਾਨ ਜਿਹੜੇ ਆ ਇਸ ਮਾਰੂ ਜਿਹੜਾ ਮੁਹਿੰਮ ਚੱਲ ਰਹੀ ਆ, ਜੋ ਇਹਦੇ 'ਚ ਇਨਵੋਲਵ ਹੋ ਗਏ ਆ, ਉਹਨਾਂ ਤੋਂ ਬਚ ਜਾਣ ਨੌਜਵਾਨ ਜਿਹੜੇ ਇਸ ਪਾਸੇ ਇਸ ਦਲਦਲ 'ਚੋਂ ਨਿਕਲ ਆਉਣ। ਤੀਜੀ ਗੱਲ ਇਹ ਰਹੀ ਹੈ ਕਿ ਜਿੱਥੇ ਇਹਨਾਂ ਨੇ ਓਟ ਕਲੀਨਿਕ ਖੋਲ੍ਹੇ ਆ, ਉਹਦੇ ਵਿੱਚ ਜਿੰਨੇ ਵੀ ਦਾਖਲ ਹੁੰਦੇ ਆ, ਜਿਹੜੇ ਬੱਚੇ ਜਾ ਰਹੇ ਆ, ਉਹ ਫਿਰ ਵੀ ਨਸ਼ਾ ਲੈ ਰਹੇ ਆ। ਉਹਨਾਂ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ, ਉਹ ਫਿਰ ਨਸ਼ਾ ਲੈ ਕੇ ਫਿਰ ਥੋੜ੍ਹਾ ਬਹੁਤ ਆਪਣੇ ਆਪ ਨੂੰ ਪੈਰਾਂ ਸਿਰ ਹੁੰਦੇ ਆ ਤੇ ਤੁਰਦੇ ਫਿਰਦੇ ਆ। ਉਹ ਫਿਰ ਉਸੇ ਲੱਤ 'ਚ ਲੱਗੇ ਰਹਿੰਦੇ ਆ, ਬਾਕਾਇਦਾ ਉਹਨੂੰ ਛੱਡ ਨਹੀਂ ਸਕਦੇ। ਇਹਨਾਂ ਨੇ ਪਹਿਲਾਂ ਥੋੜ੍ਹੇ ਸੀਗੇ, ਹੁਣ ਇਹਨੂੰ 500 ਦੇ ਕਰੀਬ ਕਰ ਦਿੱਤਾ। ਸਿਹਤ ਜਿਹੜੇ ਸਿਹਤ ਕਰਮਚਾਰੀ ਉਹ ਵੀ ਲਾਤੇ ਆ। ਤੀਜੀ ਗੱਲ ਇਹ ਹੈਗੀ, ਪ੍ਰਾਈਵੇਟ ਏਜੰਸੀਆਂ ਨੇ ਪਿੰਡਾਂ 'ਚ ਜਿਹੜੇ ਖੋਲ੍ਹੇ ਆ ਨਸ਼ਾ ਛਡਾਊ ਕੇਂਦਰ, ਉਹ ਵੀ ਇਸੇ ਲਈ 'ਤੇ ਚੱਲ ਰਹੇ ਆ, ਜਿਹਦੇ ਵਿੱਚ ਸੁਬਾਨਪੁਰ ਤੋਂ ਨੇੜੇ ਇੱਕ ਪਿੰਡ ਹੈਗਾ ਰਮੀਦੀ, ਉਹ ਸੁਬਾਨਪੁਰ ਦੀ ਪੁਲਿਸ ਨੇ ਫੜੇ। ਉੱਥੋਂ ਜਾ ਕੇ ਉਹ ਨਸ਼ਾ ਛਡਾਊ ਕੇਂਦਰ ਦੇ ਬੰਦੇ ਫੜ ਲਏ ਉਹਨਾਂ ਨੇ, ਵਿੱਚੋਂ 20 ਮੁੰਡੇ ਛਡਾ ਕੇ ਲਿਆਂਦੇ। ਤੁਸੀਂ ਪਹਿਲਾਂ ਇਹ ਗੱਲ ਕਰੋ, ਜਦੋਂ ਅਸੀਂ ਨੈਸ਼ਨਲ ਲੈਵਲ ਦੀ ਗੱਲ ਕਰਦੇ ਹਾਂ, ਪਹਿਲਾਂ ਆਪਾਂ ਜਿਹੜੀ ਫੋਰਸਾਂ ਦੀ ਗੱਲ ਕਰਦੇ ਹਾਂ, ਜਦੋਂ ਤੁਹਾਡੇ ਤਾਂ ਦੀਵੇ ਥੱਲੇ ਇੰਨਾ ਹਨੇਰਾ ਹੋ ਗਿਆ, ਤੁਹਾਡੇ ਪਿੰਡ ਦੇ ਜਿਹੜੇ ਪਿੰਡ ਆ ਉੱਥੇ ਨਸ਼ਾ ਛਡਾਊ ਜਿਹੜੇ ਕੇਂਦਰ ਆ ਉਹਦੇ ਵਿੱਚ ਇੰਨਾ ਕੁਛ ਧੋਖੇਬਾਜ਼ੀ ਹੋ ਰਹੀ ਹੈ, ਉਹ ਕਿਹਨੇ ਵੇਖਣਾ? ਪੰਜਾਬ ਪੁਲਿਸ ਨੇ ਵੇਖਣਾ। ਗੌਰਵ ਯਾਦਵ ਜੀ ਹੁਣ ਆ ਗਏ ਨੇ, ਡਾਇਰੈਕਟਰ ਜਨਰਲ ਪੁਲਿਸ ਆ ਗਏ ਨਵੇਂ। ਜੇ ਇਹਨਾਂ ਵੱਲ ਇਹ ਗੱਲ ਵੱਲ ਤਵੱਜੋ ਦੇਣਗੇ ਤਾਂ ਮੁੰਡੇ ਬਚ ਜਾਣਗੇ, ਨਹੀਂ ਤੇ ਫਿਰ ਦੂਜੇ ਤਰੀਕੇ ਨਾਲ ਮਾਂ ਪਿਓ ਪਹਿਲਾਂ ਤਾਂ ਪੈਸਾ ਦੇਣਾ, ਉੱਥੇ ਇੱਕ ਪਾਸੇ ਤੇ ਲੁੱਟਿਆ ਜਾ ਰਿਹਾ ਮੁੰਡਿਆਂ ਦੇ, ਜਿਹੜੇ ਮੁੰਡੇ ਨਸ਼ਾ ਲੈਂਦੇ ਆ ਉਹਨਾਂ ਨੂੰ ਪੈਸਾ ਦਊਗਾ ਉਹ ਵਿਚਾਰੇ, ਉਹ ਮੁੰਡੇ ਜਿਹੜੇ ਰੋਜ਼ ਰਾਤ ਨੂੰ ਇੱਧਰੋਂ ਉੱਧਰੋਂ ਫੜਨਗੇ, ਚਿੱਟਾ ਲਿਆ ਰਿਹਾ, ਜੋ ਲਿਆ ਰਿਹਾ ਉਹਨਾਂ ਖਾਣਾ। ਜਦੋਂ ਉਹਨਾਂ ਨੂੰ ਉੱਥੇ ਐਡਮਿਟ ਕਰਾਉਂਦੇ ਆ, ਉੱਥੇ ਫਿਰ ਪੈਸਾ ਦੇ ਰਹੇ, ਉੱਥੇ 40,000 50,000 ਮੰਗਦੇ ਆ। ਕੌਣ ਲੁੱਟਿਆ ਜਾ ਰਿਹਾ? ਮਾਂ ਪਿਓ। ਜ਼ਮੀਨ ਗਹਿਣੇ ਆ, ਪਲਾਟ ਫਿਰ ਵੇਚ ਦਿੱਤੇ ਆ, ਹੈ ਨਾ। ਜਿਹੜਾ ਬਾਹਰੋਂ ਮੁੰਡਾ ਬਾਹਰ ਭੇਜਿਆ ਉਹ ਪੈਸਾ ਉੱਧਰੋਂ ਭੇਜ ਰਿਹਾ। ਇਹ ਸਾਰੀ ਗੱਲ ਪਾ ਲਾ ਕੇ ਪੇਰੈਂਟਸ ਮਾਰੇ ਜਾ ਰਹੇ ਆ ਜਿਹੜੇ ਪਿੰਡਾਂ 'ਚ ਬੈਠੇ ਆ। ਬਲਕਾਰ ਜੀ, ਕਈ ਥਾਂ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਥਾਵਾਂ ਤੇ ਇਹ ਰਿਪੋਰਟਸ ਵੀ ਮਿਲਦੀਆਂ ਨੇ ਕਿ ਨਸ਼ਾ ਛਡਾਊ ਕੇਂਦਰ ਦੇ ਅੰਦਰ ਵੀ ਨਸ਼ਾ ਬਿਲਕੁਲ, ਔਰ ਉੱਥੇ ਜਾ ਕੇ ਕਈ ਵਾਰ ਜ਼ਿਆਦਾ ਐਡਿਕਟ ਹੋ ਜਾਂਦੇ। ਫੜੇ ਆ ਹੁਣ ਤਾਂ ਪਤਾ ਲੱਗਾ ਹੀ ਆ, ਫੜ ਲਿਆ ਬੰਦੇ ਉਹਨਾਂ ਨੇ। ਆਵਾਈ ਉੱਤਿਆ ਪਿਆ, ਮਤਲਬ ਆਪਾਂ ਕਹਿੰਦੇ ਆ ਕਿ ਇੱਕ ਨੂੰ ਕੀ ਰੋਣੀ ਹੈ, ਸਾਰਾ ਆਵਾਈ ਉੱਤਿਆ ਪਿਆ। ਸੋ ਇਹ ਗੱਲਾਂ ਚੱਲਦੀਆਂ ਨੇ। ਨਸ਼ਾ ਇਦਾਂ ਨਹੀਂ ਛੁੱਟਦਾ ਹੁੰਦਾ, ਜਿੱਦਾਂ ਮਾਂ ਪਿਓ ਦਾ ਵਿਚਾਰਾ ਥੋੜਾ ਜਿਹਾ ਹੁੰਦਾ ਹੀ ਇਦਾਂ ਦਾ, ਉਹ ਤਰਸਯੋਗ ਹੁੰਦੀ ਹਾਲਤ ਉਹਨਾਂ ਦੀ। ਉਹ ਤਾਂ ਜਦੋਂ ਆਂਦੇ ਵੀ ਯਾਰ ਮੁੰਡੇ ਤੁਹਾਡੇ ਦਾ ਨਸ਼ਾ ਛਡਾ ਦਾਂਗੇ, ਇੱਥੇ ਦਾਖਲ ਕਰਾਂਦੇ ਲੈ ਜਾਓ ਜੀ, ਕਿਉਂਕਿ ਮੁੰਡਾ ਘਰ ਤੰਗ ਕਰ ਰਿਹਾ। ਉਦੋਂ ਉਹਨਾਂ ਨੇ ਕਹਿਣਾ ਜੀ ਚਲੋ ਉੱਥੇ 30,000 ਰੁਪਇਆ ਪਹਿਲਾਂ ਜਮ੍ਹਾਂ ਕਰਾ ਦਿਓ। 30,000 ਜਮ੍ਹਾਂ ਕਰਾਤਾ, 10,000 ਹਰ ਮਹੀਨੇ ਦੇ ਰਹੇ ਆ। ਉਸ 10,000 ਚੋਂ 500-700 ਦਾ ਨਸ਼ਾ ਲਿਆ ਕੇ ਨੂੰ ਦੇ ਦਿੰਦੇ ਆ। ਮੁੰਡਾ ਨਵੰਬਰ ਨਾਲ ਤੇ ਉਹਨੂੰ ਮੁੜਾਉਂਦੇ ਨਹੀਂ ਗੇ, ਵੀਡੀਓ ਕਾਲ ਤੇ ਵੀਡੀਓ ਨਾਲ ਗੱਲ ਕਰਾਉਂਦੇ ਆ। ਉਹ ਕਿਤੇ ਵੀ ਹੈਗਾ ਜਿੱਥੇ ਹੋਏਗਾ। ਜਿਹੜੇ ਓਟ ਹੈਗੇ ਆ, ਇਹਨਾਂ 'ਚ ਇਹੀ ਹਾਲਤ ਹੈ, ਇਹਨਾਂ 'ਚ ਵੀ ਗੋਲੀਆਂ ਦਿੰਦੇ ਨਸ਼ੇ ਵਾਲੀਆਂ। ਜਿਹੜੇ ਓਟ ਕਲੀਨਿਕ ਖੋਲ੍ਹੇ ਇਹਨਾਂ ਨੇ, ਹੁਣ ਇਹ ਦੇਖ ਲਓ, ਇਹ 'ਚ ਉਹ ਫੇਸ ਕਰ ਰਹੇ ਆ ਇਹ ਪ੍ਰੋਬਲਮ ਨੂੰ। ਪੇਰੈਂਟਸ, ਮਾਂ ਪਿਓ ਤੇ ਲੁੱਟੇ ਜਾ ਰਹੇ ਆ ਪੈਸੇ ਨਾਲ, ਪੈਸਾ ਜਾ ਰਿਹਾ ਉਹਨਾਂ ਦੇ ਜੇਬਾਂ 'ਚ। ਇਹ ਪਤਾ ਕੀ ਕਰਦੇ ਆ ਲੋਕਾਂ ਨੂੰ ਬਚਾਉਂਦੇ ਨਹੀਂ ਗੇ, ਲੋਕ ਧੰਦਾ ਬਣਾ ਲੈਂਦੇ। ਜਿਹੜੇ ਰੌਲਾ ਪਊਗਾ, ਜਿਹੜਾ ਰੌਲਾ ਪੈ ਗਿਆ, ਲਓ ਜੀ ਇਹ 'ਚੋਂ ਪੈਸੇ ਕਮਾਓ, ਪੈਸੇ ਕਮਾਉਣੇ ਆ, ਆਹ ਕਲੀਨਿਕ ਖੋਲ੍ਹੋ, ਇੱਧਰ ਲੈ ਆਓ, ਲੋਕਾਂ ਨੂੰ ਲੁੱਟੋ। ਇਹ ਲੁੱਟਣ ਦੀ ਪ੍ਰਕਿਰਿਆ ਪੰਜਾਬ 'ਚ ਹਮੇਸ਼ਾ ਰਹੀ ਹੈ। ਜੇ ਤਾਂ ਗੁਰੂਆਂ ਦੀ ਧਰਤੀ ਤੇ ਲੰਗਰ ਲੱਗਦੇ ਆ ਜਾਂ ਗੁਰੂਆਂ ਦੇ ਉਪਦੇਸ਼ ਨੂੰ ਉਸੇ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ, ਉਹ ਤਾਂ ਲੋਕ ਪੈਰੋਕਾਰ ਬਚਾ ਰਹੇ ਆ, ਹੈ ਨਾ। ਫਿਰ ਮਰਵਾਉਣ ਨਾਲ ਵੀ ਬੈਠੇ ਇੱਥੇ ਉਹੀ ਹੈ। ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਤਾਂ ਇਹ ਹੋ ਸਕਦਾ ਉਹਨਾਂ ਨੂੰ ਗੁੱਸਾ ਲੱਗੂਗਾ, ਪਰ ਉਹ ਹੈਗੇ ਆ, ਉਹ ਇਸ ਚੀਜ਼ ਦੀ ਲੈ ਕੇ ਨਾ ਸਾਰੀ ਵੋਟ ਇਹਦੇ ਪਿੱਛੇ ਲੱਗ ਜਾਂਦੇ। ਲਿਆਓ ਜੀ ਇਹ ਗੱਲ ਬਣ ਗਈ, ਅਸੀਂ ਹੁਣ ਇੱਥੇ ਕਲੀਨਿਕ ਖੋਲ੍ਹਿਆ, ਲਿਆਓ ਜੀ, ਹੈ ਨਾ, ਮੁੰਡੇ ਦਾਖਲ ਕਰਾ ਦਿਓ ਇੱਥੇ। ਕੋਈ ਵੀ ਵਿਪਤਾ ਹੋਊਗੀ ਉਹਦੇ ਅਗੇਂਸਟ, ਉਹਦੇ ਨਾਲ ਪੈਰਲਲ ਇੱਕ ਇੱਦਾਂ ਦੀਆਂ ਏਜੰਸੀਆਂ ਖੋਲ੍ਹ ਜਾਣਗੀਆਂ ਪੈਸਾ ਕਮਾਉਣ ਨਾਲ। ਸੋ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਦੇ ਹਿਸਾਬ ਨਾਲ ਆਪਾਂ ਗੱਲਬਾਤ ਕਰਦੇ ਪਏ ਹਾਂ। ਹੁਣ ਪਟਿਆਲੇ ਦੀ ਜੇਲ੍ਹ ਤੇ ਚੱਲਦੇ ਹਾਂ। ਇੱਕ ਇੰਟਰਨੈਸ਼ਨਲ ਮਾਹੌਲ ਬਣਿਆ ਪਿਆ ਉੱਥੇ। ਦੇਖੋ ਨਾ, ਪਹਿਲਾਂ ਤਾਂ ਇੱਕ ਹੈਵੀ ਵੇਟ ਨੇਤਾ ਸਾਡੇ ਬਿਕਰਮਜੀਤ ਸਿੰਘ ਮਜੀਠੀਆ ਫਰਵਰੀ ਤੋਂ ਉੱਥੇ ਹੀ ਨੇ। ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਪਲੇਅਰ, ਇੰਟਰਨੈਸ਼ਨਲ ਫਿਗਰ ਸਿੱਧੂ ਨਵਜੋਤ ਸਿੰਘ, ਕਾਂਗਰਸ ਦੇ, 1 ਸਾਲ ਦੀ ਸਜ਼ਾ ਉਹਨਾਂ ਨੂੰ, 1 ਸਾਲ ਦੇ ਵਾਸਤੇ ਉੱਥੇ ਨੇ। ਹੁਣ ਆਪਣੇ ਦਲੇਰ ਮਹਿੰਦੀ ਸਾਹਿਬ, ਕਬੂਤਰਬਾਜ਼ੀ ਦੀ ਸਜ਼ਾ, ਬੜੇ ਗਿਣਵੇਂ ਚੁਣਵੇਂ ਬੰਦੇ ਆ ਰਹੇ ਉੱਥੇ, 2 ਸਾਲ ਵਾਸਤੇ ਉਹ ਵੀ ਪਹੁੰਚ ਗਏ ਨੇ ਉੱਥੇ, ਜਿਹੜੇ ਪਪੂਲਰ ਨੇ ਪੂਰੇ ਆਲੇ ਦੁਆਲੇ। ਮਤਲਬ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਪਿਆ ਪਟਿਆਲਾ ਜੇਲ੍ਹ। ਹੁਣ ਦਲੇਰ ਮਹਿੰਦੀ ਸਾਹਿਬ ਵੀ ਆ ਗਏ ਨੇ 2 ਸਾਲ ਵਾਸਤੇ ਉੱਥੇ। ਅਸਲ 'ਚ ਇਹ ਕੇਸ ਕਾਫੀ ਲੰਬਾ ਸੀ, ਕਾਫੀ ਲੰਬਾ ਕੇਸ ਹੈ। ਨਵਜੋਤ ਸਿੱਧੂ ਜੀ ਦਾ ਕੇਸ ਬਹੁਤ ਲੰਬਾ ਚੱਲਦਾ ਰਿਹਾ ਸੀ, 18 ਤੋਂ ਪਹਿਲਾਂ ਦਾ। ਔਰ ਇਹ ਕੇਸ ਵੀ ਬੜਾ ਪੁਰਾਣਾ ਕੇਸ ਸੀਗਾ, ਔਰ ਇਹਦੇ ਤੇ ਇਹ ਸੁਣਵਾਈ ਲਈ ਆਉਂਦੇ ਰਹੇ ਆ ਪਟਿਆਲੇ ਜੇਲ੍ਹ 'ਚ ਆਉਂਦੇ ਰਹੇ ਆ। ਔਰ ਇਹ ਅਸਲ 'ਚ ਇਹਦਾ ਪਿਛੋਕੜ ਤਾਂ ਕਬੂਤਰਬਾਜ਼ੀ ਹੈ, ਜਿਹੜੇ ਇਹਨਾਂ ਨੇ ਮੁੰਡੇ ਭੇਜਦੇ ਸੀ ਬਾਹਰਲੇ ਦੇਸ਼ਾਂ 'ਚ, ਉਹ ਪ੍ਰੂਵ ਹੋ ਗਿਆ। ਹੁਣ ਉੱਤੇ ਕੋਈ ਵੀ ਇੱਦਾਂ ਦੀ ਜਿਹੜੀ ਗਵਾਹੀ ਨਹੀਂ ਮਿਲੀ ਇਹਨਾਂ ਨੂੰ, ਔਰ ਉਹਦੇ 'ਚ ਕੇਸ ਦੇ ਵਿੱਚ ਇਹਨਾਂ ਨੂੰ ਉਹਨਾਂ ਨੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਆ। ਔਰ ਦੇਖੋ ਇਹ ਵੀ ਗੱਲ ਵੇਖੋ,
ਹਰ ਬੰਦਾ ਫਿਰ ਆਪਾਂ ਜੁਡੀਸ਼ਰੀ ਕਹਿੰਦੇ ਕੁਇਕਲੀ ਨਹੀਂ ਫੈਸਲੇ ਕਰਦੀ, ਕੁਝ ਨਹੀਂ ਕਰਦੀ, ਪਰ ਜਦੋਂ ਇਹ ਕਲਪਰੇਟ ਨੇ, ਜਦੋਂ ਇਹਨਾਂ ਤੇ ਇਹ ਲੱਗ ਚੁੱਕਾ ਹੈ ਦੋਸ਼, ਔਰ ਜੋ ਦੋਸ਼ ਹੋਣ ਨੂੰ ਚਲੋ ਪ੍ਰੂਵ ਹੁੰਦਿਆਂ ਟਾਈਮ ਲੱਗਾ, ਪਰ ਆਫਟਰ ਆਲ ਤਾਂ ਦੋਸ਼ ਆ ਗਿਆ ਨਾ, ਤੇ ਮੜਿਆ ਗਿਆ ਕਿ ਇਹਨਾਂ ਨੇ ਕਬੂਤਰਬਾਜ਼ੀ ਕੀਤੀ ਹੈ। ਇਹ ਸਿਰਫ ਦਲੇਰ ਮਹਿੰਦੀ ਨਹੀਂ ਹੋਊਗਾ, ਇਹਦੇ 'ਚ ਹੋਰ ਵੀ ਬੰਦੇ ਇਨਵੋਲਵ ਹੋਣਗੇ, ਬੜਾ ਕੁਛ ਹੈਗਾ, ਬਹੁਤ ਕੁਛ ਹੋਏਗਾ। ਔਰ ਦੇਖੋ ਤੁਸੀਂ ਉਹ ਕਹੋਗੇ ਵੀ ਸੱਚੀ ਸੁੱਚੀ ਤੇ ਇਮਾਨਦਾਰੀ ਤੇ ਇਹ ਸੋਚ ਕਿੱਧਰ ਨੂੰ ਜਾ ਰਹੀ ਹੈ। ਹੁਣ ਦੇਖੋ ਉਹਦੇ ਵਿੱਚ ਆਪਣਾ ਨਵਜੋਤ ਸਿੱਧੂ ਜੀ ਨੇ ਚਲੋ ਕਿਤੇ ਵੀ ਜਾਂ ਕੀਤਾ, ਲੀਡਰ ਨੂੰ ਇਦਾਂ ਨਹੀਂ ਚਾਹੀਦਾ ਇੰਨਾ ਖਫਾ ਹੋ ਕੇ ਕਿਸੇ ਦੇ ਚਪੇੜਾਂ ਨਹੀਂ ਮਾਰਨੀ ਚਾਹੀਦੀਆਂ। ਜੋ ਕੁਝ ਹੋਇਆ ਉਹ ਗਲਤ ਗੱਲ ਹੋਈ ਸੀ, ਚਲੋ ਉਹ ਸਮਾਂ ਹੋਰ ਸੀ, ਯੰਗ ਏਜ ਸੀ, ਉਦੋਂ ਸੈਲੀਬ੍ਰਿਟੀ ਸੀ, ਉਦੋਂ ਸਟਾਰ ਸੀ ਕ੍ਰਿਕਟ ਦੇ। ਕਿ ਮੇਰੀ ਗੱਡੀ ਨੂੰ ਕਿਉਂ ਕਿ ਮੇਰੀ ਗੱਡੀ ਨੂੰ ਨਹੀਂ ਲਾਉਣ ਦਿੱਤਾ, ਕਿਉਂਕਿ ਉਦੋਂ ਆਪਾਂ ਤੁਸੀਂ ਤੁਹਾਡੀਆਂ ਅੱਖਾਂ 7ਵੇਂ ਸਮਾਨ ਤੇ ਬਹਿ ਜਾਂਦੀਆਂ, ਥੱਲੇ ਨਹੀਂ ਉਤਰਦੀਆਂ, ਧਰਤੀ ਨਾਲ ਤੁਸੀਂ ਨਹੀਂ ਕਰਦੇ। ਫਿਰ ਇਹ ਦੇਖੋ ਆਪਣੇ ਤੁਸੀਂ ਮਜੀਠੀਆ ਜੀ ਦੀ ਗੱਲ ਕੀਤੀ ਆ, ਕਰਤਾ ਧਰਤਾ ਵੱਡੇ ਖਾਨਦਾਨ ਚੋਂ ਵੱਡਾ ਰਿਸ਼ਤੇਦਾਰੀ ਬਾਦਲ ਸਾਹਿਬ ਨਾਲ ਇਹਨਾਂ ਦੀ ਸਿਸਟਰ ਉੱਥੇ ਮੈਰਿਡ ਆ, ਆਪਣੇ ਹਰਸਿਮਰਤ ਕੌਰ, ਸੁਖਬੀਰ ਬਾਦਲ ਜੀ ਉਹਨਾਂ ਨਾਲ ਕਿੰਨਾ ਵੱਡੀ ਰਿਸ਼ਤੇਦਾਰੀ ਆ। ਔਰ ਇਹਦੇ ਵਿੱਚੋਂ ਵੇਖੋ ਕਿ ਇਹਨਾਂ ਨੇ ਬਾਅਦ 'ਚ ਕਿੱਦਾਂ ਦਾ ਰੌਲਾ ਪਿਆ, ਲੋਕਾਂ ਦੀਆਂ ਨਜ਼ਰਾਂ 'ਚੋਂ ਕਿਸ ਤਰ੍ਹਾਂ ਦਾ ਜਿਹੜਾ ਉਹ ਦ੍ਰਿਸ਼ ਆ ਗਿਆ ਇਹਨਾਂ ਦੇ ਸਾਹਮਣੇ ਵੀ ਯਾਰ ਇਹ ਵੀ ਇਦਾਂ ਦਾ ਕੰਮ ਕਰਦੇ ਆ। ਹਾਲ ਜਿਹੜੀ ਤੁਸੀਂ ਅੱਗੇ ਦੱਸੀ ਕਿ ਕੁਝ ਲੋਕ ਤਾਂ ਚੌਧਰੀ ਚੱਲਦੇ ਹੋ, ਅਜੇ ਵੀ ਚੱਲਣਗੇ, ਉਹਨਾਂ ਨੇ ਜਿਹਨਾਂ ਨੇ ਕੰਮ ਲੈਣੇ ਉਹ ਤਾਂ ਅਜੇ ਵੀ ਇਹਨਾਂ ਦੇ ਨਾਲ, ਪਰ ਜਿਹੜੇ ਸੂਝਵਾਨ ਜਿਹੜੇ ਬੁੱਧੀਜੀਵ ਆ, ਜਿਹੜੇ ਚੰਗੀ ਸੋਚ ਵਾਲੇ ਆ, ਉਹ ਇੱਥੋਂ ਥੋੜ੍ਹਾ ਜਿਹਾ ਪਿੱਛਾ ਹਟਣਗੇ। ਇਸ ਕਰਕੇ ਹਟਣਗੇ ਕਿ ਯਾਰ ਇਦਾਂ ਦੇ ਨੇਤਾ ਕਿ ਪਟਿਆਲਾ ਹੀ ਭਰ ਦਿੱਤਾ ਇਹਨਾਂ ਨੇ, ਚੰਗੇ ਚੰਗੇ ਜਿਹੜੇ ਲੋਕਾਂ ਨੂੰ ਅਸੀਂ ਚੰਗੇ ਕਹਿੰਦੇ ਸੀ ਉਹ ਕਿੱਧਰ ਨੂੰ ਚਲੇ ਗਏ। ਤਿੰਨ ਤਾਂ ਇਹ ਆ ਗਏ ਨਾ ਜਿਹੜੇ ਬਹੁਤ ਵੱਡੇ ਖੂੰਖਾਰ ਤੇ ਵੱਡੇ ਨੇਤਾ ਗਿਣੇ ਜਾਂਦੇ ਸੀਗੇ, ਜਾਂ ਚੰਗਾ ਸਿੰਗਰ ਸੀ ਜਿਹੜਾ ਦਲੇਰ ਮਹਿੰਦੀ ਦਾ ਬਹੁਤ ਵੱਡਾ ਨਾਂ ਗਾਇਕੀ ਦੇ ਵਿੱਚ, ਔਰ ਦੇਖੋ ਹੁਣ ਆ ਕੇ ਲੋਕਾਂ ਦੀ ਨਜ਼ਰਾਂ ਤੋਂ ਤਾਂ ਥੱਲੇ ਡਿੱਗ ਪੈਂਦਾ ਨਾ। ਪੰਜਾਬੀ 뮤직 ਨੂੰ ਇੰਟਰਨੈਸ਼ਨਲ ਲੈਵਲ ਤੇ ਲਿਜਾਣ ਵਾਲਾ ਪਹਿਲਾ ਬੰਦਾ ਕੌਣ? ਦਲੇਰ ਮਹਿੰਦੀ। ਔਰ ਆ ਕੀ ਆ ਕੀ ਨਿਕਲਿਆ ਵਿੱਚੋਂ? ਕਲਾ ਕਿਸੇ ਪਾਸੇ ਚਲੋ ਤੇ ਕਲਿਆ ਕਹਿਣਗੇ ਕਿ ਜਿਹੜੀ ਕਲਾ ਕੇਸ ਚੱਲਦਾ ਪਿਆ, ਕਲਿਆ ਕਿਸ ਪਾਸੇ ਪਾਈ, ਪ੍ਰੂਵ ਹੋਏਗਾ ਤਾਂ ਹੀ ਠੀਕ ਹੈ। ਚਲੋ ਠੀਕ ਹੈ। ਹੁਣ ਸਿੱਧੂ ਸਾਹਿਬ ਦਾ ਅਸੀਂ ਠੀਕ ਹੈ, ਉਹਨਾਂ ਦਾ ਟਵੀਟ ਬੜੇ ਮਿਸ ਕਰਦੇ ਹਾਂ, ਬੜੇ ਟਵੀਟ ਮਾਰਦੇ ਹੁੰਦੇ ਸੀ ਰੋਜ਼ ਕੋਈ ਨਾ ਕੋਈ। ਚਲੋ ਹੁਣ ਸਾਲ ਵਾਸਤੇ ਉਹ ਆਵਾਜ਼ ਖਾਮੋਸ਼ ਹੈ, ਇੱਕ ਸਾਲ ਵਾਸਤੇ ਜਿਹੜੀ ਪੰਜਾਬ ਦੇ ਹੱਕ 'ਚ ਕਿਤੇ ਨਾ ਕਿਤੇ ਬੋਲਦੀ ਸੀ। ਤੇ ਹੁਣ ਮਜੀਠੀਆ ਸਾਹਿਬ ਦੀ ਗੱਲ ਕਰੀਏ ਤਾਂ ਦੇਖੋ ਪਬਲਿਕ ਨੇ ਕੀ ਕੀਤਾ, ਸਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਸਮੇਟ ਕੇ ਰੱਖ ਦਿੱਤਾ, ਸਿਰਫ 3 ਸੀਟਾਂ ਮਿਲੀਆਂ, ਬਾਕੀ ਘਰ ਬਿਠਾ ਦਿੱਤੇ ਨੇ। ਚਲੋ ਆਪਾਂ ਅੱਗੇ ਚੱਲਦੇ ਹਾਂ। ਅਮਰੀਕਾ, ਹੁਣ ਅਮਰੀਕਾ ਪਹੁੰਚੀਏ, ਸਾਵਣ ਦਾ ਮਹੀਨਾ ਹੈ, ਤੇ ਉੱਥੇ ਵੀ ਕਲਚਰ ਨੂੰ ਜ਼ਿੰਦਾ ਰੱਖਣ ਵਾਸਤੇ ਬਹੁਤ ਕੁਝ ਹੋ ਰਿਹਾ ਹੈ। ਇਹਦੇ ਬਾਰੇ ਤੁਸੀਂ ਦੱਸੋ, ਕਿਉਂਕਿ ਤੁਹਾਡੇ ਵੱਲ ਨਾ ਉਹ ਮਾਲ ਪੂੜੇ ਤੇ ਖੀਰ ਪੈਂਡਿੰਗ ਹੈਗੀ ਆ। ਹਾਂ ਨਹੀਂ ਉਹ ਜ਼ਰੂਰੀ ਹੋਗੀ, ਕਿਉਂਕਿ ਸਾਵਣ ਦਾ ਮਹੀਨਾ ਚੜ੍ਹ ਗਿਆ, ਔਰ ਸਾਵਣ ਦਾ ਜਿਹੜਾ ਖੁਸ਼ੀਆਂ ਮਨਾ ਰਹੇ ਲੋਕ, ਕਿਉਂਕਿ ਇਹ ਮਹੀਨਾ ਇੱਕ ਐਸਾ ਹੁੰਦਾ ਜਿਹੜੀਆਂ ਬਹਾਰਾਂ ਲੈ ਕੇ ਆਉਂਦਾ, ਔਰ ਕਾਲੀਆਂ ਘਟਾਂ ਆਉਂਦੀਆਂ, ਬੱਦਲ ਲਿਸ਼ਕਦੇ ਆ, ਮੀਂਹ ਪੈਣਾ ਸ਼ੁਰੂ ਹੋ ਗਿਆ। ਹੁਣ ਇਸ ਵੇਲੇ ਜਿਹੜੀਆਂ ਵੀ ਨਾ ਜਿਹੜੇ ਘਾਹ ਨੇ ਤੇ ਮੱਝਾਂ ਬਾਹਰ ਆ ਗਈਆਂ, ਚੁਗਦੀਆਂ, ਖਾਂਦੀਆਂ। ਮੈਂ ਅਮਰੀਕਾ ਦੀ ਗੱਲ ਕਰ ਰਿਹਾ, ਤੇ ਉੱਥੋਂ ਦੀ ਗੱਲ ਦੱਸੋ ਨਾ ਮੈਨੂੰ। ਨਹੀਂ ਉਹ ਹੁਣ ਤਾਂ ਉੱਥੇ ਦੱਸ ਰਹੇ ਨਾ, ਕਿਉਂਕਿ ਜਿਹੜੇ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ, ਜਿਨ੍ਹਾਂ ਨੇ ਤੀਆਂ ਲਾਉਣੀਆਂ, ਉੱਥੇ ਪੰਜਾਬ ਦੇ ਲੋਕ ਨੇ, ਜਿਨ੍ਹਾਂ ਦੀ ਕਲਚਰਲ ਐਸੋਸੀਏਸ਼ਨ ਉੱਥੇ ਹੈਗੀ ਆ, ਮਿਸਟਰ ਰੰਧਾਵਾ ਜੀ ਉੱਥੇ ਨੇ, ਔਰ ਉਹਨਾਂ ਨੇ ਸੈਕਰਾਮੈਂਟੋ ਦੇ ਵਿੱਚ ਬਣਾ ਰਹੇ ਨੇ, ਔਰ ਉਹ ਅੱਜ ਨਹੀਂ ਹੈਗੀਆਂ, ਹੁਣ ਉਹ ਅਜੇ 7 ਅਗਸਤ ਤੋਂ ਸ਼ੁਰੂ ਕਰ ਰਹੇ ਆ ਇਹਦੇ 'ਚ ਇੰਟਰਨੈਸ਼ਨਲ ਕਲਚਰਲ ਜਿਹੜੀ ਇਹਨਾਂ ਦੀ ਕਲਚਰਲ ਅਕੈਡਮੀ ਆ, ਅਕੈਡਮੀ ਨੇ ਜਿਹੜੇ ਮਨਾ ਰਹੇ ਆ। ਔਰ ਇਹਦੇ 'ਚ ਦੇਖੋ ਇਹਨਾਂ ਨੇ ਇੰਨਾ ਉੱਥੇ ਇੰਟਰਟੇਨਮੈਂਟ ਦੇਣਾ, ਉਹ 'ਚ ਗਿੱਧਾ ਵੀ ਹੈਗਾ, ਬੋਲੀਆਂ ਵੀ ਉਹਦੇ 'ਚ ਹੈਗੀਆਂ, ਢੋਲ ਵੀ ਆਏਗਾ, ਔਰ ਬੋਲੀਆਂ ਪੈ ਕੇ ਭੰਗੜਾ ਵੀ ਪਊਗਾ, ਔਰ ਪੂਰਾ ਜਿਹੜਾ ਉਹ 'ਚ ਘੋਲ ਕਬੱਡੀ ਵੀ ਹੋਗੀ, ਔਰ ਉਹ ਸਾਰੀ ਜਿਹੜੀ ਆ ਪਾਰਕ ਨੂੰ ਅਜੇ ਹੁਣੇ ਸਜਾ ਰਹੇ ਆ, ਔਰ ਉਹਦੇ 'ਚ ਜਿਹੜੀਆਂ ਕੁੜੀਆਂ ਨੇ, ਅਲੜ ਕੁੜੀਆਂ ਨੇ ਨੱਚਣਾ ਗਾਉਣਾ ਹੋਗਾ, ਉਹ ਹੁਣ ਤਿਆਰੀ ਵਿੱਚ ਆ ਗਈਆਂ, ਬੈਠੀਆਂ ਨੇ। ਉਹਨਾਂ ਦੀਆਂ ਚੁੰਨੀਆਂ ਜਿਹੜੀਆਂ ਇਸ ਵੇਲੇ ਪ੍ਰੈਸ ਹੋ ਰਹੀਆਂ, ਉਹਨਾਂ ਦੇ ਕੱਪੜੇ ਬਣ ਰਹੇ ਆ, ਔਰ ਉਹਨਾਂ ਕੁੜੀਆਂ ਨੇ ਸਤਰੰਗੀ ਪੀਂਘ ਨਾਲ ਵੀ ਝੂਟੇ ਲੈਣੇ ਆ ਉਹਦੇ ਗਿੱਧੇ 'ਚ ਤੇ ਭੰਗੜੇ 'ਚ ਮੁੰਡਿਆਂ ਨੇ ਵੀ ਆਉਣਾ। ਔਰ ਇਹ ਖਾਸ ਕਰਕੇ ਉਸ ਏਰੀਆ 'ਚ ਜਦੋਂ ਲੱਗਦਾ ਰਿਹਾ, ਤਾਂ ਉਹ ਸਿਆਟਲ 'ਚ ਵੀ ਇੱਕ ਇਸੇ ਤਰ੍ਹਾਂ ਦਾ ਸ਼ੁਰੂ ਹੋ ਰਿਹਾ, ਇਸੇ ਤਰ੍ਹਾਂ ਸਿਆਟਲ 'ਚ ਵੀ ਸ਼ੁਰੂ ਹੋ ਗਿਆ, ਕਿਉਂਕਿ ਕਲਚਰਲ ਐਸੋਸੀਏਸ਼ਨ ਜਿਹੜੀਆਂ ਹੈਗੀਆਂ, ਇਹ ਪੰਜਾਬ ਦੇ ਕਲਚਰ ਨੂੰ ਇਸ ਤਰ੍ਹਾਂ ਸਪਰੈਡ ਕੀਤਾ, ਉੱਥੇ ਇਸ ਤਰ੍ਹਾਂ ਦਾ ਸੱਭਿਆਚਾਰ ਬਣਾ ਦਿੱਤਾ ਕਿ ਫਿਰ ਲੋਕਾਂ ਨੂੰ ਇਹ ਨਾ ਭੁੱਲ ਜੇ ਕਿ ਅਸੀਂ ਪੰਜਾਬ 'ਚ ਹੀ ਕਰਦੇ ਸੀ। ਪੰਜਾਬ ਨੂੰ ਯਾਦ ਕਰਨ ਲਈ ਇਹਨਾਂ ਨੇ ਉੱਥੇ ਉਹੀ ਕਲਚਰ ਕ੍ਰੀਏਟ ਕਰ ਦਿੱਤਾ। ਉਹ ਲੋਕ ਜਿਹੜੇ ਅੰਗਰੇਜ਼ ਆ, ਉਹ ਆਪ ਵਿੱਚ ਆਉਂਦੇ, ਉੱਥੋਂ ਦੀ ਮੇਅਰ ਆ ਮੈਡਮ, ਉਹਨਾਂ ਨੇ ਉਹ ਵੀ ਸ਼ਿਰਕਤ ਕਰਨਗੇ ਇਹਦੇ 'ਚ। ਉਹਨਾਂ ਨੇ ਜੈਸ ਕਹਿ ਦਿੱਤਾ ਕਿ ਅਸੀਂ ਆਵਾਂਗੇ ਉਹਦੇ 'ਚ, ਔਰ ਇਹਦੇ 'ਚ ਐਸੀ ਬਹਾਰ ਲੱਗਣੀ ਆ, ਐਸਾ ਹੈਗਾ ਕਿ ਲੋਕ ਉੱਥੋਂ ਦੇ ਜਿਹੜੇ ਸਾਰਾ ਏਰੀਆ ਹੈਗਾ ਖਾਸ ਤੌਰ 'ਤੇ ਵਹਿੰਦਾ ਰਿਹਾ। ਪਰ ਹੁਣ ਜਿਹੜਾ 7 ਅਗਸਤ ਨੂੰ ਲੱਗੂਗਾ ਨਾ ਮੇਲਾ, ਇਹ ਵੀ ਲੋਕਾਂ ਦੀ ਯਾਦ ਨੂੰ ਫਿਰ ਦੁਬਾਰਾ ਤਾਜ਼ਾ ਕਰੂਗਾ, ਔਰ ਸਾਵਣ ਦੇ ਪੀਂਘਾਂ ਨੂੰ, ਉਹਨਾਂ ਪਿੱਪਲਾਂ ਨੂੰ,
ਉਹਨਾਂ ਮਾਲ ਪੂੜਿਆਂ ਨੂੰ ਔਰ ਉਹਨਾਂ ਗਿੱਧੇ ਨੂੰ ਤੇ ਉਹਨਾਂ ਬੋਲੀਆਂ ਨੂੰ ਫਿਰ ਦੁਬਾਰਾ ਹੋ ਸਕਦਾ ਕਿ ਉਹ ਜਿਹੜੇ ਮਨ ਦੇ ਵਿਚਾਰ ਨੇ, ਜਿਹੜੀਆਂ ਮਨ ਦੀਆਂ ਭਾਵਨਾਵਾਂ ਨੇ ਨਾ, ਉਹ ਅਮਰੀਕਾ ਦੀ ਧਰਤੀ ਤੇ ਅਸੀਂ ਪੰਜਾਬ ਤੋਂ ਵੱਧ ਬਣਾਈਏ, ਇਹ ਵੀ ਹੋ ਸਕਦਾ ਹੈ। ਬਿਲਕੁਲ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਸਾਨੂੰ ਫੁਟੇਜ ਮਿਲਦੀ ਹੈ ਨਾ ਜਦੋਂ ਉੱਥੋਂ ਦੇ ਉਹ ਸਾਰੇ ਮੇਲੇ ਦੀ, ਅਸੀਂ ਉਹ ਫੁਟੇਜ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਤੁਸੀਂ ਵੀ ਉਹ ਤਸਵੀਰਾਂ ਦੇਖਿਓ ਜਿਹਦੇ ਵਿੱਚ ਖੂਬ ਪੰਜਾਬੀਆਂ ਨੇ ਪੰਜਾਬ ਦਾ ਰੰਗ ਬੰਨਿਆ। ਚੱਲੀਏ ਜੀ ਹੁਣ। ਬਿਲਕੁਲ ਜੀ, ਹਾਂ ਜੀ, ਠੀਕ ਹੈ ਜੀ, ਤੁਸੀਂ ਆਪਣੇ ਵਿਚਾਰ ਇਨਬਾਕਸ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਪੰਜਾਬ ਮੇਲ USA TV, ਤੇ ਸਾਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।